ਤੇ ਜਿਹੜੇ ਮੇਰੇ ਛੋਟੇ ਬੱਚੇ, ਇੱਕ ਮੇਰਾ 6 ਆਪਣਾ 3 ਮਹੀਨੇ ਦਾ ਸੀ, ਇੱਕ 5 ਮਹੀਨੇ ਦਾ, ਉਹ ਮੈਂ ਲਾਲਿਆਂ ਦੇ ਘਰ ਦੇ ਦਿੱਤਾ। ਮੈਂ ਕਿਹਾ ਜੇ ਅਸੀਂ ਬਚ ਗਏ ਤੇ ਅਸੀਂ ਲੈ ਜਾਾਂਗੇ, ਨਹੀਂ ਬਚ ਗਏ ਤੇ ਫਿਰ ਤੁਸੀਂ ਰੱਖ ਲਿਓ, ਜਾਂ ਯਤੀਮ ਖਾਨੇ ਦੇ ਦਿਓ ਸਾਡੇ ਬੱਚਿਆਂ ਨੂੰ। ਫਿਰ ਕਹਿੰਦੇ ਅੱਤਵਾਦ। ਅੱਤਵਾਦ ਕੌਣ ਤਿਆਰ ਕਰਦਾ? ਸਰਕਾਰਾਂ। ਇਹ ਸਿੱਧਾ ਸਿੱਧਾ ਰਾਜੀਵ ਗਾਂਧੀ ਦਾ ਹਮਲਾ ਹੈ। ਸਿੱਧਾ ਸਿੱਧਾ ਕਾਂਗਰਸ ਸਰਕਾਰ ਨੇ ਕਰਾਇਆ, ਹੋਰ ਕੋਈ ਸਰਕਾਰ ਨਾ ਸੀ ਉਸ ਟਾਈਮ। ਔਰ ਜਿਨ੍ਹਾਂ ਨੇ ਮਾਰੀ ਉਹ ਥਾਂ ਤੇ ਮਾਰ ਦਿੱਤੇ, ਉਹਨਾਂ ਨੂੰ ਫਾਂਸੀਆਂ ਦੇ ਦਿੱਤੀਆਂ। ਤੇ ਜਿਨ੍ਹਾਂ ਨੇ ਸਾਨੂੰ ਮਾਰਿਆ ਉਹ ਅੱਜ ਤੱਕ ਆਜ਼ਾਦ ਫਿਰਦੇ। ਅੱਜ ਤੱਕ ਉਹਨਾਂ ਨੂੰ ਇਹ ਲੀਡਰੀਆਂ ਬਖਸ਼ਦੇ, ਇਹਨਾਂ ਨੂੰ ਸਿਕਿਉਰਟੀਆਂ ਦਿੰਦੇ। ਸਾਡੇ ਗੁਰਦੁਆਰੇ ਦੇ ਵਿੱਚ ਪੰਨਿਆਂ ਦੇ ਵਿੱਚ ਆਪਣਾ ਬੀੜੀਆਂ ਪੀ ਪੀ ਕੇ ਵਿੱਚ ਇਦਾਂ ਕੇ ਵਿੱਚ ਪੰਨਿਆਂ ਚ ਲਾ ਰਹੇ ਸੀ, ਬਾਬਾ ਜੀ ਦੇ ਸਰੀਰ ਦੇ ਵਿੱਚ ਇਦਾਂ ਖਬੋ ਰਹੇ ਸੀ। ਸਕੂਟਰਾਂ 'ਚੋਂ ਪੈਟਰੋਲ ਕੱਢ ਕੇ ਉਹਨਾਂ ਦੇ ਉੱਪਰ ਪਾ ਕੇ ਇੱਦਾਂ ਹੀ ਮੇਨ ਰੋਡ ਆ ਜਿੱਦਾਂ ਪਾਰਕ ਹੈ ਤੇ ਥੋੜ੍ਹਾ ਪਰਲੇ ਪਾਸੇ, ਤੇ ਕਹਿੰਦੇ ਬੰਦਰ ਕਾ ਨਾਚ ਦੇਖੋ, ਬੰਦਰ ਕਾ ਨਾਚ ਦੇਖੋ, ਜਦੋਂ ਤੜਫਦੇ ਸੀਗੇ। ਸਾਡੇ ਅੱਗੇ ਗਰਾਊਂਡ ਸੀ, ਉੱਥੇ ਲਿਆ ਲਿਆ ਕੇ ਮਾਰ ਰਹੇ ਸੀ ਲੋਕੀ, ਚੀਕਾਂ ਮਾਰਦੇ ਸੀ। ਉਹ ਸਾਡੀ ਗੂੰਜ ਸਾਡੇ ਕੰਨਾਂ 'ਚ ਅਜੇ ਤੱਕ ਵੀ ਆਉਂਦੀ ਹੈ ਉੱਦਾਂ ਹੀ। चौदह दिन से 10 दिन से बच्चे गैस से चूल्हे से गैस से बाल के गैस से रख के बच्चा भुनता, माँ की गोद तो खिंच के गैस से रख के बच्चा भुनिया। ਇਹ ਸਾਨੂੰ ਸ਼ਾਮੀ ਪਤਾ ਲੱਗਾ 8-9 ਵਜੇ ਉੱਥੇ ਮੋਨੇ ਹੋ ਕੇ ਲੋਕ ਤੁਰੇ ਆਉਣ। ਮੈਂ ਕੀ ਗੱਲ ਕਿੱਥੋਂ ਆਏ? ਕਹਿੰਦਾ ਸੀ ਉੱਥੇ ਆਇਆ ਕੋਈ ਨੰਦਨਗੇ ਤੂੰ, ਕਹਿੰਦੇ ਉੱਥੇ ਸਿੱਖ ਕੋਈ ਨਹੀਂ ਛੱਡਿਆ, ਉਹਨੇ ਮਾਰਤੇ ਸਾਰੇ, ਘਰਾਂ ਨਾਲ ਗਲਾਤੀਆਂ, ਬੁਰੇ ਹਾਲ ਪੌਂਕੇ ਦਿਹਾੜੇ। ਸਾਨੂੰ ਸਰਦਾਰ ਜੀ ਸਾਡੇ ਤੇ ਮੇਰਾ ਦੇਰ ਸਾਨੂੰ 25 ਦਿਨਾਂ ਬਾਅਦ ਮਿਲੇ, ਉਹ ਵੀ ਰੁਲੇ ਹੋਏ ਕੱਪੜੇ, ਪਾਟੇ ਪਏ, ਬੁਰਾ ਹਾਲ। ਕੰਧ ਦੇ ਨਾਲ ਨਾ ਉਹਨਾਂ ਨੇ ਲੱਗ ਕੇ ਖੜ ਗਏ, ਉੱਤੋਂ ਜਨਾਨੀ ਨੇ ਐਡਾ ਵੱਡਾ ਪੱਥਰ ਉਹਨਾਂ ਦੇ ਸਿਰ 'ਚ ਮਾਰਿਆ ਤਾਂ ਉੱਥੇ ਉਹ ਡਿੱਗ ਪਏ ਤੇ ਬੇਹੋਸ਼ ਹੋ ਕੇ। ਫਿਰ ਉਹਨਾਂ ਨੇ ਇੱਕ ਕੱਲੂ ਸੀ ਸਾਡੇ ਉੱਤੇ, ਉਹਨੇ ਚੱਕ ਕੇ ਨਾਈ ਨੇ ਤਰਸ਼ੂਲ ਉਹਦੇ ਹੱਥ ਫੜਿਆ, ਉਹਨੇ ਮੇਰੇ ਡੈਡੀ ਦੇ ਪੇਟ ਦੇ ਵਿੱਚ ਤਰਸ਼ੂਲ ਮਾਰ ਦਿੱਤਾ ਉੱਥੇ। ਨਾ ਸਾਨੂੰ ਕਿਤੋਂ ਇੱਥੋਂ ਸਹਾਰਾ ਮਿਲਿਆ, ਨਾ ਸਾਨੂੰ ਕਿਸੇ ਨੇ ਬਾਹਰੋਂ ਸਹਾਰਾ ਦਿੱਤਾ, ਸਾਨੂੰ ਕਿਤੋਂ ਸਹਾਰਾ ਨਹੀਂ ਮਿਲਿਆ। ਅਸੀਂ ਧੱਕੇ ਖਾ ਰਹੇ ਆਪਣੇ ਘਰ 'ਚ ਇੱਥੇ। ਤੇ ਉੱਥੇ ਮੇਰੇ ਮਾਮਾ ਜੀ ਰਹਿੰਦੇ ਸੀ, ਤੇ ਮਾਮਾ ਜੀ ਦੇ 3 ਬੇਟਿਆਂ ਨੂੰ ਚੱਕ ਕੇ ਨਾ ਮਾਰ ਰਹੇ ਸੀ, ਉੱਤੋਂ ਚੁੱਕ ਕੇ ਥੱਲੇ ਸੁੱਟ ਰਹੇ ਸੀ, ਤੇ ਥੱਲੇ ਟਰੱਕ ਨੂੰ ਅੱਗ ਲਾਤੀ, ਉੱਤੋਂ ਚੱਕ ਕੇ ਟਰੱਕ ਦੇ ਵਿੱਚ ਸੁੱਟੇ ਉਹਨਾਂ ਦੇ ਬੰਦੇ। ਸੜਦੇ ਵਿਚਾਰੇ ਵਿੱਚੇ ਹੀ ਮਰ ਗਏ। ਫਿਰ ਉਹਨਾਂ ਨੇ ਆ ਕੇ ਪੁਲਿਸ ਵਾਲਿਆਂ ਨੂੰ ਦੇਖਿਆ, ਪੁਲਿਸ ਵਾਲੇ ਉੱਥੇ ਹੀ ਛੱਡ ਕੇ ਚਲੇ ਗਏ। ਤੇ ਫਿਰ ਉਹਨਾਂ ਨੇ ਕੂੜੇ ਵਿੱਚ ਹੋਰ ਮਾਰਿਆ ਉਹਨੂੰ, ਬੜਾ ਬੁਰੀ ਤਰ੍ਹਾਂ ਮਾਰ ਕੇ ਪਾਰਕ 'ਚ ਸੁੱਟਤਾ। ਚੌਂਤੀ 'ਚ ਮੈਂ 35 'ਚ ਆਈ, 3 ਸਰਦਾਰ ਧੁਖਦੇ ਪਏ ਸੀ। ਉਹ ਜੋ ਕਹਿਣ ਤੇਰਾ ਘਰ ਵਾਲੀ ਵੀ ਇੱਕ ਦੇ ਵਿੱਚ ਹੈ, ਉਹਨੇ ਇਹੋ ਜਿਹੇ ਕੱਪੜੇ, ਤੇਰਾ ਘਰ ਵਾਲਾ ਵੀ ਇਹਦੇ ਵਿੱਚ। ਉਸ ਤੋਂ ਬਾਅਦ ਜਿਹੜੀਆਂ ਵੀ ਸਰਕਾਰਾਂ ਆਈਆਂ ਉਹਨਾਂ ਨੇ ਦੰਗਾ ਪੀੜਤਾਂ ਨੂੰ ਵਰਤਿਆ ਹੀ ਹੈ, ਰੁਜ਼ਗਾਰ ਨਹੀਂ ਦਿੱਤਾ ਉਹਨਾਂ ਨੇ। ਜਾਂ ਇਲੈਕਸ਼ਨ ਆਉਂਦੀਆਂ ਸਾਨੂੰ ਵਰਤ ਲੈਂਦੇ ਨੇ।
ਉਹਨਾਂ ਨੂੰ ਕਿਉਂ ਨਹੀਂ ਅੰਦਰ ਕਰਿਆ ਜਿਨ੍ਹਾਂ ਨੇ ਲੱਖਾਂ ਲੋਕ ਮਾਰੇ, ਅੱਧ ਸੜੇ ਮਾਰੇ, ਇੱਕ ਇੱਕ ਦਿਨ ਦੇ ਬੱਚੇ ਤੰਦੂਰਾਂ 'ਚ ਭੁੰਨੇ, ਗੈਸਾਂ ਤੇ ਰੱਖ ਕੇ ਭੁੰਨੇ? ਉਹਨਾਂ ਦਾ ਕੀ ਕਸੂਰ ਸੀ? ਸੱਜਣ ਕੁਮਾਰ, ਉਹਨੂੰ ਕਿਉਂ ਨਹੀਂ ਅੱਜ ਤੱਕ ਫਾਂਸੀ ਦਿੱਤੀ? ਜਗਦੀਸ਼ ਟੈਟਲਰ ਕਿਉਂ ਨਹੀਂ ਅੱਜ ਤੱਕ ਕਰਿਆ? ਅਮਿਤਾਭ ਬੱਚਨ ਅੱਜ ਤੱਕ ਕਿਉਂ ਨਹੀਂ ਫੜਿਆ? ਇਹ ਔਰੰਗਜ਼ੇਬ ਦੇ ਤੋਂ ਘੱਟ ਕੀਤਾ ਗਿਆ। ਔਰੰਗਜ਼ੇਬ ਨੇ ਬੱਚੇ ਸਿੱਖਾਂ ਦੇ ਬੱਚਿਆਂ ਦੇ ਟੋਟੇ ਕਰਕਾ ਕੇ ਗਲਾਂ 'ਚ ਹਾਰ ਪਵਾਤੇ, ਤੇ ਇਹਨਾਂ ਨੇ ਕੀ ਬੱਚੇ ਮਾਂ ਦਾ ਗੋਦੀ ਬੱਚਾ ਦੁੱਧ ਪੀ ਰੱਖ ਚੁੱਕ ਕੇ ਕੰਧ ਨਾਲ ਮਾਰ ਕੇ ਮਾਰ ਦਿਓ, ਜਿੰਦੇ ਤੇਲ ਪਾ ਦਿਓ। ਇਹ ਔਰੰਗਜ਼ੇਬ ਨਾਲੋਂ ਘੱਟ ਇੱਕ ਸਰਕਾਰ ਨਿਕਲੀ। ਅਸੀਂ ਸਾਰੀਆਂ ਸਰਕਾਰਾਂ ਨੂੰ ਕਹਿੰਦੇ, ਚਾਹੇ ਅਕਾਲੀ ਦਲ ਹੈ, ਚਾਹੇ BJP ਹੈ, ਚਾਹੇ ਕਾਂਗਰਸ ਹੈ, ਤੇ ਜੇ ਤੁਸੀਂ 84 ਵਾਲਿਆਂ ਨੂੰ ਚੋਣਾਂ ਦੇ ਵਿੱਚ ਵਰਤਦੇ ਹੈ ਤੇ 84 ਵਾਲਿਆਂ ਦੀ ਸਾਰ ਵੀ ਲਓ। ਪੰਜਾਬ ਦੇ ਵਿੱਚ ਆ ਕੇ ਅਸੀਂ ਜਿਵੇਂ ਮਰ ਗਿਆ ਸੀ, ਖਤਮ ਹੋ ਗਏ। ਜਿਹੜੀ ਸਰਕਾਰ ਆਉਂਦੀ ਸਾਡਾ ਨਾਮ ਵਰਤ ਕੇ ਵੋਟਾਂ ਲੈਂਦੀ ਹੈ, ਪਰ ਸਾਡੇ ਵਾਸਤੇ ਕਿਸੇ ਸਰਕਾਰ ਨੇ ਕੁਝ ਨਹੀਂ ਕਰਿਆ। ਕਾਂਗਰਸ ਨੇ ਤਾਂ ਅਸੀਂ ਆਸ ਰੱਖਦੇ ਹੋਈ ਨਹੀਂ, ਕਾਂਗਰਸ ਨੇ ਤਾਂ ਸਾਨੂੰ ਮਾਰਿਆ, ਲੁੱਟਿਆ, ਕੁੱਟਿਆ, ਸਾਨੂੰ ਕਿਸੇ ਕੰਢੇ ਦੇ ਨਹੀਂ ਛੱਡਿਆ। ਇਹ ਪੰਜਾਬ ਆਏ ਤਾਂ ਇਹਨਾਂ ਨੂੰ ਜੋ ਦਿੱਤਾ ਦਿੱਤਾ ਹੈ, ਇਹ ਹੰਝੂ ਦਿੱਤੇ ਨੇ। ਕੀ ਸਵਾਲ ਪੁੱਛੇ? ਇੱਥੇ ਆ ਕੇ ਤਾਂ ਸਾਡੇ ਸਾਰੇ ਸਵਾਲ ਹੀ ਖਤਮ ਹੋ ਜਾਂਦੇ ਨੇ। ਜਾਈਏ ਤਾਂ ਅਸੀਂ ਕਿੱਥੇ ਜਾਈਏ? ਸਾਡੀ 36 ਸਾਲ ਤੇ ਕੋਈ ਬੇਟਾ ਸੁਣਾਈ ਨਹੀਂ ਹੋਈ। ਅੱਜ ਅਸੀਂ ਨਾ ਮਰਿਆ ਚ ਨਾ ਜੀਣਾ ਚ, ਸਾਡੇ ਬੱਚੇ ਜਾਂ ਤਰਸਦੇ, ਅਸੀਂ ਕੁਝ ਨਹੀਂ ਕਰ ਸਕਦੇ ਉਹਨਾਂ ਵਾਸਤੇ। ਸਾਡੀ ਸਾਹਮਣੇ ਇੱਕ ਬੰਦੇ ਦੇ ਸਿਰ ਪਹਿਲਾਂ ਅੱਖਾਂ ਕੱਢੀਆਂ, ਫਿਰ ਉਹਦੇ ਸਿਰ 'ਚ ਪੱਥਰ ਮਾਰਿਆ, ਫਿਰ ਉਹਨੂੰ ਉਹਦੀ ਗੱਡੀ ਦਾ ਡੀਜ਼ਲ ਕੱਢ ਕੇ ਉਹਨੂੰ ਅੱਗ ਲਾਈ। ਏਕਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਅੱਜ ਤੁਹਾਨੂੰ ਅਸੀਂ ਇੱਕ ਖਾਸ ਥਾਂ ਤੇ ਲੈ ਕੇ ਆਏ ਹਾਂ। ਖਾਸ ਥਾਂ ਪਹਿਲਾਂ ਤੁਸੀਂ ਦੇਖੋ, ਮੈਂ ਚਾਹਾਂਗੀ ਤੁਹਾਨੂੰ ਖਾਸ ਥਾਂ ਦਿਖਾਈ ਜਾਵੇ। ਇਹ ਛੋਟੇ ਛੋਟੇ ਘਰ ਨੇ, ਤਕਰੀਬਨ 25 ਕੁ ਗਜ਼ ਤੋਂ ਵੀ ਘੱਟ ਇਸ ਦੀ ਥਾਂ ਹੋਏਗੀ ਜੋ ਇੱਕ ਘਰ ਬਣਿਆ ਹੋਇਆ ਹੈ। ਇਹਨਾਂ ਘਰ ਦੀ ਹਾਲਤ ਪਹਿਲਾਂ ਤੁਸੀਂ ਦੇਖ ਸਕਦੇ ਆ। ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਇਹ ਘਰ ਜਾਂ ਇਸ ਥਾਂ ਤੇ ਮੈਂ ਕਿਉਂ ਲੈ ਕੇ ਆਈ ਹਾਂ। ਇਹ ਘਰ ਹਨ ਦੰਗਾ ਪੀੜਤਾਂ ਦੇ। 1984 ਨੂੰ ਦਿੱਲੀ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ। ਚੁਣ ਚੁਣ ਕੇ ਘਰਾਂ ਚੋਂ ਕੱਢ ਕੱਢ ਕੇ ਸਿੱਖਾਂ ਨੂੰ ਮਾਰਿਆ ਗਿਆ, ਸਾੜਿਆ ਗਿਆ। ਜੋ ਮਰ ਗਏ, ਜੋ ਸੜ ਗਏ, ਜੋ ਜੀ ਚਲੇ ਗਏ ਇਸ ਦੁਨੀਆ ਤੋਂ, ਉਹਨਾਂ ਪਰਿਵਾਰਾਂ ਦੇ ਬਾਕੀ ਰਹਿੰਦੇ ਜੀ, ਜਿਨ੍ਹਾਂ ਨੂੰ ਅਸੀਂ ਦੰਗਾ ਪੀੜਿਤ ਕਹਿੰਦੇ ਹਾਂ, ਉਹ ਇਹਨਾਂ ਘਰਾਂ 'ਚ ਰਹਿ ਰਹੇ ਨੇ। 1984 ਦੇ ਦੰਗਾ ਪੀੜਤਾਂ ਦੀ ਕਲੋਨੀ ਹੈ ਇਹ, ਜੋ ਕਿ ਮੋਹਾਲੀ ਦੇ 11 ਫੇਜ਼ ਦੇ ਵਿੱਚ ਬਣੀ ਹੋਈ ਹੈ। ਕਿਵੇਂ ਜ਼ਿੰਦਗੀ ਗੁਜ਼ਾਰ ਰਹੇ ਨੇ, ਕਿਵੇਂ ਇੰਨੇ ਸਾਲਾਂ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਇਹਨਾਂ ਦੇ ਅੰਦਰਲਾ, ਜਿਹਨੂੰ ਕਹਿ ਸਕਦੇ ਹਾਂ ਕਿ ਖੁਸ਼ੀਆਂ, ਚਾਅ, ਉਤਸ਼ਾਹ ਸਭ ਮਰ ਚੁੱਕੇ ਨੇ, ਤੇ ਕਿਵੇਂ ਇਹ ਜ਼ਿੰਦਗੀ ਬਿਤਾ ਰਹੇ ਨੇ। ਨੇੜਿਓਂ ਦੀ ਜਾਣਨ ਦੀ ਕੋਸ਼ਿਸ਼ ਕਰਾਂਗੇ, ਤੇ ਨਾਲ ਇਹਨਾਂ ਦੀ ਆਵਾਜ਼ ਉਹਨਾਂ ਸਰਕਾਰਾਂ ਤੱਕ ਵੀ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜੋ ਸਰਕਾਰਾਂ ਜਦੋਂ ਵੀ ਇਲੈਕਸ਼ਨਸ ਆਉਂਦੀਆਂ ਨੇ ਉਦੋਂ ਇਹ ਦਾਅਵੇ ਕਰਦੀਆਂ ਨੇ ਕਿ 1984 ਦੇ ਕਤਲੇਆਮ ਦੀ ਜੋ ਨਿਆਂ ਹੈ ਉਹ ਦਿਵਾਇਆ ਜਾਏਗਾ। ਇੱਕ ਨਿਆਂ ਦਾ ਇੰਤਜ਼ਾਰ ਇਹ ਲੋਕ ਕਰ ਰਹੇ ਨੇ
ਜੋ 1984 ਵਿੱਚ ਸਿੱਖਾਂ ਦਾ ਕਤਲੇਆਮ ਹੋਇਆ। ਦੂਜੇ ਨਿਆਂ ਦਾ ਇੰਤਜ਼ਾਰ ਇਹਨਾਂ ਦੇ ਘਰ ਦੇ ਜੀ ਕਰ ਰਹੇ ਨੇ, ਕਿਉਂਕਿ ਇਹੋ ਜਿਹੇ ਹਾਲਾਤਾਂ ਵਿੱਚ ਰਹਿਣ ਲਈ ਮਜਬੂਰ ਨੇ ਜਿੱਥੇ ਸਾਹ ਲੈਣਾ ਵੀ ਇਹਨਾਂ ਲਈ ਔਖਾ ਹੋ ਗਿਆ ਹੈ, ਕਿਉਂਕਿ ਇਨਸਾਫ ਕਿਤੋਂ ਨਹੀਂ ਮਿਲ ਰਿਹਾ, ਮਦਦ ਕਿਤੋਂ ਨਹੀਂ ਮਿਲ ਰਹੀ। ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਇੰਦਰਜੀਤ ਕੌਰ ਆ। ਮੈਡਮ, ਤੁਸੀਂ 1984 ਦੇ ਟਾਈਮ ਤੇ ਉੱਥੇ ਸੀ ਜਦੋਂ ਉਹ ਸਾਰਾ ਦੁਖਾਂਤ ਵਾਪਰਿਆ, ਜੋ ਇੱਕ ਮੰਦਭਾਗੀ ਘਟਨਾ ਵਾਪਰੀ। ਉਦੋਂ ਤੁਸੀਂ ਦਿੱਲੀ ਸੀ, ਕਿਹੜੇ ਇਲਾਕੇ ਵਿੱਚ ਸੀ? ਅਸੀਂ ਦਿੱਲੀ ਸਕੂਲ ਬਲਾਕ ਸ਼ੱਕਰਪੁਰ ਸੀਗੇ ਜੀ, ਅੱਛਾ ਜੀ। ਜਮਨਾ ਪਾਰ। ਤੇ ਉਸ ਸਮੇਂ ਤੁਸੀਂ ਆਪਣੀ ਅੱਖੀ ਨਾਲ ਉਹ ਸਾਰਾ ਕੁਝ ਦੇਖਿਆ? ਅਸੀਂ ਜੋ ਸਟਾਰਟਿੰਗ ਹੋਈ ਆ ਨਾ, ਤੇ ਜਦੋਂ ਸਟਾਰਟਿੰਗ ਹੋਈ ਆ ਉਦੋਂ ਅਸੀਂ ਆਪਣਾ, ਮੇਰੀ ਮੰਮੀ ਨਾ ਆਪਣਾ ਘਰ ਸੀਗੇ ਤੇ ਕਿਸੇ ਬੰਦੇ ਨੇ ਆ ਕੇ ਆਖਿਆ, ਕਿਉਂਕਿ ਉੱਥੋਂ ਦੇ ਅਸੀਂ ਪ੍ਰਧਾਨ ਸੀ, ਉਹਨਾਂ ਨੇ ਕਿਹਾ ਵੀ ਕਿਸੇ ਬੰਦੇ ਨੂੰ ਮਾਰ ਰਹੇ ਆ ਤੇ ਤੁਸੀਂ ਉਹਨਾਂ ਨੂੰ ਜਾ ਕੇ ਛਡਾਓ। ਤੇ ਮੇਰੀ ਮੰਮੀ ਨਾ ਉਸ ਬੰਦੇ ਨੂੰ ਬੜੀ ਮੁਸ਼ਕਲ ਉਹਨਾਂ ਬੰਦਿਆਂ ਕੋਲ ਛਡਵਾ ਕੇ ਤੇ ਆਪਣੇ ਘਰ ਲੈ ਆਏ। ਮੇਰੇ ਘਰ ਦੇ ਵਿੱਚ ਮੰਮੀ ਅਲੱਗ ਰਹਿੰਦੇ ਸੀ, ਮੈਂ ਅਲੱਗ। ਮੇਰੇ ਘਰ ਚ ਲਾਏ, ਉੱਥੋਂ ਉਹਨੂੰ ਅੰਦਰ ਬੰਦ ਕਰ ਦਿੱਤਾ ਜੀ। ਤੇ ਉਹਨੇ ਦਿਨ ਨੂੰ ਹੋਰ ਵੀ ਬਹੁਤ ਝੂਮ ਆਏ, ਮਾਰੀ ਜਾ ਰਹੇ, ਕਦੀ ਕਿਸੇ ਨੂੰ ਕਦੀ ਕਿਸੇ ਨੂੰ। ਤੇ ਜਿਹੜਾ ਸਾਡੇ ਉੱਥੇ ਅੰਦਰ ਸੀ ਬੰਦਾ, ਉਹਨੇ ਵਾਲ ਕੱਟੇ ਅੰਦਰ ਕੈਂਚੀ ਦੇ ਨਾਲ, ਤੇ ਸਾਡਾ ਸਮਾਨ ਸਮੂਨ ਸਾਰਾ ਲੁੱਟ ਕੇ ਲੈ ਗਿਆ ਉੱਥੋਂ, ਮੇਰੇ ਘਰ ਚੋਂ। ਤੇ ਅਸੀਂ ਉੱਧਰ ਗਏ ਨਹੀਂ, ਅਸੀਂ ਬੰਦ ਕਰਤਾ। ਤੇ ਬਾਅਦ 'ਚ ਸਾਨੂੰ ਪਤਾ ਲੱਗਾ ਵੀ ਇਹ ਖੋਲ ਕੇ ਦਰਵਾਜ਼ਾ ਨਿਕਲ ਗਿਆ ਬੰਦਾ ਇੱਥੋਂ। ਤੇ ਅਸੀਂ ਜਦੋਂ ਉੱਥੇ ਆਪਣੇ ਮੰਮੀ ਦੇ ਕੋਲ ਮੈਂ ਆਈ, ਮੈਂ ਕਿਹਾ ਵੀ ਬੜੀ ਰਸ਼ ਹੋ ਰਿਹਾ, ਪਤਾ ਨਹੀਂ ਕੀ ਗੱਲ, ਕੀ ਪੰਗਾ। ਤੇ ਉੱਥੇ ਨਾ ਬੰਦੇ ਜਿਹੜੇ ਰੋਡ ਦੇ ਉੱਤੇ ਆ ਰਹੇ ਸੀ ਨਾ, ਸਰਦਾਰ, ਉਹਨਾਂ ਨੂੰ ਕੁੱਟਦੇ ਪਏ ਸੀ, ਬਹੁਤ ਕੁੱਟਮਾਰ ਕਰ ਰਹੇ ਸੀ। ਤੇ ਇਹ ਅਸੀਂ ਨਾ ਅਜੇ ਘਰ ਹੀ ਖੜੇ ਤੇ ਪਿਛਲੀ ਗਲੀ 'ਚੋਂ ਬਹੁਤ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਸੀਗੀਆਂ। ਤੇ ਉੱਥੇ ਮੇਰੇ ਮਾਮਾ ਜੀ ਰਹਿੰਦੇ ਸੀ, ਤੇ ਮਾਮਾ ਜੀ ਦੇ 3 ਬੇਟਿਆਂ ਨੂੰ ਚੱਕ ਕੇ ਨਾ ਮਾਰ ਰਹੇ ਸੀ, ਉੱਤੋਂ ਚੁੱਕ ਕੇ ਥੱਲੇ ਸੁੱਟ ਰਹੇ ਸੀ। ਤੇ ਥੱਲੇ ਟਰੱਕ ਨੂੰ ਅੱਗ ਲਾਤੀ, ਉੱਤੋਂ ਚੱਕ ਕੇ ਟਰੱਕ ਦੇ ਵਿੱਚ ਸੁੱਟੇ। ਉਹਨਾਂ ਦੇ ਬੰਦੇ ਸੜਦੇ ਵਿਚਾਰੇ ਵਿੱਚੇ ਹੀ ਮਰ ਗਏ। ਤੇ ਉਸ ਤੋਂ ਬਾਅਦ ਆਪਣਾ ਮੇਰੇ ਪਾਪਾ ਚਲੇ ਗਏ ਸੀਗੇ ਆਪਣਾ ਡਿਊਟੀ, ਉਹ ਫਰੈਂਕ ਐਂਥਨੀ ਸਕੂਲ ਕ੍ਰਿਸਚਨਾਂ ਦਾ ਸਕੂਲ ਸੀਗਾ ਇਹ ਲਾਜਪਤ ਨਗਰ 'ਚ, ਉੱਥੇ ਉਹ ਸੁਪਰਵਾਈਜ਼ਰ ਸੀ ਮੇਰੇ ਪਾਪਾ। ਤੇ ਉੱਥੇ ਚਲੇ ਗਏ। ਉੱਥੋਂ ਸਾਨੂੰ ਫੋਨ ਆਇਆ, ਕਹਿੰਦੇ ਇੱਦਾਂ ਵੀ ਤੁਸੀਂ ਬਾਹਰ ਨਾ ਨਿਕਲਿਓ। ਮੈਂ ਕਿਹਾ ਠੀਕ ਆ, ਅਸੀਂ ਨਹੀਂ ਨਿਕਲਦੇ। ਤੇ ਉਹ ਜਿਹੜੇ ਸੀ ਉਹ ਆਪਣੇ ਏਰੀਆ 'ਚ ਪ੍ਰਧਾਨ ਸੀ, ਤੇ ਲੋਕੀ ਉਹਨਾਂ ਕੋਲ ਬਹੁਤ ਡਰਦੇ ਸੀਗੇ। ਤੇ ਉਹ ਉੱਥੋਂ ਕਿਤੇ ਰਸਤੇ 'ਚ ਆ ਰਹੇ ਸੀਗੇ, ਆ ਰਹੇ ਤਾਂ ਸਾਡੇ ਜਦੋਂ ਰੋਡ ਦੇ ਗਲੀ ਦੇ ਵਿੱਚ ਆਏ ਨਾ, ਤੇ ਝੂਮ ਨੇ ਪਿੱਛੋਂ ਰੱਸਾ ਪਾ ਕੇ ਨਾ ਪਿੱਛੋਂ ਸੁੱਟ ਲਿਆ ਉਹਨਾਂ ਨੂੰ, ਸੁੱਟ ਲਿਆ, ਉੱਥੇ ਡਿੱਗ ਪਏ। ਉੱਥੋਂ ਫਿਰ ਉੱਠ ਕੇ ਭੱਜੇ, ਸਰੀਰ ਬਹੁਤ ਭਾਰਾ ਸੀ ਉਹਨਾਂ ਦਾ। ਭੱਜੇ, ਕਦੀ ਕਿਸੇ ਦੇ ਲੁਕ ਰਹੇ ਸੀ, ਕਦੀ ਕਿਤੇ। ਤੇ ਇਦਾਂ ਲੁਕਦੇ ਤੇ ਕਿਸੇ ਨੇ ਨਾ ਉੱਪਰ ਉਹਨਾਂ ਦੀ ਕੰਧ ਦੇ ਨਾਲ, ਅੰਦਰ ਨਾ ਉੱਤੇ ਛੱਤ ਨਹੀਂ ਸੀਗੀ, ਕੰਧ ਦੇ ਨਾਲ ਨਾ ਉਹਨਾਂ ਨੇ ਲੱਗ ਕੇ ਖੜ ਗਏ। ਉੱਤੋਂ ਜਨਾਨੀ ਨੇ ਐਡਾ ਵੱਡਾ ਪੱਥਰ ਉਹਨਾਂ ਦੇ ਸਿਰ 'ਚ ਮਾਰਿਆ ਤਾਂ ਉੱਥੇ ਉਹ ਡਿੱਗ ਪਏ ਤੇ ਬੇਹੋਸ਼ ਹੋ ਕੇ। ਫਿਰ ਉਹਨਾਂ ਨੇ ਇੱਕ ਕੱਲੂ ਸੀ ਸਾਡੇ ਉੱਥੇ, ਉਹਨੇ ਚੱਕ ਕੇ ਨਾਈ ਨੇ ਤਰਸ਼ੂਲ ਉਹਦੇ ਹੱਥ ਫੜਿਆ, ਉਹਨੇ ਮੇਰੇ ਡੈਡੀ ਦੇ ਪੇਟ ਦੇ ਵਿੱਚ ਤਰਸ਼ੂਲ ਮਾਰ ਦਿੱਤਾ ਉੱਥੇ। ਫਿਰ ਉਹਨਾਂ ਦੇ ਨਾਲ ਲੱਤਾਂ ਨੂੰ ਨਾ ਰੱਸੀ ਪਾ ਕੇ ਤੇ ਗੱਡੀ ਦੇ, ਸਾਡੀ ਗੱਡੀ ਜਿਹੜੀ ਸੀ ਉਹਦੇ ਮਗਰ ਹੀ ਬੰਨ੍ਹ ਕੇ ਤੇ ਆਪਣਾ ਰੇਲ ਗੱਡੀ 'ਤੇ ਲੈ ਗਏ ਪਟੜੀ ਦੇ ਉੱਤੇ। ਉੱਥੇ ਜਾ ਕੇ ਉਹਨਾਂ 'ਤੇ ਪੈਟਰੋਲ ਪਾ ਕੇ ਉਹਨਾਂ ਨੂੰ ਸਾੜਿਆ, ਜਿੰਦਿਆਂ ਨੂੰ ਸਾੜ ਦਿੱਤਾ ਉੱਥੇ। ਸਾਡੀ ਗਲੀ 'ਚ ਇੱਦਾਂ ਦੇ ਪਤਾ ਨਹੀਂ ਕਿੰਨੇ ਕੁ ਘਰ ਆਏ ਸੀ। ਇੱਕ ਇੱਥੋਂ ਆਪਣਾ ਗੁਰਦਾਸਪੁਰ ਤੋਂ ਗਏ ਸੀ, ਰੇਸ਼ਮ ਸਿੰਘ ਦੇ ਪਰਿਵਾਰ ਦੇ ਬੰਦੇ 2 ਕਾਰਡ ਦੇਣ ਵਾਸਤੇ ਵਿਆਹ ਦਾ, ਉਹਨਾਂ ਨੂੰ ਵੀ ਉੱਥੇ ਹੀ ਤੇਲ ਪਾ ਕੇ ਤੇ ਉੱਥੇ ਸਾੜਿਆ ਸਾਡੇ ਸਾਹਮਣੇ। ਪਹਿਲਾਂ ਪਾਊਡਰ ਪਾਇਆ, ਮੁੜ ਕੇ ਤੇਲ ਪਾ ਕੇ ਸਾੜ ਦਿੱਤਾ। ਅਸੀਂ ਤੇ ਆਪਣੀਆਂ ਜਾਨਾਂ ਲੁਕਾਉਂਦੇ ਰਹੇ। ਮੇਰੇ 2 ਬੇਟੇ ਸੀਗੇ, 2 ਮੇਰੇ ਬ੍ਰਦਰ ਸੀ ਜਿਹੜੇ, ਮੈਂ ਫਿਰ ਉਹਨਾਂ ਨੂੰ ਨਾ ਉਹਨਾਂ ਦੇ ਵਾਲ ਕੱਟ ਕੇ ਤੇ ਮੈਂ ਆਪਣੇ ਕਮਰੇ 'ਚ ਲੁਕਾਤਾ ਸੀਗਾ। ਤੇ ਜਿਹੜੇ ਮੇਰੇ ਛੋਟੇ ਬੱਚੇ, ਇੱਕ ਮੇਰਾ 3 ਮਹੀਨੇ ਦਾ ਸੀ, ਇੱਕ 5 ਮਹੀਨੇ ਦਾ, ਉਹ ਮੈਂ ਲਾਲਿਆਂ ਦੇ ਘਰ ਦੇ ਦਿੱਤਾ। ਮੈਂ ਕਿਹਾ ਜੇ ਅਸੀਂ ਬਚ ਗਏ ਤੇ ਅਸੀਂ ਲੈ ਜਾਵਾਂਗੇ, ਨਹੀਂ ਬਚ ਗਏ ਤੇ ਫਿਰ ਤੁਸੀਂ ਰੱਖ ਲਿਓ, ਜਾਂ ਯਤੀਮ ਖਾਨੇ ਦੇ ਦਿਓ ਸਾਡੇ ਬੱਚਿਆਂ ਨੂੰ। ਬਸ ਉਸ ਤੋਂ ਬਾਅਦ ਸਾਡੀ ਕਿਸੇ ਨੇ, ਪੁਲਿਸ ਨੇ ਸੁਣਵਾਈ ਨਹੀਂ ਕੀਤੀ। ਕਿਸੇ ਨੇ ਸਾਡੇ ਘਰ ਨੂੰ ਅੱਗ ਲਾ ਦਿੱਤੀ। ਅਸੀਂ ਬਾਹਰ ਕਦੀ ਕਿਸੇ ਦੇ ਘਰ ਲੁਕੀਏ, ਕਦੀ ਕਿਸੇ ਦੇ ਘਰ ਲੁਕੀਏ। ਫਿਰ ਪੁਲਿਸ ਨੇ ਗੱਡੀਆਂ ਲਿਆਂਦੀਆਂ, ਕਹਿੰਦੇ ਜੇ ਗੱਡੀਆਂ 'ਚ ਬੈਠੋ ਤੁਹਾਨੂੰ ਕੈਂਪਾਂ 'ਚ ਛੱਡਣਾ। ਸਾਨੂੰ ਤਦ ਵੀ ਡਰ ਲੱਗਿਆ ਵੀ ਅਸੀਂ ਜੇ ਗੱਡੀਆਂ 'ਚ ਬਹਿ ਗਏ ਕਿਤੇ ਸਾਨੂੰ ਖੜ ਕੇ ਮਾਰ ਹੀ ਨਾ ਦੇਣ। ਫਿਰ ਸਾਡੇ ਕੋਲ ਕੋਈ ਰਸਤਾ ਹੀ ਨਹੀਂ ਸੀਗਾ, ਨਾ ਸਾਡੇ ਕੋਲ ਕੋਈ ਚੁੰਨੀਆਂ, ਨਾ ਸਾਡੇ ਕੋਲ ਕੋਈ ਜੁੱਤੀਆਂ, ਕੁਛ ਨਹੀਂ ਸੀ। ਅਸੀਂ ਉੱਦਾਂ ਹੀ ਜਾ ਕੇ ਫਿਰ ਉਹਨਾਂ ਦੇ ਨਾਲ ਗੱਡੀਆਂ 'ਚ ਬਹਿ ਕੇ ਤੇ ਸਾਨੂੰ ਰਾਧੂ ਪੈਲਸ ਕੈਂਪ 'ਚ ਸੁੱਟਿਆ ਇਹਨਾਂ ਨੇ। ਸਰਦਾਰ ਜੀ ਸਾਡੇ ਅਸਾਮ ਗਏ ਸੀ, ਉਹਨਾਂ ਦੀ ਗੱਡੀ ਨੂੰ ਵੀ ਅੱਗ ਲਾਤੀ ਸੀਗੀ ਇਹਨਾਂ ਨੇ। ਤੇ ਮੁੜ ਕੇ ਉਹ ਵੀ ਬੜੀ ਮੁਸ਼ਕਲ ਬਚ ਕੇ ਲੇਡੀਜ਼ ਦੇ ਡੱਬੇ 'ਚ ਬਚ ਕੇ ਉਹਨਾਂ ਦੇ ਬਹਿ ਕੇ ਵਿੱਚ ਤਾਂ ਇੱਥੇ ਤੱਕ ਪਹੁੰਚੇ। ਸਾਨੂੰ ਸਰਦਾਰ ਜੀ ਸਾਡੇ ਤੇ ਮੇਰਾ ਦੇਰ ਸਾਨੂੰ 25 ਦਿਨਾਂ ਬਾਅਦ ਮਿਲੇ। ਉਹ ਵੀ ਰੁਲੇ ਹੋਏ ਕੱਪੜੇ, ਪਾਟੇ ਪਏ, ਬੁਰਾ ਹਾਲ, ਗੰਦੇ ਕੱਪੜੇ। ਉਹ ਰਾਧੂ ਪੈਲਸ ਸਾਨੂੰ ਵਿਚਾਰੇ ਘਰ ਆਏ ਸਾਡੇ ਲੱਭਣ ਵਾਸਤੇ। ਘਰ ਸਾਡਾ ਖੰਡਰ ਹੋਇਆ ਪਿਆ ਸੀਗਾ। ਉਹਨਾਂ ਨੇ ਗਵਾਂਢੀਆਂ ਨੇ ਕਿਹਾ, ਕਹਿੰਦੇ ਉਹ ਤੇ ਰਾਧੂ ਪੈਲਸ ਕੈਂਪ 'ਚ ਚਲੇ ਗਏ। ਕੋਈ ਜਰਨਲ ਸੀਗਾ, ਉਹਨਾਂ ਨੂੰ ਲੈ ਕੇ ਆਇਆ ਹੋਇਆ ਮਿਲਟਰੀ ਦਾ,
ਤੇ ਉਹਨਾਂ ਨੇ ਫਿਰ ਸਾਨੂੰ ਰਾਧੂ ਪੈਲਸ ਕੈਂਪ 'ਚ ਛੱਡਿਆ। ਜਦੋਂ ਅਸੀਂ ਦੇਖਿਆ ਸਾਨੂੰ ਸ਼ਕਲਾਂ ਹੀ ਨਾ ਸਾਡੇ ਕੋਲ ਪਛਾਣੀਆਂ ਜਾਣ, ਇੰਨਾ ਬੁਰਾ ਹਾਲ ਉਹਨਾਂ ਦਾ। 2 ਮਹੀਨੇ ਅਸੀਂ ਕੈਂਪ 'ਚ ਉੱਥੇ ਧੱਕੇ ਖਾਧੇ। ਉਸ ਤੋਂ ਬਾਅਦ ਮੇਰੇ ਸਹੁਰੇ ਆਏ ਤੇ ਉਹ ਲੈ ਕੇ ਗਏ, ਕਿਉਂਕਿ ਹਰ ਬੰਦੇ ਨੂੰ ਉੱਥੇ ਪਰੇਸ਼ਾਨ ਡਰ ਸੀਗਾ ਵੀ ਸਾਨੂੰ ਨਾ ਕੁਛ ਕਰ ਦੇਣ, ਸਾਨੂੰ ਨਾ ਕੁਛ ਕਰ ਦੇਣ। ਬਸ 2 ਮਹੀਨੇ ਬਾਅਦ ਫਿਰ ਅਸੀਂ ਆਪਣੇ ਮੈਂ ਸਹੁਰੇ ਚਲੇ ਗਏ ਬਟਾਲੇ। ਉਸ ਤੋਂ ਬਾਅਦ ਫਿਰ ਆਪਣਾ ਜਿਹੜਾ ਸਾਡਾ ਘਰ ਸੀਗਾ ਉੱਥੇ ਮੇਰੇ ਡੈਡੀ ਦਾ ਬਾਅਦ ਵਿੱਚ ਠੀਕ ਠਾਕ ਕਰਾਇਆ। ਫਿਰ ਡੈਡੀ ਦਾ ਅਖੰਡ ਪਾਠ ਰਖਾਇਆ। ਜਿਸ ਦਿਨ ਅਖੰਡ ਪਾਠ ਦਾ ਭੋਗ ਪਿਆ ਅਰਦਾਸ ਹੋ ਰਹੀ, ਉਸ ਦਿਨ ਮੇਰੀ ਦਾਦੀ ਪੂਰੀ ਹੋ ਗਈ ਡੈਡੀ ਦੇ ਗਮ ਵਿੱਚ ਮੇਰੇ ਦੇ। ਸਾਡਾ ਤਾਂ ਸਾਰਾ ਕੁਝ ਉੱਜੜ ਗਿਆ ਸੀ, ਉੱਥੇ ਖਤਮ ਕਰਤਾ। ਅਸੀਂ ਅੱਜ ਤੱਕ ਨਹੀਂ ਆਬਾਦ ਹੋ ਪਾਏ ਉੱਥੋਂ। ਉਸ ਤੋਂ ਬਾਅਦ ਤੁਸੀਂ ਕਿਹਾ ਕਿ ਜਦੋਂ ਤੁਸੀਂ ਆਪਣੇ ਛੋਟੇ ਜੋ ਬੱਚੇ ਸੀਗੇ ਉਹਨਾਂ ਦੇ ਵਾਲ ਕੱਟ ਦਿੱਤੇ ਸੀ, ਮੈਂ ਕਿ ਉਸ ਸਮੇਂ ਇਹ ਚੀਜ਼ ਹੋ ਗਈ ਸੀ ਕਿ ਜਿਹੜਾ ਕੋਈ ਸਿੱਖ ਦਿਖਾਈ ਦੇਗਾ ਉਸ ਨੂੰ ਮਾਰਨਾ ਹੈ? ਉਹਨੂੰ ਮਾਰਦੇ ਸੀਗੇ, ਤਾਂ ਹੀ ਅਸੀਂ ਆਪਣੇ ਬੱਚਿਆਂ ਦੇ ਵਾਲ ਕੱਟੇ। ਮੇਰੇ ਡੈਡੀ ਕਹਿੰਦੇ ਵਾਲ ਨਹੀਂ ਕੱਟਣੇ, ਮਰਦੇ ਆ ਤੇ ਮਾਰ ਦੋ, ਮਾਰ ਦੇਣ, ਤੁਸੀਂ ਵਾਲ ਨਹੀਂ ਕੱਟਣੇ। ਪਰ ਸਾਨੂੰ ਮਜਬੂਰੀ ਨੂੰ ਵਾਲ ਕੱਟ। ਅਸੀਂ ਮੁਰਗਿਆਂ ਦੇ ਜਿਹੜਾ ਹੁੰਦਾ ਨਾ ਖੁੱਡਾ ਬਣਾਇਆ ਹੋਇਆ, ਉਹਨਾਂ ਦੇ ਵਿੱਚ ਬੱਚੇ ਅਸੀਂ ਵਲੇਟ ਕੇ ਸੁੱਟੇ। ਉਹਦੇ ਵਿੱਚ ਤਲਾਸ਼ੀਆਂ ਲੈ ਰਹੇ ਸੀ ਅਸੀਂ, ਉਹਨਾਂ ਦੇ ਵਿੱਚ ਵਾੜੇ ਬੱਚੇ ਆਪਣੇ ਖੁੱਡਿਆਂ ਦੇ ਵਿੱਚ ਵੀ ਚੱਲ ਸਾਡੇ ਬੱਚੇ ਬਚ ਜਾਣ। ਮੇਰੇ ਬੱਚੇ ਤੇ ਚਲੋ ਛੋਟੇ ਸੀਗੇ, ਉਹਨਾਂ ਨੂੰ ਕੋਈ ਨਹੀਂ। ਭਰਾ ਮੇਰੇ ਸੀਗੇ, ਕੋਈ ਇੱਕ 9 ਸਾਲ ਦਾ ਸੀ, ਇੱਕ 7 ਸਾਲ ਦਾ ਸੀ। ਉਹਨਾਂ ਨੂੰ ਅਸੀਂ ਬੋਰੀਆਂ ਕੱਪੜਿਆਂ 'ਚ ਵਲੇਟ ਕੇ ਖੁੱਡਿਆਂ ਦੇ ਵਿੱਚ ਸੁੱਟਿਆ ਤੇ ਅੱਗੇ ਮੁਰਗੀਆਂ ਸੀਗੀਆਂ, ਪਿੱਛੇ ਉਹਨਾਂ ਨੂੰ ਪਾਇਆ। ਵੱਡੇ ਖੁੱਡੇ ਸੀਗੇ, ਉੱਥੇ ਅਸੀਂ ਵਾੜ ਕੇ ਉਹਨਾਂ ਦੀਆਂ ਜਾਨਾਂ ਬਚਾਈਆਂ ਆਪਣੇ ਭਰਾਵਾਂ ਦੀਆਂ। ਉਹ ਜੋ ਇੱਕ ਡਰ ਬੈਠ ਗਿਆ 1984 ਦਾ ਤੁਹਾਡੇ ਮਨ 'ਚ, ਉਹ ਕਦੇ ਨਿਕਲ ਨਹੀਂ ਸਕਦਾ ਨਾ? ਨਿਕਲ ਸਕਦਾ। ਸਾਡੇ ਤੇ ਜਦੋਂ ਚੇਤਾ ਆਉਂਦਾ ਸਾਡੇ ਤੇ ਲੋਈ ਕੰਡੇ ਖੜੇ ਹੋ ਜਾਂਦੇ ਵੀ ਇਹ ਕੀ ਬਣ ਗਿਆ ਸੀ ਸਾਡੇ ਨਾਲ। ਐਡਾ ਹੱਸਦਾ ਖੇਸਦਾ ਪਰਿਵਾਰ ਸੀ ਸਾਡੇ ਨਾਲ, ਕੀ ਸਾਡੀ ਹਾਲਾਤ ਕਰ ਦਿੱਤੀ ਇਹਨਾਂ ਨੇ ਬਹੁਤ। ਮੇਰਾ ਮੰਮੀ ਉਹਨਾਂ ਦਾ S66 ਸੀ ਸਕੂਲ ਬਲਾਕ 'ਚ, ਮੇਰਾ S212 ਸੀ ਮਕਾਨ ਨੰਬਰ, ਥੋੜਾ ਹਟਵਾ ਸੀ ਥੋੜਾ ਜਿਹਾ। ਮੇਰੀ ਮੰਮੀ ਨੂੰ ਦੰਦਲਾਂ ਪੈਂਦੀਆਂ ਸੀ ਜਦੋਂ ਪਤਾ ਲੱਗਾ ਵੀ ਇੱਦਾਂ ਡੈਡੀ ਮਾਰ ਦਿੱਤੇ। ਉਹਨਾਂ ਨੂੰ ਹੋਸ਼ ਹੀ ਨਹੀਂ ਸੀ ਕੁਛ ਵੀ, ਕੀ ਬਣ ਗਿਆ ਸਾਡੇ ਨਾਲ, ਕਿੱਦਾਂ ਦਾ ਸਾਡਾ ਘਰ ਖਿੜਿਆ ਪਰਿਵਾਰ ਸੀ ਤੇ ਕੀ ਸਾਡਾ ਰੋਣਾ, ਘਰ 'ਚ ਰੋਣਾ ਰੱਪਾ ਸਾਰਾ ਪੈ ਗਿਆ। ਸਾਨੂੰ ਤਾਂ ਕੁਛ ਹੋਸ਼ ਹੀ ਨਹੀਂ ਸੀਗੀ ਕੀ ਬਣਿਆ ਸਾਡੇ ਨਾਲ। ਤੁਹਾਡਾ ਸੋਚ ਵੀ ਨਹੀਂ ਸਕਦੇ ਸੀ ਵੀ ਸਾਡੇ ਨਾਲ ਇੰਨਾ ਕੁਛ ਹੋ ਜਾਏਗਾ। ਸਾਰੀ ਘਰ ਲੁੱਟ ਲਿਆ ਸਾਡਾ, ਕੋਈ ਪੈਸਾ ਨਹੀਂ ਸਾਡੇ ਕੋਲ, ਕੋਈ ਕੁਛ ਨਹੀਂ। ਅਸੀਂ ਤੇ ਇਹੋ ਜਿਹੇ ਹਾਲਾਤਾਂ 'ਚ ਸਾਨੂੰ SDM ਨੇ ਪੈਸੇ ਦਿੱਤੇ ਦਿੱਲੀ, ਤਦ ਅਸੀਂ ਬਟਾਲੇ ਪਹੁੰਚੇ ਆਪਣੇ ਸਹੁਰਿਆਂ ਦੇ ਘਰ। ਸਾਡੇ ਕੋਲ ਪੈਸਾ ਵੀ ਕੋਈ ਨਹੀਂ ਸੀ, ਇੰਨੀ ਬੁਰੀ ਹਾਲ ਸਾਡੀ ਕਰ ਦਿੱਤੀ ਸੀ। ਤੁਸੀਂ ਜਿੱਦਾਂ ਦੱਸਿਆ ਕਿ 2,000 ਰੁਪਇਆ ਸਾਨੂੰ SDM ਨੇ ਦਿੱਤਾ, ਤਦ ਅਸੀਂ ਆਪਣੇ ਘਰ ਆਪਣੇ ਪਰਿਵਾਰ 'ਚ ਪਹੁੰਚੇ ਅਸੀਂ ਜਾ ਕੇ। ਤੁਸੀਂ ਦੱਸਿਆ ਕਿ ਤੁਹਾਡੇ ਗੱਡੀਆਂ ਵੀ ਸੀ, ਘਰ ਬਹੁਤ ਵਧੀਆ ਸੀ, ਤੇ ਤੁਸੀਂ ਆਪਣੇ ਘਰ, ਜ਼ਮੀਨ, ਪੈਸਾ, ਗੱਡੀਆਂ ਸਭ ਦਿੱਲੀ ਛੱਡ ਆਏ, ਫਿਰ ਪੰਜਾਬ ਆ ਗਏ। ਪੰਜਾਬ ਆ ਕੇ ਕੀ ਸਰਕਾਰਾਂ ਨੇ ਤੁਹਾਡਾ ਸਾਥ ਕਿਸੇ ਦਿੱਤਾ? ਨੇ ਸਾਡਾ ਕੋਈ ਸਾਥ ਨਹੀਂ ਦਿੱਤਾ, ਕਿਸੇ ਨੇ ਕੋਈ ਸਾਥ ਨਹੀਂ ਦਿੱਤਾ। ਬਸ ਅਸੀਂ ਆਪਣੇ ਪੈਰ, ਉੱਥੇ ਵੀ ਸਾਡਾ ਕਿਸੇ ਨੇ ਕੋਈ ਸਾਥ ਨਹੀਂ ਦਿੱਤਾ। ਫਿਰ ਹਾਰ ਕੇ ਅਸੀਂ ਇੱਥੇ ਮੋਹਾਲੀ 'ਚ ਆਏ ਹਾਂ। ਮੋਹਾਲੀ 'ਚ ਆ ਕੇ ਦਿਹਾੜੀਆਂ ਕਰਦੇ ਰਹੇ। ਪਹਿਲਾਂ ਸਰਦਾਰ ਜੀ ਲੱਕੜੀ ਦਾ ਕੰਮ ਕਰਦੇ ਸੀ, ਥੋੜ੍ਹਾ ਬਹੁਤਾ ਦਿਹਾੜੀ। ਅਸੀਂ ਅੱਜ ਤੱਕ ਮਤਲਬ ਉਹ ਜਗ੍ਹਾ 'ਤੇ ਸੈੱਟ ਨਹੀਂ ਹੋ ਪਾਏ ਮੁੜ ਕੇ। ਜੋ ਸਾਡੀ ਉੱਥੇ ਸਾਡੀਆਂ ਫਰਨੀਚਰ ਦੀਆਂ ਦੁਕਾਨਾਂ ਸੀ, ਸਭ ਕੁਝ ਸੀਗਾ, ਸਭ ਸਾੜ ਕੇ ਸਵਾਹ ਕਰ ਦਿੱਤੀਆਂ ਮੁੜ ਕੇ ਸਾਨੂੰ। ਅਸੀਂ ਉਸ ਜਗ੍ਹਾ, ਉਸ ਲਾਈਨ 'ਤੇ ਮੁੜ ਕੇ ਪਹੁੰਚ ਹੀ ਨਹੀਂ ਪਾਏ ਸੀਗੇ। ਉਹਨਾਂ ਨੇ ਸਾਡੇ ਗੁਰਦੁਆਰੇ ਦੇ ਵਿੱਚ ਪੰਨਿਆਂ ਦੇ ਵਿੱਚ ਆਪਣਾ ਬੀੜੀਆਂ ਪੀ ਕੇ ਵਿੱਚ ਇੱਦਾਂ ਕੇ ਵਿੱਚ ਪੰਨਿਆਂ 'ਚ ਲਾ ਰਹੇ ਸੀ। ਬਾਬਾ ਜੀ ਦੇ ਸਰੀਰ ਦੇ ਵਿੱਚ ਇੱਦਾਂ ਖਬੋ ਰਹੇ ਸੀ ਬੀੜੀਆਂ। ਪਿਸ਼ਾਬ ਕੀਤਾ ਉਹਨਾਂ ਨੇ ਸਾਡੇ ਉੱਥੇ ਸਾਰਿਆਂ ਦੇ ਸਾਹਮਣੇ, ਬੀੜੀ ਦੇ ਉੱਤੇ ਪਿਸ਼ਾਬ ਕੀਤਾ ਇਹਨਾਂ ਨੇ, ਕੰਜਰਾਂ ਨੇ। ਯਾਨੀ ਕਿ ਕਿਤੇ ਨਾ ਕਿਤੇ ਰਾਜਨੀਤੀ ਤੋਂ ਪ੍ਰੇਰਿਤ ਹੈ? ਨਹੀਂ, ਉਹਨਾਂ ਨੇ ਕਿਹਾ ਸੀਗਾ ਰਾਜਨੀਤੀ 'ਚ। ਉਹ ਕਹਿ ਰਹੇ ਸੀ, ਕਹਿੰਦੇ ਜਦੋਂ ਐਡਾ ਵੱਡਾ ਪੇੜ ਡਿੱਗਦਾ ਵਾ ਤੇ ਆਪਣਾ ਇਹ ਜ਼ਮੀਨ ਤੇ ਹਿਲਦੀ ਹੋਈ ਆ, ਇਹ ਤੇ ਹਿੱਲਣੀ ਹੋਈ ਆ ਜੀ। ਕਿਸੇ ਨੇ ਸਾਥ ਨਹੀਂ ਦਿੱਤਾ, ਕਿਸੇ ਪੁਲਿਸ ਨੇ ਸਾਥ ਨਹੀਂ ਦਿੱਤਾ, ਕਿਸੇ ਮਿਨਿਸਟਰ ਨੇ ਸਾਥ ਨਹੀਂ ਦਿੱਤਾ। ਸਾਡਾ HKL ਭਗਤ ਸੀ ਸਾਡੇ ਉੱਧਰ, ਉਹ ਰਾਤ ਸ਼ਾਮ ਨੂੰ ਸਾਡੇ ਉੱਥੇ ਕੈਂਪ 'ਚ ਕੰਬਲ ਲੈ ਕੇ ਆਇਆ। ਅਸੀਂ ਤੇ ਕੰਬਲ ਵੀ ਸੁੱਟ ਦਿੱਤੇ ਵੀ ਸਾਨੂੰ ਕੰਬਲ ਨਹੀਂ ਚਾਹੀਦੇ। ਜਿੱਥੇ ਸਾਡੇ ਪਰਿਵਾਰ ਮਰ ਗਏ, ਸਾਡਾ ਕੀ ਜੀਣ ਦਾ ਕੀ ਹੱਕ ਆ, ਕੀ ਅਧਿਕਾਰ ਆ ਸਾਡਾ ਜੀਣ ਦਾ? ਕੋਈ ਅਧਿਕਾਰ ਨਹੀਂ। ਐਡੇ ਸ਼ੇਰਾਂ ਵਰਗੇ ਜਵਾਨ ਮਾਰ ਦਿੱਤੇ ਸਾਡੇ। ਹੁਣ ਵੀ ਕਦੇ ਡਰ ਲੱਗਦਾ ਹੈ ਕਿ ਡਰ ਕੇ ਕਿੱਦਾਂ ਦਾ ਮਾਹੌਲ ਤੁਸੀਂ? ਸਾਨੂੰ ਤਾਂ ਉਹ ਜਦੋਂ ਰਾਤ ਨੂੰ ਕਈ ਵਾਰ ਸੁਪਨੇ 'ਚ ਵੀ ਆਉਂਦਾ ਤੇ ਸਾਨੂੰ ਐਂ ਲੱਗਦਾ ਵੀ ਹੁਣ ਵੀ ਕੁਝ ਹੋ ਗਿਆ, ਹੁਣ ਵੀ ਕੁਝ ਹੋ ਗਿਆ। ਬਸ ਸਾਨੂੰ ਇਹੀ ਲੱਗਦਾ ਰਹਿੰਦਾ, ਕਿਉਂਕਿ ਅਸੀਂ ਉੱਥੇ ਰਹੇ ਹਾਂ ਨਾ ਜਾ ਕੇ। ਸਾਨੂੰ ਇਹ ਚੀਕਾਂ ਦੀਆਂ ਆਵਾਜ਼ਾਂ, ਮੇਰੇ ਅਜੇ ਵੀ ਮੈਂ ਸੋਨੀ, ਮੈਨੂੰ ਚੀਕਾਂ ਦੀਆਂ ਆਵਾਜ਼ਾਂ ਮੇਰੇ ਕੰਨਾਂ 'ਚ ਪੈਂਦੀਆਂ। ਸਾਡੇ ਅੱਗੇ ਗਰਾਊਂਡ ਸੀ, ਉੱਥੇ ਲਿਆ ਕੇ ਮਾਰ ਰਹੇ ਸੀ ਲੋਕੀ, ਚੀਕਾਂ ਮਾਰਦੇ ਸੀ ਨਾ। ਉਹ ਸਾਡੀ ਗੂੰਜ ਸਾਡੇ ਕੰਨਾਂ 'ਚ ਅਜੇ ਤੱਕ ਵੀ ਆਉਂਦੀ ਆ ਉੱਦਾਂ ਹੀ। ਇਸ ਸਮੇਂ ਜੋ ਹੁਣ ਦਾ ਟਾਈਮ ਚੱਲ ਰਿਹਾ ਹੈ, ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹੋ?
ਕਾਹਦੀ ਸੁਰੱਖਿਆ ਮਹਿਸੂਸ, ਜਦੋਂ ਸਾਡੇ ਜੀਓ ਹੀ ਚਲੇ ਗਏ ਕਾਹਦੀ ਸੁਰੱਖਿਆ ਸਾਡੀ? ਸਾਨੂੰ ਤੇ ਅੱਜ ਵੀ ਕੁਝ ਕਰ ਦੇਣ ਸਾਨੂੰ ਕੋਈ ਪਰਵਾਹ ਨਹੀਂ ਆ। ਸਾਡੇ ਨਾਲ ਅੱਜ ਵੀ ਜੋ ਮਰਜ਼ੀ, ਅੱਜ ਇੱਥੇ ਨਰਿੰਦਰ ਕੌਰ ਪੱਪੀ ਰਹਿੰਦੀ ਹੈ ਸਾਡੇ ਬਿਲਕੁਲ ਨਾਲ ਰਹਿੰਦੀ ਸੀਗੀ, ਇਹਨਾਂ ਦੇ ਨਾਲ ਵੀ ਬਹੁਤ ਕੁਝ ਹੋਇਆ। ਸਾਡੇ ਜਿਹੜੀ ਇੱਥੇ ਦੀ ਪ੍ਰਧਾਨ ਸੀਗੀ ਪਹਿਲਾਂ ਉਹ ਵੀ ਕੀਤਾ ਸੀਗਾ, ਉਹ ਨਹੀਂ ਆ ਪਾ ਰਹੀ, ਉਹਨਾਂ ਦੇ ਨਾਲ ਵੀ ਬਹੁਤ ਕੁਝ ਹੋਇਆ। ਉਹਨਾਂ ਦਾ ਤੇ ਸਾਡਾ ਬਿਲਕੁਲ ਨਾਲ ਨਾਲ ਸੀ, ਉਹਦਾ ਪੁੱਲ ਦੇ ਇੱਧਰ ਸੀ, ਸਾਡਾ ਪੁੱਲ ਦੇ ਇੱਧਰ ਸੀਗਾ, ਬਸ ਇੰਨਾ ਹੀ ਫਰਕ ਸੀ। ਉਹਨਾਂ ਦੇ ਨਾਲ ਵੀ ਬਹੁਤ ਜ਼ਿਆਦਤੀ ਹੋਈ, ਉਹਨਾਂ ਨੂੰ ਉਹਦੇ ਆਦਮੀ ਨੂੰ ਤੇ ਕੁੱਟ ਮਾਰ ਕੇ ਬੇਹੋਸ਼ ਕਰਕੇ ਮਾਰ ਕੇ ਸੁੱਟ ਗਏ ਸੀ ਆਪਣੇ ਵੱਲੋਂ। ਵਿਚਾਰਾ ਪਤਾ ਨਹੀਂ ਕਿੱਦਾਂ ਬਚਿਆ, ਉਹ ਵੀ ਕਿੱਦਾਂ ਨਹੀਂ। ਤੇ ਬਹੁਤ ਦੁਨੀਆ ਮਾਰੀ ਸਾਡੇ ਉੱਥੇ, ਸਾਡੇ ਲਾਗੇ ਸਾਡੀ ਗਲੀ ਦੇ ਵਿੱਚ ਜਿੰਨੇ ਸਰਦਾਰ ਸੀ ਕੋਈ ਸਰਦਾਰ ਨਹੀਂ ਬਚਿਆ ਸਾਡੇ ਉੱਧਰ, ਸਭ ਮਾਰੇ। ਕੋਈ ਟਾਵਾ, ਇੱਕ ਚੱਕੀ ਵਾਲਾ ਸਾਹਿਬ ਚੱਕੀ ਵਾਲਾ ਨਾ ਜਿਹੜਾ ਉਹ ਬਚਿਆ ਇੱਥੇ, ਤੇ ਉਹਦਾ ਇੱਕ ਭਰਾ ਬਚਿਆ ਸੀ, ਬਸ 2 ਜਣੇ। ਉਹਨਾਂ ਦੇ ਘਰ ਦੇ ਵੀ ਬਹੁਤ ਬੰਦੇ ਮਾਰੇ ਇਹਨਾਂ ਨੇ, ਸਾਡੇ ਨਾਲ ਨਾਲ ਸੀਗੇ ਮਤਲਬ ਸਾਰੇ। ਤੇ ਇਹ ਜੋ ਕਲੋਨੀ ਹੈ ਜਿੱਤੇ ਵਿੱਚ ਤੁਸੀਂ ਰਹਿ ਰਹੇ ਹੋ, ਇਹ ਮਤਲਬ ਕਿ ਤੁਹਾਨੂੰ ਸਰਕਾਰ ਵੱਲੋਂ ਇਹ ਦਿੱਤਾ ਗਿਆ ਘਰ ਜਾਂ ਕਿਸ ਤਰੀਕੇ ਨਾਲ? ਸਰਕਾਰ ਵੱਲੋਂ ਦਿੱਤਾ, ਪਰ ਪੈਸਿਆਂ ਨਾਲ ਦਿੱਤਾ, ਕੋਈ ਸਾਨੂੰ ਫ੍ਰੀ ਥੋੜੀ ਦਿੱਤਾ ਉਹਨਾਂ ਨੇ। ਅੱਛਾ, ਇਹ ਪੈਸੇ ਲੈ ਕੇ ਤੁਹਾਡੇ ਤੋਂ? ਦਿੱਤਾ ਜੀ, ਹਾਂਜੀ। ਅੱਛਾ, 33 ਲੱਖ ਦੇ ਦਿੱਤੇ ਸੀ, ਤੇ ਉੱਤੇ 33,000 ਦੇ ਦਿੱਤੇ, ਉੱਤੇ 50,000 ਰੁਪਇਆ ਪੈਨਲਟੀਆਂ ਪਾਤੀਆਂ, ਲੱਖ ਪੈਨਲਟੀਆਂ ਪਾਤੀਆਂ, ਨਹੀਂ ਦਿੱਤੇ ਗਏ ਪੈਸੇ। ਹੁਣ ਲੱਖ ਰੁਪਇਆ ਪੈਨਲਟੀਆਂ ਪਾਈਆਂ ਸਾਨੂੰ ਮਕਾਨਾਂ ਦੀਆਂ। ਲੋਕਾਂ ਦੇ ਮਕਾਨ ਕੈਂਸਲ ਕਰ ਛੱਡੇ ਸਾਡੇ, ਸਾਡਾ ਮਕਾਨ ਵੀ ਕੈਂਸਲ ਕਰ ਦਿੱਤਾ ਹੋਇਆ। ਜੇ ਅੱਜ ਸਾਨੂੰ ਇਹ ਕੱਢ ਦੇਣ, ਅਸੀਂ ਤਾਂ ਕਾਹੇ ਜੋਗੇ ਨਹੀਂ, ਨਾ ਉੱਧਰ ਜੋਗੇ ਨਾ ਹੀ ਉੱਧਰ ਜੋਗੇ। ਨਾ ਸਾਨੂੰ ਕਿਤੋਂ ਇੱਥੋਂ ਸਹਾਰਾ ਮਿਲਿਆ, ਨਾ ਸਾਨੂੰ ਕਿਸੇ ਨੇ ਬਾਹਰੋਂ ਸਹਾਰਾ ਦਿੱਤਾ, ਸਾਨੂੰ ਕਿਤੋਂ ਸਹਾਰਾ ਨਹੀਂ ਮਿਲਿਆ। ਅਸੀਂ ਧੱਕੇ ਖਾ ਰਹੇ ਹਾਂ ਆਪਣੇ ਘਰ 'ਚ ਇੱਥੇ, ਨਾ ਸਾਡੇ ਬੱਚੇ ਕਿਤੇ ਲੱਗੇ, ਬੱਚੇ ਵੀ ਸਾਡੇ ਰੁਲਦੇ ਫਿਰਦੇ ਇੱਥੇ, ਕੁਛ ਨਹੀਂ ਆ ਸਾਨੂੰ। ਦੁਬਾਰਾ ਕਦੀ ਦਿੱਲੀ ਉਸ ਆਪਣੀ ਥਾਂ ਨੂੰ 2 ਲੱਖ ਦਿੱਤਾ ਜਦੋਂ ਇਹ ਸਰਕਾਰ ਆਈ ਆ, ਕਿਹੜੀ ਉਹ ਦਿੱਲੀ ਦੀ ਸਰਕਾਰ, ਉਹ ਜਿਹੜੀ ਇਹਨਾਂ ਨੇ ਬਣਾਈ ਸੀ ਮਨਮੋਹਨ ਸਿੰਘ ਨੇ, ਉਹਨਾਂ ਨੇ ਕਿਹੜੀ ਮੈਨੂੰ ਦਿਮਾਗ 'ਚ ਨਹੀਂ ਆ ਰਿਹਾ, ਨਾਨਾਵਤੀ ਕਮਿਸ਼ਨ, ਉਹਨਾਂ ਨੇ 2 ਲੱਖ ਰੁਪਇਆ ਸਾਨੂੰ ਦਿੱਤਾ। ਬਸ ਉਹ ਹੀ ਸਾਨੂੰ ਸਹਾਇਤਾ ਮਿਲੀ। ਇੱਕ ਐਸਡੀਐਮ ਵੱਲੋਂ 2,000 ਰੁਪਇਆ ਸਾਨੂੰ ਮਿਲਿਆ ਸੀ ਬਸ, ਉਸ ਤੋਂ ਬਾਅਦ ਸਾਨੂੰ ਕੁਛ ਨਹੀਂ, ਕੋਈ ਮਦਦ ਨਹੀਂ ਮਿਲੀ। ਔਰ ਅਸੀਂ ਜਿਹੜੀ ਛੱਤ 'ਚ ਰਹਿ ਰਹੇ, ਇਹ ਵੀ ਛੱਤ ਦੇ ਪੈਸੇ ਨਹੀਂ ਅਸੀਂ ਤਾਰੇ, ਅਸੀਂ ਸਾਡੀ ਇੰਨੀ ਹਿੰਮਤ ਨਹੀਂ ਪੈਸੇ ਤਾਰ ਸਕੀ ਜਾਂ ਕੁਛ ਕਰ ਸਕੀ, ਨਾ ਸਾਨੂੰ ਕਿਤੋਂ। ਇੱਕ ਵਾਰੀ ਆਪਣਾ ਸਿੰਗਾਪੁਰ ਤੋਂ ਕੋਈ ਆਦਮੀ ਸੀਗਾ, ਉਹਨੇ ਸਾਨੂੰ ਸਪੋਰਟ ਕੀਤੀ, 3 ਮਹੀਨੇ ਸਾਨੂੰ 3,000 ਰੁਪਇਆ ਭੇਜਿਆ ਸੀ। ਉਸ ਤੋਂ ਬਾਅਦ ਫਿਰ ਉਹਨੇ ਵੀ ਕੁਛ ਨਹੀਂ ਭੇਜਿਆ, ਪਹਿਲਾਂ ਸਾਨੂੰ ਭੇਜਿਆ ਸੀ ਉਹਨੇ। ਸੇਵਾ ਸਿੰਘ ਸੀਗਾ, ਉਹਨਾਂ ਦੇ ਨਾ ਸੋਮਲ ਘੜੀਆਂ ਦੀ ਕੰਪਨੀ ਸੀ ਉੱਧਰ ਕਿਤੇ ਬਾਹਰ, ਉਹਨਾਂ ਨੇ ਭੇਜਿਆ ਸੀਗਾ ਸਾਨੂੰ 3,000 ਰੁਪਇਆ। ਵਿਡੋਆਂ ਨੂੰ ਭੇਜਿਆ ਸੀ ਪਤਾ ਨਹੀਂ 5,000 ਰੁਪਇਆ, ਇੱਦਾਂ ਕਰਕੇ ਕੁਛ ਕੀਤਾ ਸੀ ਉਹਨਾਂ ਨੇ। ਉਸ ਤੋਂ ਬਾਅਦ ਫਿਰ ਸਾਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਹੈਗਾ ਕਿੱਦਾਂ ਤੁਸੀਂ ਰਹਿ ਰਹੇ, ਕਿੱਦਾਂ ਨਹੀਂ। ਇੰਨੀਆਂ ਜਾਨਾਂ ਗਵਾ ਕੇ ਵੀ ਅਸੀਂ ਧੱਕੇ ਖਾ ਰਹੇ ਹਾਂ ਇੱਥੇ, ਤਾਂ ਵੀ ਸਾਨੂੰ ਕਿਸੇ ਸਰਕਾਰ ਨੇ ਨਹੀਂ ਪੁੱਛਿਆ ਆਣ ਕੇ ਵੀ ਤੁਸੀਂ ਕਿੱਦਾਂ ਰਹਿ ਰਹੇ ਇੱਥੇ, ਕਿੱਦਾਂ ਨਹੀਂ। ਦੁਬਾਰਾ ਕਦੀ ਦਿੱਲੀ ਗਏ ਉਸ ਥਾਂ ਤੇ ਜਿਸ ਥਾਂ ਤੇ ਤੁਹਾਡਾ ਘਰ ਸੀ? ਜਾ ਕੇ ਆਏ ਜੀ, ਭੁੱਲਦਾ ਥੋੜੀ ਆਪਣਾ ਮਕਾਨ। 200 ਗਜ ਦੇ ਵਿੱਚ ਸਾਡੀ ਕੋਠੀ ਸੀਗੀ ਉੱਥੇ। ਕਿਰਾਏਦਾਰ ਵੀ ਭੱਜ ਗਏ, ਸਭ ਕੁਝ ਭੱਜ ਗਿਆ। ਫਿਰ ਹਾਰ ਕੇ ਮੰਮੀ ਨੇ ਵੇਚ ਦਿੱਤਾ ਆਪਣਾ, ਬਹੁਤ ਸਸਤਾ ਵੇਚ ਕੇ ਆ ਗਏ ਸੀ ਉੱਥੇ। ਹੁਣ ਤੇ ਕਈ ਕਰੋੜਾਂ ਦੀ ਉੱਥੇ ਕੀਮਤ ਆ ਮੇਨ ਰੋਡ ਦੇ ਉੱਤੇ, ਉਦੋਂ ਤਾਂ 60-65 ਦਾ ਹੀ ਵੇਚ ਕੇ ਆ ਗਏ ਸੀ ਮੰਮੀ। ਵਾਕਈ ਹੀ ਇੱਕ ਅਜਿਹਾ ਦੁਖਾਂਤ ਜਿਨ੍ਹਾਂ ਨੂੰ ਸ਼ਬਦਾਂ ਦੇ ਵਿੱਚ ਅਸੀਂ ਬਿਆਨ ਨਹੀਂ ਕਰ ਸਕਦੇ, ਜਿੱਥੇ ਪਰਿਵਾਰ ਦੇ ਜੀਆਂ ਨੂੰ ਖੋਇਆ ਉਸ ਮੰਦਭਾਗੀ ਘਟਨਾ ਨੇ। ਗਲੀਆਂ ਚੋਂ ਕੱਢ ਕੇ, ਘਰਾਂ ਚੋਂ ਕੱਢ ਕੇ ਸਿੱਖਾਂ ਨੂੰ ਮਾਰਿਆ ਗਿਆ। ਸਾਲ ਦੇ ਬੱਚਿਆਂ ਨੂੰ ਮਾਰਿਆ ਇਹਨਾਂ, ਨਿੱਕੇ ਬੱਚਿਆਂ ਨੂੰ ਲੱਤਾਂ ਤੋਂ ਫੜ ਕੇ ਕੰਧਾਂ ਦੇ ਨਾਲ ਮਾਰਿਆ ਉਹਨਾਂ ਨੇ ਸਾਡੇ ਸਾਹਮਣੇ। ਕਿੱਦਾਂ ਬਰਦਾਸ਼ਤ ਕਰ ਲਈ ਅਸੀਂ, ਦੱਸੋ। ਇਤਿਹਾਸ ਵਿੱਚ ਅਸੀਂ ਪੜ੍ਹਦੇ ਹਾਂ ਵਜ਼ੀਰ ਖਾਨ ਹੁੰਦਾ ਸੀ, ਉਹਨੇ ਛੋਟੇ ਸਾਹਿਬਜ਼ਾਦਿਆਂ ਦੇ ਨੂੰ ਤਸੀਹੇ ਦਿੱਤੇ ਸੀ। ਪਰ ਅੱਜ ਦੀ ਟਾਈਮ 'ਚ ਦੇਖਿਆ ਜਾਵੇ ਤਾਂ ਅੱਜ ਦੇ ਸਮੇਂ 'ਚ ਵੀ ਵਜ਼ੀਰ ਖਾਂ ਘੱਟ ਨਹੀਂ ਹਨ, ਜਿਹੜੇ ਕਿ ਮਨੁੱਖਤਾ ਨੂੰ ਭੁਲਾ ਕੇ ਆਪਣੇ ਸਾਰੀਆਂ ਹੱਦਾਂ ਨੂੰ ਪਾਰ ਕਰ ਚੁੱਕੇ ਨੇ। ਪਰ ਸਰਕਾਰਾਂ ਨੂੰ ਤਾਂ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ। ਇਹਨਾਂ ਦਾ ਘਰ ਉੱਥੇ ਚਲਾ ਗਿਆ, ਉੱਥੇ ਰਹਿ ਗਿਆ, ਗੱਡੀਆਂ ਸਾੜ ਦਿੱਤੀਆਂ ਗਈਆਂ। ਇਹਨਾਂ ਦੇ ਪਿਤਾ ਜੀ, ਇਹਨਾਂ ਦੇ ਮਾਮਾ ਜੀ ਦੇ ਬੱਚੇ ਤੇ ਹੋਰ ਕਈ ਰਿਸ਼ਤੇਦਾਰ ਜਿਹੜੇ ਆ ਇਹਨਾਂ ਨੇ ਗਵਾ ਲਏ। ਇਹਨਾਂ ਸਭ ਕੁਝ ਹੋਣ ਦੇ ਬਾਵਜੂਦ ਇੱਕ ਤਾਂ ਇਨਸਾਫ ਨਹੀਂ ਮਿਲ ਰਿਹਾ, ਨਾ ਹੀ ਕੋਈ ਇਨਸਾਫ ਮਿਲ ਰਿਹਾ ਹੈ, ਗੁਨਾਹਗਾਰਾਂ ਨੂੰ ਕੋਈ ਸਜ਼ਾ ਨਹੀਂ ਹੋ ਰਹੀ। ਦੂਜੇ ਪਾਸੇ ਨਾ ਹੀ ਸਰਕਾਰਾਂ ਇਹਨਾਂ ਵੱਲ ਧਿਆਨ ਦੇ ਰਹੀਆਂ ਨੇ ਕਿ ਜਿਨ੍ਹਾਂ ਨੇ ਆਪਣਾ ਸਭ ਕੁਝ ਗਵਾ ਦਿੱਤਾ ਹੁਣ ਉਹ ਕਿਸ ਹਾਲਾਤ ਵਿੱਚ ਰਹਿ ਰਹੇ ਨੇ। ਲੋੜ ਹੈ ਸਿਰਫ
ਇਸ ਘਟਨਾ ਨੂੰ ਯਾਦ ਕਰਨ ਦੀ ਨਹੀਂ, ਬਲਕਿ ਸਰਕਾਰਾਂ ਨੂੰ ਇੱਧਰ ਧਿਆਨ ਦੇਣ ਦੀ ਕਿ ਜਿਹੜੇ ਪਿੱਛੇ ਰਹਿ ਗਏ ਆ ਉਹ ਕਿਵੇਂ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਨੇ। 1984 ਦਾ ਇੱਕ ਉਹ ਦੁਖਾਂਤ ਸੀ ਜਿਹਨੇ ਸਰੀਰਕ ਤੌਰ ਦੇ ਤਾਂ ਬਹੁਤ ਸਾਰੇ ਸਿੱਖਾਂ ਨੂੰ ਖੋਹ ਲਿਆ ਸਾਡੇ ਤੋਂ, ਪਰ ਜੋ ਇੱਕ ਮਾਨਸਿਕ ਯਾਤਨਾ ਜਾਂ ਮਾਨਸਿਕ ਦੁੱਖ ਜੋ ਉਸ ਸਮੇਂ ਜ਼ਿੰਦਾ ਰਹਿ ਗਏ ਉਹਨਾਂ ਲੋਕਾਂ ਦੇ ਵਿੱਚ ਭਰ ਚੁੱਕਾ ਹੈ। ਜਾਂ ਜਦੋਂ ਅਸੀਂ ਵੀ ਉਸ ਸਾਰੇ ਦੁਖਾਂਤ ਨੂੰ ਸੁਣਦੇ ਹਾਂ, ਪੜ੍ਹਦੇ ਹਾਂ, ਦੇਖਦੇ ਹਾਂ, ਜੋ ਇੱਕ ਤਕਲੀਫ ਅਸੀਂ ਮਹਿਸੂਸ ਕਰਦੇ ਹਾਂ, ਉਹ ਤਕਲੀਫ ਇਹਨਾਂ ਸਾਰਿਆਂ ਨੇ ਮਹਿਸੂਸ ਕੀਤੀ ਹੈ, ਕਿਉਂਕਿ ਇਹ ਉਸ ਥਾਂ 'ਤੇ ਸੀ, ਉਸ ਮੌਕੇ 'ਤੇ ਸੀ ਜਦੋਂ ਇਹ ਸਭ ਕੁਝ ਵਾਪਰ ਰਿਹਾ ਸੀ। ਸਾਡੇ ਨਾਲ ਮਾਤਾ ਜੀ ਨੇ। ਤੁਹਾਡਾ ਨਾਮ ਕੀ ਹੈ? ਕਸ਼ਮੀਰ ਕੌਰ। ਮਾਤਾ ਜੀ, ਤੁਸੀਂ ਉਸ ਸਮੇਂ ਉੱਥੇ ਸੀ, ਤੁਸੀਂ ਉਸ ਸਾਰੀ ਚੀਜ਼ ਨੂੰ ਦੇਖਿਆ ਹੈ। ਕੀ ਸੀ ਉਹ ਮੰਜ਼ਰ, ਕੀ ਸੀ, ਕੌਣ ਸ਼ਾਮਿਲ ਸੀ? ਕਿ ਮਤਲਬ ਉਹ ਲੋਕਲ ਕਮਿਊਨਿਟੀ ਦੇ ਲੋਕ ਸੀ ਜੋ ਆਪਸ ਵਿੱਚ ਲੜਾ ਦਿੱਤੇ ਗਏ, ਜਾਂ ਕਿ ਉਸ ਸਮੇਂ ਤੁਹਾਨੂੰ ਲੱਗਦਾ ਹੈ ਕਿ ਬਾਹਰੋਂ ਆ ਕੇ ਜਿਹੜੇ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਉਹ ਸਾਰਾ ਕੁਝ ਹੋ ਗਿਆ? ਤੁਸੀਂ ਸਾਰਾ ਕੁਝ ਖੁੱਲ੍ਹ ਕੇ ਦੱਸੋ। ਮੈਡਮ, ਗੱਲ ਇਹ ਹੈ, ਜਿਸ ਦਿਨ ਇਹ ਹਾਦਸਾ ਵਾਪਰਿਆ ਉਸ ਦਿਨ ਮੈਂ ਲੇਡੀ ਹਾਲਡਿੰਗ, ਮੇਰਾ ਆਪਰੇਸ਼ਨ ਹੋਇਆ ਸੀ ਪੈਂਡਿਕਸ ਦਾ। ਮੈਂ ਟਾਂਕੇ ਕਟਾ ਕੇ ਆਈ ਸੀ, ਟਾਂਕੇ ਕਟਾ ਕੇ ਆਈ। ਸਰਦਾਰ ਜੀ ਗੱਡੀ ਦਾ ਕੰਮ ਕਰਾਉਣ ਚੱਲ ਗਏ ਸ਼ਾਦਰੇ। ਅਸੀਂ ਭਜਨਪੁਰੇ ਰਹਿੰਦੇ ਸੀਗੇ ਜਮਨਾ ਪਾਰ, ਅਤੇ ਰੌਲਾ ਪੈ ਗਿਆ ਇੰਦਰਾ ਗਾਂਧੀ ਮਾਰਤੀ, ਇੰਦਰਾ ਗਾਂਧੀ ਮਾਰਤੀ। ਉਸ ਟਾਈਮ ਸਾਡੇ ਕੋਲ ਫੋਨ ਤਾਂ ਥੇ ਨਸਤੇ। ਅਤੇ ਫਿਰ ਜਦ ਰੌਲਾ ਪਿਆ, ਫਿਰ ਕਿਸੇ ਦੇ ਹੱਥ ਸੁਨੇਹਾ ਭੇਜਿਆ ਇਹਨਾਂ ਨੂੰ, ਇਹ ਬਚਦੇ ਬਚਾਉਂਦੇ ਆ ਗਏ। ਉਸ ਤੋਂ ਬਾਅਦ ਹਮਲੇ ਹੋਣੇ ਸ਼ੁਰੂ ਹੋ ਗਏ, ਹਜੂਮ ਆਉਣ ਲੱਗ ਗਏ ਰਾਤ ਨੂੰ 6 ਵਜੇ, 5:30 6 ਵਜੇ ਸ਼ੁਰੂ ਹੋ ਗਿਆ। ਅਤੇ ਜਿਹੜੇ ਲੋਕ ਸੀਗੇ ਉਹ ਬਈਏ ਲੋਕ ਸੀ, ਕਲੋਨੀ ਵਾਲੇ, ਝੁੰਗੀਆਂ ਵਾਲੇ। ਅਤੇ ਇਹ ਸਾਰਾ ਇਹਦੇ ਵਿੱਚ ਕਿਸੇ ਲੋਕਲ ਦਾ ਨਾ ਸੀ, ਕਿਸੇ ਕਿਉਂ ਜਿਨ੍ਹਾਂ ਗਲੀਆਂ ਮੁਹੱਲਿਆਂ 'ਚ ਅਸੀਂ ਰਹਿੰਦੇ ਅਤੇ ਉਹਨਾਂ ਲੋਕਾਂ ਨੇ ਸਾਨੂੰ ਬਚਾਇਆ ਹੈ। ਅਸੀਂ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਵੀ ਉਹ ਲੋਕਲ ਇਹਨਾਂ ਦੇ ਨਾਲ ਸੀ। ਸਾਡੇ ਗੁਰਦੁਆਰਾ ਸਾਹਿਬ 'ਤੇ 11 ਹਮਲੇ ਹੋਏ, ਜਦ 11 ਹਮਲੇ ਹੋਏ, 11ਵੇਂ ਹਮਲੇ 'ਚ ਫਿਰ ਸਾਨੂੰ ਕਹਿ ਦਿੱਤਾ ਵੀ ਤੁਸੀਂ ਹੁਣ ਬਚੋ। ਸਾਡੇ ਗੁਆਂਢੀਆਂ ਨੇ ਵੀ ਕਹਿ ਦਿੱਤਾ ਵੀ ਦੇਖੋ ਹੁਣ, ਉਹ ਕਹਿੰਦੇ ਵੀ ਅਸੀਂ ਤੁਹਾਡੇ ਘਰ ਫੂਕ ਦੇਣੇ, ਤੁਹਾਡੇ 'ਤੇ ਹਮਲੇ ਕਰਨੇ, ਵੀ ਹੁਣ ਤੁਸੀਂ ਆਪਣਾ ਬਚਾਅ ਕਰੋ। ਫਿਰ ਉਸ ਤੋਂ ਬਾਅਦ ਅਸੀਂ ਉੱਥੇ ਚਲੇ ਗਏ, ਆਪਣਾ ਕੈਂਪ ਸੀ ਜਮਨਾ ਪਾਰ, ਆਪਣਾ ਨਾਨਕਸਰ ਗੁਰਦੁਆਰੇ ਵਾਲਿਆਂ ਦਾ। ਉੱਥੇ ਗਏ, ਜਾਂਦਿਆਂ ਅਤੇ ਸਾਡੇ 'ਤੇ 5-6 ਹਮਲੇ ਹੋਏ ਸਾਡੀ ਗੱਡੀ 'ਤੇ। ਜਿੰਨੇ ਲੋਕ ਤੇ ਸਾਡੀ ਗਲੀ ਮਹੱਲੇ 'ਤੇ ਉਹ ਗੱਡੀ ਦੇ ਵਿੱਚ ਬਿਠਾ ਲਏ, ਅਤੇ ਮੈਂ ਵੀ ਬੈਠੀ ਹਾਂ। ਅਤੇ ਉੱਥੇ ਤੱਕ 5-6 ਹਮਲੇ ਹੋਏ। ਜਦ ਉੱਥੇ ਪਹੁੰਚੇ ਹਾਂ ਜੀ, ਉੱਥੇ ਕੁੜੀਆਂ ਦੇ ਚੂੜੇ ਟੁੱਟਣ, ਕੁੜੀਆਂ ਰੋਣ ਕਲਪਣ, ਜਿਨ੍ਹਾਂ ਦੇ ਬੰਦੇ ਮਾਰੇ। ਉਸ ਤੋਂ ਬਾਅਦ ਫਿਰ ਇਹਨਾਂ ਨੂੰ ਸਰਦਾਰ ਜੀ ਨੂੰ ਕਿਹਾ ਵੀ ਜਿਹੜੇ ਸਾਡੀ ਸਾਹਮਣੇ ਸਕੂਟਰਾਂ 'ਚੋਂ ਪੈਟਰੋਲ ਕੱਢ ਕੇ ਉਹਨਾਂ ਦੇ ਉੱਪਰ ਪਾ ਕੇ ਇੱਦਾਂ ਹੀ ਮੇਨ ਰੋਡ ਆ ਜਿੱਦਾਂ ਪਾਰਕ ਹੈ ਅਤੇ ਥੋੜ੍ਹਾ ਪਰਲੇ ਪਾਸੇ, ਅਤੇ ਕਹਿੰਦੇ ਬੰਦਰ ਕਾ ਨਾਚ ਦੇਖੋ, ਬੰਦਰ ਕਾ ਨਾਚ ਦੇਖੋ। ਜਦੋਂ ਤੜਫਦੇ ਸੀਗੇ ਪੈਟਰੋਲ ਪਾਏ ਵੇ। ਅਤੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਕਿਹਾ ਵੀ ਤੁਸੀਂ ਜਿਹੜੇ ਬਚੇ ਵੀ ਹੈਗੇ ਵੀ ਉਹਨਾਂ ਨੂੰ ਲੈ ਕੇ ਆਓ। ਇਹ ਗਏ ਆ ਲਾਸ਼ਾਂ ਪਰ, ਤੇ ਲੰਘ ਕੇ ਇੱਦਾਂ ਸਾਡੀ ਸਾਹਮਣੇ ਲਾਸ਼ਾਂ ਅੱਧ ਜਲੀਆਂ ਪਈਆਂ ਜਿਨ੍ਹਾਂ 'ਚੋਂ ਅਸੀਂ ਲੰਘੇ ਹਾਂ। ਅਤੇ ਜਦ ਇਹ ਗਏ ਹੈ ਬੱਚੇ ਡਰਨ ਵੀ ਪਤਾ ਨਹੀਂ ਕੌਣ ਆ ਕੇ ਇਹਨਾਂ ਨੇ ਮੂੰਹ ਨੰਗੇ ਕਰਕੇ ਦੱਸੇ। ਇੱਕ ਗੇੜਾ ਲਾਇਆ, ਦੂਜੇ ਗੇੜੇ 'ਚ ਇਹਨਾਂ ਨੂੰ ਅਟੈਕ ਹੋ ਗਿਆ। 6 ਡਾਕਟਰ ਆਏ ਇਹਨਾਂ ਨੂੰ ਚੈੱਕਅਪ ਕਰਨ। ਫਿਰ ਉਹਨਾਂ ਨੇ ਕਿਹਾ ਵੀ ਤੁਸੀਂ, ਬਾਬਾ ਜੀ ਨੇ ਕਿਹਾ ਵੀ ਤੁਸੀਂ ਇਹਨਾਂ ਨੂੰ ਰਹਿਣ ਦਿਓ, ਵੀ ਕਿਸੇ ਹੋਰ ਦੀ ਵੀ ਫੌਜੀ ਮਿਲਟਰੀ ਆਈ ਵੀ ਸੀਗੀ ਵੀ ਉਹਨਾਂ ਦੀ ਡਿਊਟੀ ਲਾਓ। ਚੱਲ ਇਹ ਠੀਕ ਨਾ ਸੀ, ਬਹੁਤ ਜ਼ਿਆਦਾ ਸੀਰੀਅਸ ਹਾਲਤ ਹੋ ਗਈ ਸੀ। ਅਤੇ ਉਸ ਤੋਂ ਬਾਅਦ ਜਦ ਅਸੀਂ ਕੈਂਪ 'ਚ ਗਏ, ਉੱਥੇ ਅਸੀਂ 15-20 ਦਿਨ ਰਹੇ ਹਾਂ ਕੈਂਪ ਦੇ ਵਿੱਚ। ਅਤੇ ਜੋ ਉੱਥੇ ਹਾਹਾਕਾਰ ਮੱਚਦੀ ਸੀ, ਸਾਨੂੰ ਮਤਲਬ ਜਿੰਨਾ ਵੀ ਸਿੱਖ ਕਮਿਊਨਿਟੀ ਸੀ ਉਹਨਾਂ ਨੇ ਸਾਡੀ ਹੈਲਪ ਕਰੀ, ਹੋਰ ਕਿਸੇ ਨੇ ਨਹੀਂ ਕਰੀ। ਕਿਉਂਕਿ ਹੋਰ ਤਾਂ ਕੋਈ ਤਾਂ ਕਰਦਾ ਜੇ ਉਹ ਸਾਡੇ ਹੱਕ 'ਚ ਹੁੰਦਾ। ਇਹ ਸਿੱਧਾ ਰਾਜੀਵ ਗਾਂਧੀ ਦਾ ਹਮਲਾ ਹੈ, ਸਿੱਧਾ ਕਾਂਗਰਸ ਸਰਕਾਰ ਨੇ ਕਰਾਇਆ, ਹੋਰ ਕੋਈ ਸਰਕਾਰ ਨਾ ਸੀ ਉਸ ਟਾਈਮ। ਕਿਉਂਕਿ ਇੰਦਰਾ ਗਾਂਧੀ ਨੇ ਅਕਾਲ ਤਖਤ 'ਤੇ ਅਟੈਕ ਕਰਾਇਆ। ਉਹ ਸਿੱਖਾਂ ਦੀ ਸਰਮੌਰ ਸੰਸਥਾ ਹੈ, ਅਗਰ ਉਹਨੂੰ ਢਾਓਗੇ ਤਾਂ ਸਿੱਖਾਂ ਦਾ ਤਾਂ ਖੂਨ ਖੋਲ੍ਹੇਗਾ।
ਇੱਕ ਇੰਦਰਾ ਗਾਂਧੀ ਮਾਰਨ ਦੀ ਕਰਕੇ ਕਰੋੜਾਂ ਸਰਦਾਰ ਮਾਰੇ, ਉਹਨਾਂ ਦਾ ਕੀ ਕਸੂਰ ਸੀ? ਬਦਲਾ ਲੈਣਾ ਤਾਂ ਉਹਨਾਂ ਤੇ ਲੈਂਦੇ ਜਿਨ੍ਹਾਂ ਨੇ ਮਾਰੀ, ਉਹ ਥਾਂ ਤੇ ਮਾਰ ਦਿੱਤੇ, ਉਹਨਾਂ ਨੂੰ ਫਾਂਸੀਆਂ ਦੇ ਦਿੱਤੀਆਂ। ਤੇ ਜਿਨ੍ਹਾਂ ਨੇ ਸਾਨੂੰ ਮਾਰਿਆ ਉਹ ਅੱਜ ਤੱਕ ਆਜ਼ਾਦ ਫਿਰਦੇ, ਅੱਜ ਤੱਕ ਉਹਨਾਂ ਨੂੰ ਇਹ ਲੀਡਰੀਆਂ ਬਖਸ਼ਦੇ, ਇਹਨਾਂ ਨੂੰ ਸਿਕਿਉਰਟੀਆਂ ਦਿੰਦੇ। ਉਹਨਾਂ ਨੂੰ ਕਿਉਂ ਨਹੀਂ ਅੰਦਰ ਕਰਿਆ? ਜਿਨ੍ਹਾਂ ਨੇ ਲੱਖਾਂ ਲੋਕ ਮਾਰੇ, ਅੱਧ ਸੜੇ ਮਾਰੇ, ਇੱਕ ਇੱਕ ਦਿਨ ਦੇ ਬੱਚੇ ਤੰਦੂਰਾਂ 'ਚ ਭੁੰਨੇ, ਗੈਸਾਂ ਤੇ ਰੱਖ ਕੇ ਭੁੰਨੇ, ਉਹਨਾਂ ਦਾ ਕੀ ਕਸੂਰ ਸੀ? HKL ਭਗਤ ਨੂੰ ਕਿਉਂ ਨਹੀਂ ਅੰਦਰ ਕਰਿਆ? ਅੱਜ ਉਹ ਜਿਹੜਾ ਹੈਗਾ ਜਗਦੀਸ਼ ਟੈਟਲਰ, ਉਹ ਅੱਜ ਤੱਕ ਮੌਜਾਂ ਮਾਣਦੇ ਆ, ਅੱਜ ਤੱਕ ਉਹਨੂੰ ਕੁਰਸੀਆਂ ਦੇ ਰਹੇ। ਕਮਲਨਾਥ ਉਹ ਮੁੱਖ ਮੰਤਰੀ ਬਣਾਇਆ ਵਾ, ਕਿ ਸਾਡੀ ਕੋਈ ਹੈਸੀਅਤ ਨਹੀਂ ਹੈ। ਸਿੱਖ ਕੌਮ ਨੇ ਦਿੱਲੀ ਵਸਾਈ, ਸਿੱਖ ਕੌਮ ਨੇ ਲਾਲ ਕਿਲ੍ਹਾ ਬਚਾਇਆ। ਅੱਜ ਸਿੱਖ ਕੌਮ ਦੇ ਨਾਲ ਇਹੋ ਜਿਹੇ ਹਾਲਾਤ ਹੋ ਰਹੇ ਹੈ, ਉਹ ਸਿੱਖ ਕੌਮ ਕਿੱਧਰ ਨੂੰ ਜਾਏਗੀ? ਫਿਰ ਕਹਿੰਦੇ ਅੱਤਵਾਦ। ਅੱਤਵਾਦ ਕੌਣ ਤਿਆਰ ਕਰਦਾ? ਸਰਕਾਰਾਂ। ਪੂਰਾ ਹੱਥ ਸਰਕਾਰਾਂ ਦਾ ਅੱਤਵਾਦ ਤਿਆਰ ਕਰਨ ਨੂੰ। ਅੱਜ ਵੀ ਜਿੱਥੇ ਕਾਂਗਰਸ ਸਰਕਾਰ ਹੈ ਉੱਥੇ ਅਤੀ ਹੁੰਦੀ ਹੈ, ਉੱਥੇ ਲੋਕਾਂ ਦਾ ਜੀਣਾ ਹਰਾਮ ਹੋ ਜਾਂਦਾ ਹੈ। ਅਗਰ ਇਹ ਕਾਂਗਰਸ ਸਰਕਾਰ ਨੂੰ ਸਜ਼ਾਵਾਂ ਮਿਲਣ, ਇਹਨਾਂ ਲੋਕਾਂ ਨੇ ਜਿਨ੍ਹਾਂ ਨੇ ਸਾਨੂੰ ਮਾਰਿਆ ਮਰਵਾਇਆ, ਇਹਨਾਂ ਨੂੰ ਸਜ਼ਾਵਾਂ ਮਿਲਣ ਤਾਂ ਸਾਡੇ ਕਲੇਜੇ ਨੂੰ ਠੰਡ ਪਏਗੀ। ਅਗਰ ਇਹਨਾਂ ਨੂੰ ਸਜ਼ਾਵਾਂ ਨਹੀਂ ਮਿਲਦੀਆਂ ਤੇ ਉਦੋਂ ਤੱਕ ਸਾਡੇ ਕਲੇਜੇ ਤਪਣੇ ਆ। ਜੇ ਉਹਨਾਂ ਨੂੰ ਫਾਂਸੀ ਦੇ ਸਕਦੇ, ਉਹ ਜਿਹੜਾ ਅੰਦਰ ਬਿਠਾ ਲਿਆ ਵਾ, ਕਿਹੜਾ ਬਿਠਾ ਲਿਆ ਵਾ ਹੈਗਾ ਵਾ, ਸੱਜਣ ਕੁਮਾਰ, ਉਹਨੂੰ ਕਿਉਂ ਨਹੀਂ ਅੱਜ ਤੱਕ ਫਾਂਸੀ ਦਿੱਤੀ? ਜਗਦੀਸ਼ ਟੈਟਲਰ ਕਿਉਂ ਨਹੀਂ ਅੱਜ ਤੱਕ ਕਰਿਆ? ਅਮਿਤਾਭ ਬੱਚਨ ਅੱਜ ਤੱਕ ਕਿਉਂ ਨਹੀਂ ਫੜਿਆ? ਜਿਨ੍ਹਾਂ ਦੇ ਸਾਰਿਆਂ ਦੇ ਹੱਥ ਹੈ, ਇਹਨਾਂ ਨੇ ਸਰਦਾਰਾਂ ਦੇ ਮਕਾਨਾਂ ਤੇ ਨਿਸ਼ਾਨੀਆਂ ਲਾਈਆਂ ਵੀ ਆਹ ਸਰਦਾਰਾਂ ਦਾ ਮਕਾਨ ਹੈ, ਉਹਨਾਂ ਤੇ ਇਹਨਾਂ ਨੇ ਹਮਲੇ ਕਰੇ। ਗਿਣੀ ਮਿੱਥੀ ਸ਼ਾਸਤਰ ਇਹ ਰਾਜੀਵ ਗਾਂਧੀ ਦੀ ਸੀ। ਜੇ ਰਾਜੀਵ ਗਾਂਧੀ ਕਹਿੰਦਾ ਵੀ ਜੇ ਬੜਾ ਦਰਖਤ ਗਿਰਦਾ ਤਾਂ ਧਰਤੀ ਤਾਂ ਹਿੱਲਦੀ ਹੈ, ਸੋਨੀ ਇੰਦਰਾ ਗਾਂਧੀ ਨੂੰ ਧਰਤੀ ਹਿੱਲੀ। ਜਿਹੜੀ ਇੰਨੀ ਸਿੱਖ ਕੌਮ ਮਾਰੀ, ਉਹਨੂੰ ਧਰਤੀ ਨਹੀਂ ਹਿੱਲੀ। ਜਵਾਨ ਮੁੰਡੇ ਮਾਰੇ, ਅੱਜ ਤੱਕ ਵੀ ਕਾਂਗਰਸ ਸਰਕਾਰ ਮਰਵਾ ਰਹੀ ਹੈ ਤੇ ਉਹ ਧਰਤੀ ਨਹੀਂ ਹਿੱਲ ਰਹੀ। ਇਹਨਾਂ ਨੇ ਤਾਂ ਐਡੀਆਂ ਸਿਕਿਉਰਟੀਆਂ ਰੱਖੀਆਂ ਵਾ, ਸਾਡੇ ਲੋਕਾਂ ਕੋਲ ਕਿਆ ਆਇਆ? ਸਾਡੇ ਬੱਚੇ ਵੀ ਅੱਜ ਤੱਕ ਗਲੀਆਂ 'ਚ ਰੁਲੇ ਰਹੇ ਹੈਗੇ, ਕਿਸੇ ਨੂੰ ਨੌਕਰੀ ਨਹੀਂ, ਕਿਸੇ ਨੂੰ ਕੁਛ ਨਹੀਂ। ਜੇ ਅਸੀਂ ਕਹਿੰਦੇ ਹਾਂ ਵੀ ਸਾਡੇ ਬੱਚਿਆਂ ਨੂੰ ਨੌਕਰੀ ਦਿਓ, ਤੇ ਨੌਕਰੀਆਂ ਹੈ ਨਹੀਂ। ਤੇ ਆਪਣੇ ਚਹੇਤਿਆਂ ਨੇ ਨੌਕਰੀਆਂ ਵੀ ਦਿੰਦੇ, ਆਪਣੇ ਚਹੇਤਿਆਂ ਨੂੰ ਲੀਡਰ ਬਣਾਉਂਦੇ। ਕਿ ਅਸੀਂ ਲੋਕ ਲੀਡਰ ਬਣਨ ਜੋਗੇ ਨਹੀਂ ਹੈਗੇ? ਅਸੀਂ ਲੋਕ ਨੌਕਰੀਆਂ, ਸਾਡੇ ਬੱਚੇ ਨੌਕਰੀਆਂ ਕਰਨ ਜੋਗੇ ਨਹੀਂ। ਜਿੱਦਾਂ ਕਿੱਦਾਂ ਅਸੀਂ ਜਿੰਨੇ ਸਾਡੇ ਕੋਲੋਂ ਪੜ੍ਹਾ ਲਿਖਾ ਹੋਏ ਅਸੀਂ ਪੜ੍ਹਾਏ ਹੈ। ਪਰ ਸਰਕਾਰਾਂ ਦਾ ਇਹ ਫਰਜ਼ ਬਣਦਾ ਵੀ ਅਸੀਂ ਇਹ ਦੰਗਿਆਂ 'ਚੋਂ ਆਏ ਹੈ, ਅਸੀਂ ਇਹਨਾਂ ਵੱਲੇ ਦੇਖੀਏ। 84 ਵਾਲਿਆਂ ਨੂੰ ਤਾਂ ਇਹ ਹੱਥ ਕੱਢ ਕੇ ਸਟੇਜਾਂ 'ਤੇ ਕਹਿੰਦੇ 1984 ਵਾਲਿਆਂ ਦੇ ਅਸੀਂ ਹਮਦਰਦ ਹੈ। ਅਸੀਂ ਸਾਰੀਆਂ ਸਰਕਾਰਾਂ ਨੂੰ ਕਹਿੰਦੇ, ਚਾਹੇ ਅਕਾਲੀ ਦਲ ਹੈ, ਚਾਹੇ BJP ਹੈ, ਚਾਹੇ ਕਾਂਗਰਸ ਹੈ। ਤੇ ਜੇ ਤੁਸੀਂ 84 ਵਾਲਿਆਂ ਨੂੰ ਚੋਣਾਂ ਦੇ ਵਿੱਚ ਵਰਤਦੇ ਹੈ ਤੇ 84 ਵਾਲਿਆਂ ਦੀ ਸਾਰ ਵੀ ਲਓ, ਉਹਨਾਂ ਦੀ ਸਾਰ ਵੀ ਲਓ। ਅਸੀਂ ਤਾਂ ਮਰੇ ਬੈਠੇ ਹਾਂ, ਅਸੀਂ 84 ਦੇ ਜੀਂਦੇ ਨਹੀਂ ਹੋਏ, ਅਸੀਂ ਇੱਕ ਬੁੱਤ ਬਣ ਕੇ ਬੇਟਾ ਫਿਰ ਰਹੇ ਹਾਂ। ਸਾਡੀ ਕੋਈ ਹੈਸੀਅਤ ਨਹੀਂ ਇਸ ਜ਼ਮੀਨ ਤੇ ਰਹਿਣ ਦੀ। ਅਸੀਂ ਬਹੁਤ ਮਰ ਗਏ, ਪੰਜਾਬ 'ਚ ਆ ਕੇ ਅਸੀਂ ਜਿਵੇਂ ਮਰ ਗਏ, ਪੰਜਾਬ ਦੇ ਵਿੱਚ ਆ ਕੇ ਅਸੀਂ ਜਿਵੇਂ ਮਰ ਗਏ, ਅਸੀਂ ਖਤਮ ਹੋ ਗਏ। ਜਿਹੜੀ ਸਰਕਾਰ ਆਉਂਦੀ ਸਾਡਾ ਨਾਮ ਵਰਤ ਕੇ ਵੋਟਾਂ ਲੈਂਦੀ ਹੈ, ਪਰ ਸਾਡੇ ਵਾਸਤੇ ਕਿਸੇ ਸਰਕਾਰ ਨੇ ਕੁਛ ਨਹੀਂ ਕਰਿਆ। ਕਾਂਗਰਸ ਨੇ ਤਾਂ ਅਸੀਂ ਆਸ ਰੱਖਦੇ ਹੋਈ ਨਹੀਂ, ਕਾਂਗਰਸ ਨੇ ਤਾਂ ਸਾਨੂੰ ਮਾਰਿਆ, ਲੁੱਟਿਆ, ਕੁੱਟਿਆ, ਸਾਨੂੰ ਕਿਸੇ ਕੰਢੇ ਦੇ ਨਹੀਂ ਛੱਡਿਆ। ਪਰ ਜਿਹੜੀਆਂ ਦੂਜੀਆਂ ਸਰਕਾਰਾਂ ਦੀਆਂ, ਉਹਨਾਂ ਨੂੰ ਤਾਂ ਸੋਚਣਾ ਚਾਹੀਦਾ ਸੀ ਵੀ ਸਿੱਖ ਕੌਮ ਦੀ ਪੈਦਾਇਸ਼ ਹੈ, ਇਹਨਾਂ ਨੂੰ ਮਾਰਿਆ ਅਸੀਂ ਦੇਖੀਏ। ਪਰ ਦੂਜੀਆਂ ਸਰਕਾਰਾਂ ਨੇ ਵੀ ਬਿਲਕੁਲ ਨਹੀਂ ਦੇਖਿਆ ਹੈਗਾ। ਅਸੀਂ ਹੁਣ ਵੀ ਬੇਨਤੀ ਕਰਦੇ ਹਾਂ ਵੀ ਸਾਡੇ ਬੱਚਿਆਂ ਨੂੰ ਕਿਸੇ ਟਿਕਾਣੇ ਲਾ ਦਿਓ। ਅਸੀਂ ਬੁਢਾਪਾ ਹੈ, ਬੁੜੇ ਹਾਂ ਅਸੀਂ, ਸਾਡੇ ਬਾਰੇ ਕੁਛ ਸੋਚੋ। ਇਹ ਜਿਹੜੇ ਮਕਾਨ ਹੈ, ਇਹਨਾਂ ਦੀਆਂ ਕਿਸ਼ਤਾਂ ਟੁੱਟ ਗਈਆਂ ਤੇ 2-2 ਲੱਖ ਰੁਪਈਆ ਭਰਾ ਕੇ ਤਾਂ ਅਸੀਂ ਰਜਿਸਟਰੀਆਂ ਕਰਾਈਆਂ। ਇਹ ਨਾ ਦੇਖੋ ਵੀ ਸਾਡੇ ਮਕਾਨ ਬਹੁਤ ਵਧੀਆ, ਆ ਜਿਹੜੇ ਸੋਫੇ ਆ ਨਾ ਇਹ ਅਸੀਂ ਪੁਰਾਣੇ ਲਏ ਵੇ ਆ, ਜਿਹੜੀਆਂ ਦੀਵਾਰਾਂ ਨਾ ਇਹਨਾਂ ਦੇ
ਸੀਮੈਂਟ ਟੁੱਟੇ ਵੇ, ਕਾਗਜ਼ ਲਾਏ ਵੇ। ਇਹ ਕੋਈ ਟੈਲਾ ਨਹੀਂ, ਇਹ ਕੁਛ ਨਹੀਂ ਹੈ ਵੀ ਜੇ ਅਸੀਂ ਕਹੀਏ ਵੀ ਤੁਸੀਂ ਵੀ ਸੋਚੋ, ਇਹ ਟੈਲਾ ਨਹੀਂ ਹੈ, ਇਹ ਕਾਗਜ਼ ਲਾ ਲਾ ਕੇ ਅਸੀਂ ਦੁਬਾਰਾ ਰੱਖੀਆਂ ਵਾਗੀਆਂ। ਆ ਜਿਹੜੇ ਸੋਫੇ ਅਸੀਂ ਪੁਰਾਣੇ ਲਏ ਵੇ, ਸਾਡੀ ਹੈਸੀਅਤ ਨਹੀਂ ਹੈਗੀ ਵੀ ਅਸੀਂ ਕੋਈ ਨਵੀਂ ਚੀਜ਼ ਲੈ ਲਈਏ। ਸਾਨੂੰ ਬੱਚੇ ਪਾਲਣੇ ਇਸ ਟਾਈਮ ਔਖੇ ਹੋਏ ਵੇ, ਸਾਡੇ ਬੱਚੇ ਭੁੱਖੇ ਮਰ ਰਹੇ, ਸਾਡੇ ਬੱਚੇ ਰੁਲ ਰਹੇ ਹੈਗੇ। ਜਾਂ ਬੱਚਿਆਂ ਦੇ 2-2 3-3 ਬੱਚੇ ਹੈਗੇ, ਉਹ ਚੀਜ਼ਾਂ ਖਾਣ ਨੂੰ ਤੜਫਦੇ। ਕੀ ਸਵਾਲ ਨਹੀਂ ਸਕਦੇ ਹੈਗੇ ਜੋ ਕੀ ਸਵਾਲ ਆਪਾਂ ਇਹਨਾਂ ਤੋਂ ਪੁੱਛੀਏ? ਕੀ ਸਵਾਲ? ਸਰਕਾਰਾਂ ਜਦੋਂ ਵੀ ਇਲੈਕਸ਼ਨਸ ਹੁੰਦੇ ਆ, ਮੇਰੇ ਖਿਆਲ ਨਾਲ ਕੋਈ ਇਦਾਂ ਦੀ ਸਰਕਾਰ ਨਹੀਂ ਹੋਏਗੀ ਜਿਹੜੀ ਕਿ 1984 ਦਾ ਮੁੱਦਾ ਨਹੀਂ ਚੱਕਦੀ। ਕੋਈ ਇਦਾਂ ਦੀ ਸਰਕਾਰ ਨਹੀਂ ਹੋਏਗੀ। ਇੱਕ ਉਹ ਦੁਖਾਂਤ ਸੀ 1984 ਦਾ, ਇੱਕ ਇਹ ਦੁਖਾਂਤ ਹੈ। ਇੱਕ ਉਹ ਮਰੇ, ਇੱਕ ਰੋਜ਼ ਮਰਦੇ ਆ। ਸਰਕਾਰਾਂ ਜਦੋਂ ਵੀ ਇਲੈਕਸ਼ਨਸ ਹੁੰਦੇ ਆ, ਉਹ 1984 ਦਾ ਮੁੱਦਾ ਲੈ ਕੇ ਆਉਂਦੇ ਆ, ਪਰ ਕਦੀ ਸਰਕਾਰਾਂ ਨੇ ਇਹਨਾਂ ਕੋਲ ਬੈਠ ਕੇ ਸੁਣਿਆ ਕਿ ਇਹਨਾਂ ਦਾ ਦਰਦ ਕੀ ਹੈ? ਕੀ ਤੇ ਰਾਜਨੀਤਿਕ ਦਲ ਦੇ ਨੇਤਾ ਜਾਂ ਹੋਰ ਕੋਈ ਪਾਰਟੀ ਵਾਲੇ ਇਹਨਾਂ ਦੇ ਘਰਾਂ ਵਿੱਚ ਆ ਕੇ ਦੇਖ ਕੇ ਗਏ ਆ ਕਿ ਇਹ ਕਿਹੋ ਜਿਹੇ ਘਰਾਂ ਦੇ ਵਿੱਚ ਰਹਿੰਦੇ ਆ? ਛੋਟੇ ਛੋਟੇ ਘਰ ਦਿੱਤੇ ਆ, ਆਪਣਾ ਘਰ-ਬਾਰ ਛੱਡ ਕੇ, ਜ਼ਮੀਨਾਂ ਜਾਇਦਾਦ ਛੱਡ ਕੇ, ਆਪਣੇ ਬੰਦਿਆਂ ਨੂੰ ਗਵਾ ਕੇ ਇਹ ਪੰਜਾਬ ਆ ਗਏ। ਇਹ ਪੰਜਾਬ ਆਏ ਤਾਂ ਇਹਨਾਂ ਨੂੰ ਜੋ ਦਿੱਤਾ ਹੈ, ਇਹ ਹੰਝੂ ਦਿੱਤੇ ਨੇ। ਕੀ ਸਵਾਲ ਪੁੱਛੇ? ਇੱਥੇ ਆ ਕੇ ਤਾਂ ਸਾਡੇ ਸਾਰੇ ਸਵਾਲ ਹੀ ਖਤਮ ਹੋ ਜਾਂਦੇ ਨੇ। ਕੀ ਇਹਨਾਂ ਤੋਂ ਕੋਈ ਖੁਆਇਸ਼ ਨਹੀਂ ਪੂਰੀ ਕਰ ਸਕਦੇ। ਅਸੀਂ ਮੰਗ ਚੁੰਗ ਕੇ ਬੱਚਿਆਂ ਦਾ ਕੱਪੜੇ ਪਾਦੇ, ਅਸੀਂ ਖੁਦ ਲੋਕਾਂ ਦੇ ਕੱਪੜੇ ਪਾਦੇ, ਅਸੀਂ ਆਪਣਾ ਕੋਈ ਚੱਜ ਦਾ ਕੱਪੜਾ ਨਹੀਂ ਸਵਾ ਸਕਦੇ, ਜੁੱਤੀ ਨਹੀਂ ਪਾ ਸਕਦੇ। ਸਾਡੇ ਨਿੱਕੇ ਬੱਚੇ ਚੀਜ਼ਾਂ ਨਾਲ ਤੜਫਦੇ, ਅਸੀਂ ਉਹਨਾਂ ਦੀਆਂ ਖੁਆਇਸ਼ਾਂ ਪੂਰੀਆਂ ਨਹੀਂ ਕਰ ਸਕਦੇ ਹੈਗੇ। ਸਾਡੇ ਕੋਲ ਪੈਸਾ ਨਹੀਂ ਹੁੰਦਾ, ਕਦੇ ਸਾਡੇ ਕੋਲ ਸਬਜ਼ੀ ਭਾਜੀ ਹੁੰਦੀ, ਕਦੇ ਨਹੀਂ ਹੁੰਦੀ, ਕਦੇ ਅਸੀਂ ਨੂਣ ਨਾਲ ਬੱਚਿਆਂ ਨੂੰ ਰੋਟੀਆਂ ਖਿਲਾਈ ਦੀ। ਸਾਡੇ ਬੱਚੇ ਕੀ ਸੋਚਣਗੇ ਵੀ ਸਾਡੇ ਮਾਂ ਬਾਪ ਨੂੰ? ਇਸ ਘਰ ਦੇ ਵਿੱਚ 7-8-9 ਜੀ ਰਹੇ, ਦੱਸੋ ਕਿੱਥੇ ਬੱਚੇ ਸੌਣਗੇ, ਕਿੱਥੇ ਬਹੂਆਂ ਸੌਣਗੀਆਂ, ਕਿੱਥੇ ਪੋਤੇ ਪੋਤੀਆਂ ਸੌਣਗੇ? ਜਾਈਏ ਤਾਂ ਅਸੀਂ ਕਿੱਥੇ ਜਾਈਏ? ਸਾਡੀ 36 ਸਾਲ ਤੇ ਕੋਈ ਬੇਟਾ ਸੁਣਾਈ ਨਹੀਂ ਹੋਈ। ਅੱਜ ਅਸੀਂ ਨਾ ਮਰਿਆ ਚਾਹੇ ਨਾ ਜੀਣਾ ਚਾਹੇ, ਸਾਡੇ ਬੱਚੇ ਜਾਂ ਤਰਸਦੇ, ਅਸੀਂ ਕੁਛ ਨਹੀਂ ਕਰ ਸਕਦੇ ਉਹਨਾਂ ਵਾਸਤੇ। ਸਰਕਾਰਾਂ ਜੋ ਅਸੀਂ ਖੁਦ ਚੁਣਦੇ ਹਾਂ, ਜੋ ਸੁੱਤੀਆਂ ਪਈਆਂ ਹੈ, ਉਹ ਜਾਗ ਜਾਣ। ਸਿਰਫ ਵੋਟਾਂ ਦੇ ਸਮੇਂ 1984 ਕਰਨ ਦੇ ਨਾਲ ਤੁਹਾਡੀ ਜ਼ਿੰਮੇਵਾਰੀ ਪੂਰੀ ਨਹੀਂ ਹੋ ਜਾਂਦੀ ਕਿ ਤੁਸੀਂ 1984 ਦਾ ਇੱਕ ਕਾਰਡ ਪਲੇ ਕਰੋ, ਵੋਟਾਂ ਲਵੋ, ਲੋਕਾਂ ਦੇ ਦੁੱਖ ਦੀ ਰਗ ਦੇ ਉੱਤੇ ਹੱਥ ਰੱਖੋ ਤੇ ਉਸ ਤੋਂ ਬਾਅਦ ਜਿੱਤ ਕੇ ਤੁਸੀਂ ਆਪਣੇ ਘਰਾਂ ਨੂੰ ਆਲੀਸ਼ਾਨ ਬਣਾਓ। ਤੇ ਜਿਹੜੇ ਇਹ ਬੈਠੇ ਹੋਏ ਆ ਇੱਥੇ, ਇਹਨਾਂ ਵੱਲ ਤੁਸੀਂ ਬਾਅਦ ਵਿੱਚ ਤੱਕੋ ਵੀ ਨਾ। ਸਿਰਫ ਵੋਟਾਂ ਦੇ ਨਾਮ ਦੇ ਉੱਤੇ, ਸਿਰਫ ਵੋਟਾਂ ਬਟੋਰਨ ਦੇ ਲਈ 1984 ਦਾ ਕਾਰਡ ਖੇਡਣਾ ਬੰਦ ਕਰਨ ਇਹ ਸਾਰੇ ਰਾਜਨੀਤਿਕ ਦਲ। ਜੇ ਸੱਚੇ ਤੁਹਾਡੇ ਅੰਦਰ ਹਮਦਰਦੀ ਹੈ ਇਹਨਾਂ ਲੋਕਾਂ ਵਾਸਤੇ, ਜੇ ਸੱਚੀ ਤੁਸੀਂ 1984 ਵਿੱਚ ਜੋ ਉਹ ਮੰਦਭਾਗਾ, ਜੋ ਜਿੰਦੇ ਲਈ ਸ਼ਬਦਾਵਲੀ ਹੀ ਖਤਮ ਹੋ ਜਾਂਦੀ ਹੈ, ਅਸੀਂ ਉਹਨੂੰ ਕੀ ਕਹੀਏ? ਜੇ ਸੱਚੀ ਤੁਸੀਂ ਇੰਨੇ ਫਿਕਰਮੰਦ ਆ, ਤੁਹਾਡੇ ਅੰਦਰ ਇੰਨਾ ਦਰਦ ਹੈ, ਤਾਂ ਉਹਨਾਂ ਨੂੰ ਨਿਆਂ ਦਿਲਾਉਣ ਤੋਂ ਪਹਿਲਾਂ ਇਹਨਾਂ ਨੂੰ ਨਿਆਂ ਦਿਓ ਜੋ ਜ਼ਿੰਦਾ ਨੇ, ਜੋ ਜ਼ਿੰਦਾ ਇੱਥੇ ਬੈਠੇ ਹੋਏ ਨੇ। ਸਾਡੇ ਨਾਲ ਆ ਲਖਵੀਰ ਸਿੰਘ ਜੀ, ਜਿਹੜੇ ਕਿ 1984 ਦੇ ਉਸ ਘਟਨਾ ਦੇ ਵਿੱਚੋਂ ਇਹ ਕਹਿ ਸਕਦੇ ਹਾਂ ਕਿ ਪਰਮਾਤਮਾ ਨੇ ਇਹਨਾਂ ਨੂੰ ਜਾਨ ਬਖਸ਼ੀ ਤੇ ਇਹਨਾਂ ਨੇ ਸਾਰਾ ਮੰਜ਼ਰ ਆਪਣੀ ਅੱਖੀਂ ਦੇਖਿਆ ਹੋਇਆ ਹੈ। ਇਹਨਾਂ ਨਾਲ ਗੱਲ ਕਰਦੇ ਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਤੇ ਮੇਰਾ ਬ੍ਰਦਰ ਅਸੀਂ 30 ਹਫ਼ਤੇ ਆਪਣਾ ਗੁਹਾਟੀ ਅਸਾਮ ਗਏ ਹੋਏ ਸੀ ਕੰਮ ਵਾਸਤੇ। ਜਦੋਂ ਪਹਿਲੀ ਤਰੀਕ ਰਾਤ ਨੂੰ ਸਾਨੂੰ ਪਤਾ ਲੱਗਾ ਕਿ ਇਹਨਾਂ ਦੇ ਰਸਤੇ 'ਚ ਬਹੁਤ ਜ਼ਿਆਦਾ ਜ਼ੁਲਮ ਹੋ ਰਿਹਾ ਹੈ, ਸਾਡੀ ਵਾਪਸੀ ਟਿਕਟਾਂ ਸੀ ਤੇ ਅਸੀਂ ਆਖਿਆ ਵੀ ਚਲੋ ਦਿੱਲੀ ਚਲ ਜਾਂਦੇ ਹਾਂ। ਸਾਨੂੰ ਦਿੱਲੀ 'ਚ ਰਾਜਧਾਨੀ ਕੁਝ ਨਹੀਂ ਹੋਣ ਲੱਗਾ, ਅਸੀਂ ਗੱਡੀ ਬੈਠ ਗਏ ਹਾਂ। ਉੱਥੋਂ ਜਦੋਂ ਗੱਡੀ ਬੈਠੇ ਆ, ਪਹਿਲੀ ਰਾਤ ਜਦੋਂ ਆਈ ਆ, ਬੰਗਾਲੀ ਟੀਟੀ ਆਇਆ ਵਾ, ਆਂਦਾ ਉਹ ਟਾਈਮ ਸੀ ਕਿਸੇ ਦਿਨ ਵੀ ਜਿਹੜੀ ਸਿੱਖ ਤੁਹਾਡੀ ਰੱਖਿਆ ਕਰਦੇ ਸੀ, ਅੱਜ ਇਹਨਾਂ ਦੀ ਰੱਖਿਆ ਕਰਨ ਦਾ ਤੁਹਾਡਾ ਫਰਜ਼ ਬਣਦਾ। ਅਸੀਂ ਲੇਡੀਜ਼ ਬਾਕਸ ਸੀਗਾ, ਜਦੋਂ ਕੋਈ ਸਟੇਸ਼ਨ ਆਉਂਦਾ ਸੀ ਅਸੀਂ ਲੇਡੀਜ਼ ਬਾਕਸ ਦੇ ਵਿੱਚ ਵੜ ਜਾਂਦੇ ਸੀ। ਅਸੀਂ ਲੇਡੀਜ਼ ਬਾਕਸ ਦੇ ਵਿੱਚ ਵੜ ਜਾਂਦੇ ਸੀਗੇ। ਜਦੋਂ ਸਟੇਸ਼ਨ ਨਿਕਲ ਜਾਂਦਾ ਸੀ ਸਾਨੂੰ ਉਹ ਬਾਹਰ ਰੋਟੀ ਪਾਣੀ ਦੇ ਦਿੰਦੇ ਸੀ। ਅਸੀਂ ਗਾਜ਼ੀਆਬਾਦ ਤੱਕ ਬੜੇ ਆਰਾਮ ਨਾਲ ਆਏ ਹਾਂ। ਗਾਜ਼ੀਆਬਾਦ ਤੋਂ ਇਹਨਾਂ ਨੇ ਹਰ ਸਟੇਸ਼ਨ ਤੇ ਗੱਡੀ ਰੁਕਣੀ ਸ਼ੁਰੂ ਕਰਤੀ ਗੱਡੀ ਤੋਂ।
ਉੱਥੇ ਜੋ ਰੋਕੀ ਆ ਇਹਨਾਂ ਦੇ ਕੋਲ ਕੀ ਸੀਗਾ ਕਿ ਪਾਊਡਰ ਸੀ, ਪਾਊਡਰ ਨੂੰ ਬੰਦੇ ਤੇ ਮਾਰਦੇ ਸੀ ਤੇ ਬੰਦਾ ਚਾਹੇ ਆਰਮੀ ਦਾ ਬੰਦਾ ਸੀ ਚਾਹੇ ਜਿਹੜਾ ਮਰਜ਼ੀ ਸਰਦਾਰ ਸੀ ਉਹ ਤੇ ਪਾਊਡਰ ਮਾਰਦੇ ਸੀ ਤੇ ਬੰਦੇ ਨੂੰ ਅੱਗ ਲੱਗ ਜਾਂਦੀ ਸੀਗੀ। ਅੱਛਾ। ਸਾਡੇ ਫਿਰ ਗੱਡੀ ਦਾ ਡੱਬਾ ਤੋੜਿਆ, ਮੇਰੀ ਲੱਤ ਤੇ ਸੱਟ ਲੱਗੀ, ਹਾਂ ਸਿਰ ਤੇ ਸੱਟ ਵੱਜੀ। ਹਾਂ ਬੜੀ ਮੁਸ਼ਕਲ ਨਾਲ ਅਸੀਂ ਜਦੋਂ ਗੱਡੀ ਚੱਲ ਪਈ ਫਿਰ ਬੜੀ ਮੁਸ਼ਕਲ ਦੇ ਨਾਲ ਅਸੀਂ ਇੱਥੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੇ ਆਏ ਹਾਂ। ਇੱਕ ਚੀਜ਼ ਤੁਸੀਂ ਕਿਹਾ ਕਿ ਗਾਜ਼ੀਆਬਾਦ ਤੋਂ ਬਾਅਦ ਜਿਹੜੀ ਟ੍ਰੇਨ ਆ ਉਹ ਹਰ ਸਟੇਸ਼ਨ ਤੇ ਰੁਕਦੀ ਸੀ, ਉਹ ਪਹਿਲਾਂ ਤੋਂ ਹੀ ਰੁਕਦੀ ਸੀ ਜਾਂ ਉਸ ਦਿਨ ਖਾਸ ਰੋਕੀ ਗਈ ਸੀ? ਉੱਥੇ 2 ਘੰਟੇ ਗੱਡੀ ਰੋਕੀ ਗਈ ਆ, ਰੋਕੀ ਗਈ 2 ਘੰਟੇ ਗੱਡੀ ਰੋਕ ਕੇ ਫਿਰ ਇਹਨੇ ਚਲਾਈ ਆ। ਡੱਬਾ ਤੋੜਨ ਦੀ ਪੂਰੀ ਜ਼ੋਰ ਲਾਇਆ, ਡੱਬਾ ਟੁੱਟਦਿਆਂ ਉਹਨੇ ਚਿਰ ਨੂੰ ਗੱਡੀ ਤੁਰ ਪਈ ਆ। ਜਿਹੜੇ ਬੰਦੇ ਭੱਜਦੇ ਸਾਡੇ ਮੈਂ ਸਾਈਡ ਤੇ ਡਿੱਗ ਪਿਆ ਵਾਂ। ਜੋ ਗੱਡੀ ਚੱਲੀ ਆ ਫਿਰ CRP ਦਾ ਅਸਿਸਟੈਂਟ ਕਮਾਂਡਰ ਸੀਗਾ ਪ੍ਰਿਥੀ ਪਾਸੇ ਪਰ ਸੀ ਸਰਦਾਰ ਸੀ, ਉਹ ਭੱਜੇ, ਆਰਮੀ ਆਈ ਆ, ਉਹਨਾਂ ਨੇ ਵੇਖ ਕੇ ਮੈਂ ਭੱਜ ਕੇ ਉਹਨਾਂ ਨੇ ਚੁੱਕ ਕੇ ਗੱਡੀ ਤੇ ਡਾਲ ਰੱਖਿਆ। ਫਿਰ ਸਾਨੂੰ ਨਵੀਂ ਦਿੱਲੀ ਤੱਕ ਲੈ ਕੇ ਆਏ। ਫਿਰ ਉਹਨਾਂ ਲੱਗੇ ਬੱਸ ਸਟੈਂਡ ਲੱਗੇ ਕੈਂਪ ਸੀਗਾ, ਉੱਥੇ ਅਸੀਂ 5-6 ਦਿਨ ਰਹੇ ਆ। ਉੱਥੇ ਮੈਨੂੰ ਪਤਾ ਲੱਗਿਆ ਕਿ ਕੋਈ ਨਹੀਂ ਬਚਿਆ। ਬਾਅਦ ਵਿੱਚ ਤੀਜੇ ਦਿਨ ਚੌਥੇ ਦਿਨ ਮੈਨੂੰ CRP ਦਾ ਅਸਿਸਟੈਂਟ ਕਮਾਂਡਰ ਪ੍ਰਿਥੀਪਾਲ ਸਿੰਘ ਹੀ ਘਰ ਤੱਕ ਛੱਡਣ ਆਏ। ਇੱਕ ਗੱਡੀ ਉਹਦੇ ਅੱਗੇ ਸੀ, ਇੱਕ ਉਹਦੇ ਪਿੱਛੇ ਸੀ। ਉਹ ਕਹਿੰਦਾ ਕਿ ਮੈਨੂੰ ਆਰਡਰ ਨਹੀਂ ਜਾਣ ਦਾ, ਪਰ ਮੈਂ ਮਜਬੂਰੀ ਜਾ ਰਿਹਾ ਵਾਂ। ਜਿੱਥੇ ਕੈਂਪ ਲੱਗਾ ਸੀ ਸਾਨੂੰ ਕੈਂਪ ਤੋਂ ਬਾਹਰ ਨਹੀਂ ਨਿਕਲਣ ਦਿੰਦੇ। ਫਿਰ ਉਹ ਆਪਣੇ ਭਾਂਜੇ ਨੂੰ ਲੈਣ ਵਾਸਤੇ ਉੱਥੋਂ ਆਇਆ ਸੀ ਕੈਂਪ ਚੋਂ। ਮੈਂ ਭੱਜ ਗਿਆ, ਮੈਂ ਸਰਦਾਰ ਜੀ ਮੈਂ ਤੁਹਾਨੂੰ ਕੰਮ ਆ। ਤੇ ਉੱਥੇ ਜਿਹੜਾ ਦੂਜਾ ਹੈਗਾ ਸੀ ਇੰਸਪੈਕਟਰ, ਉਹ ਅੰਦਰ ਨਹੀਂ ਜਾਣ ਦੇਣਾ। ਉਹਨੇ ਮੈਨੂੰ ਬਾਂਹ ਫੜ ਕੇ ਤੇ ਘੁੱਟ ਕੇ ਗਲਣਾ ਦਾ ਅੱਧ ਰਾਤ ਆਂਦਾ ਮੇਰਾ ਰਿਸ਼ਤੇਦਾਰ ਮੈਂ ਲੈ ਕੇ ਜਾਣਾ, ਤੂੰ ਡੱਕ ਕੇ ਵਿਖਾਲ ਦੇ। ਉਹਦੀ ਤੂੰ ਤੇ ਮੈਮ ਹੋ ਗਈ ਆ ਉਸ ਇੰਸਪੈਕਟਰ ਨਾਲ। ਲਿਆ ਕੇ ਰਾਤ ਕੈਂਪ 'ਚ 2 ਦਿਨ ਰੱਖੇ। ਚੌਥੇ ਦਿਨ ਮੈਨੂੰ ਸ਼ੱਕਰਪੁਰ ਛੱਡ ਕੇ ਜਦੋਂ ਆਇਆ ਵਾ ਘਰ ਅੱਗ ਲੱਗੀ ਪਈ ਸੀ। ਅੱਛਾ। ਜਦੋਂ ਤੁਸੀਂ ਘਰ ਪਹੁੰਚੇ ਤੁਹਾਡੇ ਘਰ ਨੂੰ ਸਭ ਖਤਮ ਸੀ। ਫਿਰ ਤੁਸੀਂ ਆਪਣੇ ਪਰਿਵਾਰ ਦੇ ਜੀਆਂ ਨੂੰ ਸਾਡੇ ਪਰਿਵਾਰ ਦਾ ਜਿਹੜਾ ਸੀ ਉਹ ਰਾਧੂ ਪੈਸ ਲਾਗੇ ਸਲਪੇਸ਼ਰ ਹਾਲ ਸੀ, ਉੱਥੇ ਕੈਂਪ ਲੱਗਾ ਸੀ, ਉਹ ਤੱਕ ਛੱਡ ਕੇ ਗਏ। ਬੱਚੇ ਮੇਰੇ ਬਚ ਗਏ, ਸਹੁਰੇ ਸਾਡੇ ਸਾਹਮਣੇ ਮਾਰਤਾ ਗਿਆ ਸੀ ਆਉਂਦਿਆਂ ਨੂੰ, ਜਿਵੇਂ ਤੇਲ ਪਾਲ ਕੇ। ਭਰਾ ਮੇਰਾ ਉੱਥੇ ਰਹਿੰਦਾ ਸੀ, ਉਹ ਰੈਡੀ ਕੋਰਾ ਫੈਕਟਰੀ ਸੀ B117 ਔਖਲਾ ਇੰਡਸਟਰੀ 'ਚ। ਉਹਨਾਂ ਦੇ ਪਰਿਵਾਰ ਨੇ ਉਹਨਾਂ ਦੇ ਕੰਮ ਕਰਦੇ ਸੀ ਅਸੀਂ। ਉਹਦੇ ਪਰਿਵਾਰ ਨੇ ਮੇਰੇ ਭਰਾ ਨੂੰ ਉੱਥੇ 8 ਦਿਨ ਰੱਖਿਆ ਅੰਦਰ। 8ਵੇਂ ਦਿਨ ਉਹ ਵਾਪਸ ਇੱਥੇ ਆਇਆ ਜੀ। ਤੁਸੀਂ ਦੱਸੋ ਕਿ ਉਸ ਸਮੇਂ ਪੁਲਿਸ ਦਾ ਕੀ ਰੋਲ ਸੀ? ਪੁਲਿਸ ਖੁਦ ਗੋਲੀ ਮਾਰਦੀ ਸੀ ਬੰਦੇ ਨੂੰ। ਪੁਲਿਸ ਲਾਗੇ ਖਲੋ ਕੇ ਤਮਾਸ਼ਾ ਵੇਂਦੀ ਸੀ, ਜਿਹੜਾ ਬੰਦਾ ਭੱਜਦਾ ਸੀ ਉਹਨੂੰ ਥੱਲੇ ਗੋਲੀ ਮਾਰ ਦਿੰਦੀ, ਪੁਲਿਸ ਮਾਰਦੀ ਸੀ। ਜਿੰਨੀ ਦਿੱਲੀ ਦੀ ਪੁਲਿਸ ਸੀ ਸਰਦਾਰਾਂ ਨੂੰ ਇੱਕ ਸਾਈਡ ਤੇ ਕਰਤਾ ਸੀਗਾ, ਆਨਲਾਈਨ ਕਰਤਾ ਸੀ ਵੀ ਤੁਸੀਂ ਬਾਹਰ ਨਹੀਂ ਜਾਣਾ, ਤੇ ਦੂਜੇ ਖੁਦ ਆਪ ਕਰ ਰਹੀ ਸੀ। ਉਸ ਸਮੇਂ ਮਦਦ ਲਈ ਕੋਈ ਤੁਹਾਡੇ ਕੋਲ ਅੱਗੇ ਆਇਆ ਸੀ? ਕੋਈ ਨਹੀਂ ਆਇਆ, ਖੁਦ ਮਾਰਦੇ ਸੀ। ਸਰਦਾਰ ਜਿੱਥੇ ਲੱਭਦਾ ਸੀ ਮਾਰ ਦੋ। ਉੱਥੇ ਉਹ ਚੀਜ਼ ਹੋਈ ਸੀ। ਉਹ ਕਿਉਂ ਹੋਇਆ ਇਹ ਸਾਰਾ ਕੁਝ? ਇਹਦੇ ਬਾਰੇ ਹੁਣ ਪਤਾ ਹੀ ਹੈ, ਇੰਦਰਾ ਮਰ ਗਈ ਆ। ਮਾਰੀ ਇੱਕ ਨੇ, ਸਾਰਿਆਂ ਨੇ ਤਾਂ ਨਹੀਂ ਮਾਰੀ। ਜੇ ਹੁਣ ਉਹ ਚੀਜ਼ ਲਾਈਏ ਤੇ ਗਾਂਧੀ ਨੂੰ ਮਾਰਿਆ ਸੀ, ਦੋ ਬੰਦਿਆਂ ਨੇ, ਤਾਂ ਬਾਕੀ ਹਿੰਦੂ ਕਿਉਂ ਨਹੀਂ ਮਾਰ ਦਿੱਤੇ ਇਹਨਾਂ ਨੇ? ਇਹ ਜਾਣ ਬੁੱਝ ਕੇ ਇਹਨਾਂ ਦੀ ਸਾਜ਼ਿਸ਼ ਸੀ ਕਿ ਸਰਦਾਰ ਖਤਮ ਕਰਨੇ ਨੇ, ਪਰ ਸਰਦਾਰ ਖਤਮ ਨਹੀਂ ਹੋਣ ਲੱਗੇ। ਇਹਦਾ ਜ਼ੁਲਮ ਹੋਇਆ। ਮੇਰੇ ਲੱਤ ਸੱਟ ਲੱਗੀ। ਮੈਂ 30,000 ਕੋਰਟ ਤੱਕ ਜਾਂਦਾ ਰਿਹਾ। ਮੇਰੇ ਕੋਲ ਸਬੂਤ ਪਏ ਨੇ, ਚਿੱਠੀਆਂ ਆਈਆਂ। ਮੈਂ ਉੱਥੇ ਕੋਰਟ 'ਚ ਉੱਥੇ ਜਿੱਥੇ ਇਹਨਾਂ ਦਾ ਦਫ਼ਤਰ ਸੀਗਾ, ਉਹਨਾਂ ਵਿੱਚ ਚਿੱਠੀਆਂ ਦਿੱਤੀਆਂ ਗਈਆਂ ਕਿ ਮੇਰਾ ਨੁਕਸਾਨ ਦਾ ਮੈਨੂੰ ਕਲੇਮ ਦਿੱਤਾ ਜਾਵੇ, ਮੇਰੀ ਸੱਟ ਦਾ ਕਲੇਮ ਦਿੱਤਾ ਜਾਵੇ। ਆਂਦੇ ਜੀ ਜੇ ਤੁਹਾਡੇ ਕੋਲ ਚੈੱਕ ਹੈਗਾ ਦਿੱਤਾ ਤੇ ਦੇ ਦਿਓ, ਨਹੀਂ। HKL ਦੇ ਭਗਤ ਨੇ, ਸਰਕਾਰ ਨੇ 2-2000 ਰੁਪਈਆ ਦੇ ਕੇ ਕੈਸ਼ ਦਿੱਤਾ ਵਾ, ਤੇ ਉਹਨਾਂ ਨੇ ਗਲੋਂ ਲਾ ਦਿੱਤੇ ਗਏ। ਬਾਕੀ ਬੰਦੇ ਦਾ ਗਾੜੀ ਜਿਹਦੇ ਕੋਲ ਚੈੱਕ ਸੀ ਉਹਨਾਂ ਨੂੰ ਪੇਮੈਂਟ ਦਿੱਤੀ ਗਈ, ਜਿਹਦੇ ਚੈੱਕ ਨਹੀਂ ਸੀ ਉਹਨੂੰ ਪੇਮੈਂਟ ਨਹੀਂ ਦਿੱਤੀ ਗਈ। ਇਹਨਾਂ ਅੱਧਿਓਂ ਜ਼ਿਆਦਾ ਬੰਦੇ ਇਹਨਾਂ ਨੇ ਕੈਸ਼ ਦੇ ਕੇ ਤੋਰੇ ਨੇ ਇੱਦਾਂ ਹੀ। ਮੈਂ ਰਾਧੂ ਪੈਸ ਕੈਂਪ ਵਿੱਚ 1 ਮਹੀਨਾ ਉੱਥੇ ਰਹੇ ਹਾਂ, 1.5 ਮਹੀਨਾ ਅਸੀਂ ਉੱਥੇ ਰਹੇ ਹਾਂ। ਉਹ ਜਿਹੜੇ ਦੰਗਾ ਕਰ ਰਹੇ ਸੀਗੇ, ਜੋ ਸਿੱਖਾਂ ਨੂੰ ਮਾਰ ਰਹੇ ਸੀ, ਜਦੋਂ ਤੁਸੀਂ ਉਹਨਾਂ ਨੂੰ ਦੇਖਿਆ ਹੋਏਗਾ ਜਾਂ ਜਦੋਂ ਰੇਲਵੇ ਸਟੇਸ਼ਨ ਤੇ ਤੁਸੀਂ ਰੁਕੇ ਹੋਵੋਗੇ, ਤੁਸੀਂ ਕੁਝ ਪਹਿਚਾਨ ਕਰ ਸਕਦੇ ਸੀਗੇ ਕਿ ਕੌਣ ਸੀ? ਜਾਂ ਕੋਈ ਨਹੀਂ, ਅਸੀਂ ਤਾਂ ਉਧਰ ਪਰ ਨਵੇਂ ਗਏ ਉਧਰੋਂ। ਸਟੇਸ਼ਨ ਦੇ ਹੈਗੇ ਬੰਦੇ ਜੂਮ ਪੈਂਦਾ ਸੀ, ਕਿਸੇ ਕੋ ਕਿਰਪਾਨਾਂ ਸੀ, ਕਿਸੇ ਕੋ ਡਾਂਗਾ। ਪਰ ਜਿਹੜਾ ਕੋਈ ਪਾਊਡਰ ਸੀ ਉਹ ਆਰਮੀ ਦੇ ਕੋਲ ਹੁੰਦਾ ਵਾ। ਉਹ ਆਰਮੀ ਦੇ ਸਿਵਾਏ ਕਿਸੇ ਕੋ ਪਾਊਡਰ ਨਹੀਂ ਹੁੰਦਾ। ਜਿਹੜਾ ਐਂ ਕਰ ਬੰਦੇ ਤੇ ਐਂ ਸੁੱਟਦੇ ਸੀ, ਅੱਗ ਲੱਗ ਜਾਂਦੀ ਸੀ। ਉਹ ਇਹਨਾਂ ਨੇ ਆਰਮੀ ਦੇ ਬੰਦੇ ਜਿਹੜੇ ਸੀਗੇ ਉਹ ਵੀ ਨਹੀਂ ਬਖਸ਼ੇ ਸਰਦਾਰ ਇਹਨਾਂ ਨੇ, ਜਿਹੜੇ ਗੱਡੀ ਵਿੱਚ ਬੈਠੇ ਸੀਗੇ। ਹਾਂਜੀ, ਉਹਨਾਂ ਦੇ ਸੱਟਾਂ ਲੱਗੀਆਂ ਭੱਜਦਿਆਂ ਨੂੰ। ਜੇ ਭੱਜ ਪਿਆ ਤਾਂ ਉਹਨਾਂ ਦੂਜਾ ਥੈਲੀ ਜਿਹੀ ਪਾਊਡਰ ਪਾਇਆ ਆਉਂ ਮਾਰਦੇ ਸੀ, ਵਟਾ ਮਾਰ ਕੇ, ਉੱਥੇ ਅੱਗ ਲੱਗ ਜਾਂਦੀ ਸੀ। ਬਹੁਤ ਅਤਿਆਚਾਰ ਜ਼ੁਲਮ ਅੱਜ ਤੱਕ ਸਿੱਖ ਕੌਮ ਨੂੰ ਨਿਆਂ ਨਹੀਂ ਮਿਲਿਆ। ਨਾ ਪੰਜਾਬ ਸਰਕਾਰ ਨੇ ਦਿੱਤਾ, ਨਾ ਸੈਂਟਰ ਨੇ ਦਿੱਤਾ। ਜੇ ਪੰਜਾਬ ਸਰਕਾਰ ਨੇ ਦਿੱਤਾ ਤਾਂ ਲੁਧਿਆਣੇ 'ਚ ਸੁਰਜੀਤ ਸਿੰਘ ਨੂੰ ਦਿੱਤਾ ਗਿਆ। ਮੋਹਾਲੀ ਦੇ ਵਿੱਚ ਪਾਲਿਸੀ ਬਣੀ ਦੰਗਾ ਪੀੜਤ ਮਕਾਨਾਂ ਦੀਆਂ,
ਸਟੇਟ ਇੱਕ ਹੋਵੇ ਪਾਲਿਸੀਆਂ ਦੋ ਬਣਨ। ਕਿਉਂ ਉੱਥੇ ਸਿਰਫ 33000 ਰੁਪਇਆ ਲਿਆ ਗਿਆ, ਇੱਥੇ 33000 ਵਿਆਜ ਲੈ ਕੇ ਨਾਲ ਤਾਂ ਪਲੈਂਟੀਆਂ ਵੀ ਲਈਆਂ ਗਈਆਂ ਤੇ ਫਿਰ ਆਂਦੇ ਨਹੀਂ ਜੀ ਸਟੇਟ ਇੱਕ ਆ, ਪਾਲਿਸੀਆਂ ਦੋ ਬਣੀਆਂ ਨੇ। ਕਿਉਂ ਜੀ? ਅਸੀਂ ਪੰਜਾਬ ਦੇ ਵਾਸੀ ਨਹੀਂ ਸੀ, ਹਿੰਦੁਸਤਾਨ ਦੇ ਵਾਸੀ ਨਹੀਂ ਸੀ। ਜੇ ਬਾਦਲ ਸਾਹਿਬ ਨੇ ਸਾਡੇ ਨਾਲ, ਜਿਹੜੀ ਕਾਂਗਰਸ ਸਰਕਾਰ ਆਈ ਜਾਂ ਬਾਦਲ ਸਰਕਾਰ ਆਈ, ਜਿਹੜੀਆਂ ਵੀ ਸਰਕਾਰਾਂ ਆਈਆਂ ਨੇ ਇਸ ਬਾਰੇ ਕੋਈ ਵੀ ਨਿਆਂ ਨਹੀਂ ਕੀਤਾ ਕਿ ਜੋ ਪਾਲਿਸੀ ਦੇ ਸਬੂਤ ਪਏ ਨੇ। ਮੈਂ ਇੱਥੋਂ ਤੱਕ ਕਿਹਾ ਕਿ ਮੈਂ 33000 ਸਿਰਫ ਲੈਣਾ ਬਣਦਾ, ਤੁਹਾਡਾ ਪੈਨਲਟੀ ਵਿਆਜ ਨਹੀਂ ਬਣਦਾ ਲੈਣਾ, ਨਹੀਂ ਮੰਨਦੇ। ਸਰਕਾਰਾਂ ਦੇ ਨਾਲ ਰੋਸ ਹੈ, ਸਰਕਾਰਾਂ ਦੇ ਨਾਲ ਗੁੱਸਾ ਹੈ, ਠੀਕ ਹੈ। ਉਸ ਸਮੇਂ ਜੋ ਕੀਤਾ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਜਿਨ੍ਹਾਂ ਗੁੰਡਿਆਂ ਨੇ ਉਹ ਕੰਮ ਕੀਤਾ ਹੈ, ਪਰ ਸਾਡੇ ਪੰਜਾਬ ਦੀਆਂ ਸਰਕਾਰਾਂ ਕਿਉਂ ਚੁੱਪ ਨੇ? ਸਾਡੇ ਪੰਜਾਬ ਦੀਆਂ ਸਰਕਾਰਾਂ ਕਿਉਂ ਇਹਨਾਂ ਨੂੰ ਨਿਆਂ ਨਹੀਂ ਦਿਵਾ ਰਹੀਆਂ? ਸਵਾਲ ਇਹੀ ਹੈ ਨਾ। ਇਹਨਾਂ ਨੇ ਨਹੀਂ ਦਵਾਉਣਾ, ਖੁਦ ਇਹ ਆਪ ਵਿਕੇ ਹੋਏ ਨੇ, ਇਹ ਉਹਨਾਂ ਦੇ ਇਸ਼ਾਰੇ ਤੇ ਚੱਲਦੇ ਨੇ, ਇਹਨਾਂ ਨੇ ਆਪਣੀ ਜੇਬਾਂ ਭਰਨੀਆਂ ਨੇ। ਜੇਕਰ ਇਹ ਚੀਜ਼ ਨਹੀਂ ਤੇ ਕਿਉਂ ਨਿਆਂ ਨਹੀਂ? ਇਹ ਤਾਂ ਨਿਆਂ ਨਹੀਂ। ਬਾਦਲ ਸਾਹਿਬ ਦੇ ਕੋਲ ਅਸੀਂ ਮੈਂ ਖੁਦ 4 ਵਾਰ ਮਿਲ ਕੇ ਆਇਆ, ਗੜੀ ਦਿੱਤੇ ਗਏ, ਨਹੀਂ ਤੁਹਾਡਾ ਹੋ ਜਾਏਗਾ, ਉਹ ਚਿੱਠੀ ਕੂੜੇ 'ਚ ਜਾਂਦੀ ਆ। ਕੋਈ ਨਿਆਂ ਨਹੀਂ ਮਿਲਿਆ, ਕਿਸੇ ਨੌਕਰੀ ਨਹੀਂ ਸਾਨੂੰ, ਕਿਸੇ ਬੱਚਿਆਂ ਨੂੰ ਨਹੀਂ, ਘਰੋਂ ਬਘਰ ਮਜ਼ਦੂਰੀ ਕਰਕੇ ਅਜੇ ਤੱਕ ਰੋਟੀ ਖਾਂਦੇ ਆ, ਉਹ ਖਾ ਰਹੇ ਆ। ਪਰ ਜਿਹੜਾ ਸਾਡਾ ਕਲੇਮ ਬਣਦਾ ਉਹ ਸਾਨੂੰ ਤਾਂ ਅਜੇ ਤੱਕ ਨਹੀਂ, ਇਹ ਤੁਹਾਡੇ ਕੋਲ ਚੈੱਕ ਨਹੀਂ ਦਿੱਤਾ ਗਿਆ, ਤੁਹਾਨੂੰ ਕਲੇਮ ਨਹੀਂ ਦਿੱਤਾ ਜਾਊਗਾ। ਅਸੀਂ ਦਫ਼ਤਰਾਂ 'ਚ ਜਾਂਦੇ ਰਹੇ, ਜਦੋਂ ਸਾਨੂੰ ਮਕਾਨਾਂ ਦੀ ਅਲਾਟਮੈਂਟ ਹੋਈ ਹੈ ਉਸ ਤੋਂ ਬਾਅਦ 95 ਦੇ ਵਿੱਚ ਰੈੱਡ ਕਾਰਡ ਬਣੇ, ਜਾਣੀ ਕਿ ਦੰਗਾ ਪੀੜਤਾਂ ਦੇ। ਜਦੋਂ 91 ਚ ਅਲਾਟਮੈਂਟ ਦੇ ਦਿੱਤੀ, ਜਦੋਂ ਅਸੀਂ ਰੋਪੜ ਜ਼ਿਲ੍ਹਾ ਹੁੰਦਾ ਸੀ ਉੱਥੇ ਤੱਕ ਅਸੀਂ ਫੈਲਾਂ ਭਰਨ ਜਾਂਦੇ ਰਹੇ ਆ, ਸਾਡੇ ਜ਼ਖਮਾਂ ਨੂੰ ਦੁਬਾਰਾ ਖਰੀਦਦੇ ਰਹੇ ਆ। ਜਦੋਂ ਤੁਹਾਡੇ ਘਰਾਂ ਨੂੰ ਅੱਗਾਂ ਲੱਗੀਆਂ, ਤੁਹਾਡੇ ਬੱਚੇ ਮਾਰੇ, ਤੁਹਾਡਾ ਉਹ ਰਾਸ਼ਨ ਕਾਰਡ ਕਿੱਥੇ ਸੀ? ਦੱਸੋ, ਇੱਕ ਘਰ ਦੇ ਵਿੱਚ ਹਾਦਸਾ ਹੋ ਜਾਂਦਾ, ਅੱਜ ਪ੍ਰਮਾਤਮਾ ਨਾ ਕਰੇ ਘਰ ਦੇ ਵਿੱਚ ਸਾਡੇ ਹਾਦਸਾ ਹੁੰਦਾ, ਅਸੀਂ ਆਪਣੇ ਬੱਚਿਆਂ ਦੀਆਂ ਜਾਨਾਂ ਬਚਾਵਾਂਗੇ ਆਪਣੇ, ਕਿ ਆਪਣੇ ਬੈਂਕ ਦੀਆਂ ਕਾਪੀਆਂ ਚੱਕਾਂਗੇ ਜਾਂ ਆਪਣੇ ਆਈਡੀ ਪ੍ਰੂਫ ਚੱਕਾਂਗੇ? ਅੱਜ ਤੱਕ ਸਾਡੇ ਕੋਲ ਇਹ ਸਵਾਲ ਪੁੱਛੇ ਜਾਂਦੇ ਆ ਕਿ ਹਾਂ ਤੁਹਾਡੇ ਦਿੱਲੀ ਦਾ ਪ੍ਰੂਫ ਦਿਓ, ਕਿੱਥੋਂ ਦਈਏ? ਤੁਹਾਡੇ ਰਾਸ਼ਨ ਕਾਰਡ। ਜੇ ਸਾਡੇ ਘਰ ਤੋਂ ਅੱਗ ਲੱਗ ਗਈ, ਸਭ ਕੁਝ ਸੜ ਗਿਆ, ਅਸੀਂ ਆਪਣੀ ਜਾਨ ਬਚਾਈ। ਅਸੀਂ ਆਪਣੇ ਘਰ ਵੀ ਨਹੀਂ ਜਾ ਸਕੇ, ਨਹੀਂ ਜਾ ਜਦੋਂ ਸਕਦੇ। ਘਰ ਆਏ, ਘਰ ਹੈ ਹੀ ਨਹੀਂ ਸੀ। ਹਾਂਜੀ, ਪਾਣੀ ਪੀਣ ਨੂੰ ਕੋਲੀਆਂ ਨਹੀਂ ਸੀ ਸਾਡੇ ਕੋਲੋਂ, ਪਾਣੀ ਆ ਜਿਹੜੇ ਮਿੱਟੀ ਦੇ ਭਾਂਡਿਆਂ ਦੇ ਵਿੱਚ ਕੁਮਾਰਾਂ ਨੇ ਸਾਨੂੰ ਦਿੱਤੇ, ਘੜੇ ਦਿੱਤੇ ਪਾਣੀ ਪੀਣ ਨੂੰ, ਠੀਕ ਹੈ। ਬੁੱਕਾਂ ਦੇ ਨਾਲ ਅਸੀਂ ਪਾਣੀ ਪੀਤੇ, ਸਾਡੇ ਬੱਚੇ 8-8 ਦਿਨ ਪਾਣੀ ਤੋਂ ਵੀ ਪਿਆਸੇ ਰਹੇ, 8-8 ਦਿਨ ਪਾਣੀਆਂ ਤੋਂ ਅੱਜ ਵੀ ਸਾਡੇ ਜ਼ਖਮ ਖਰੀਦਦੇ ਆ। ਕਿਸੇ ਵੈਰੀ ਦੁਸ਼ਮਣ ਤੇ ਵੀ ਉਹ ਦਿਨ ਨਾ ਅੱਜ ਵੀ ਪਰਮਾਤਮਾ ਸਾਡੇ ਜ਼ਖਮਾਂ ਦੇ ਪਰ ਸਬੂਤ ਮੰਗੇ ਜਾ ਰਹੇ ਆ ਇਹਨਾਂ ਤੋਂ ਕਿ ਤੁਸੀਂ ਉੱਥੇ ਸੀ, ਮੈਂ ਤੁਸੀਂ ਉੱਥੋਂ ਦੇ ਵਸਨੀਕ ਸੀ। ਕੈਂਪ ਦੇ ਇਹਨਾਂ ਦੇ ਜ਼ਖਮ ਸ਼ਾਇਦ ਕਾਫੀ ਨਹੀਂ ਸਰਕਾਰਾਂ ਨੂੰ। ਇਹ ਮੇਰੇ ਕੋਲ ਦਿੱਲੀ ਦੇ ਐਸਡੀਐਮ ਦਾ ਸਰਟੀਫਿਕੇਟ ਦੀ ਮੋਹਰ ਲੱਗੀ ਹੋਈ ਮੇਰੇ ਕੋਲ ਹੈਗਾ ਸਰਟੀਫਿਕੇਟ, ਮੈਂ ਦਿੱਲੀ ਕੈਂਪ ਦੇ ਵਿੱਚ ਹੈਗਾ ਵਾਂ। ਪਰ ਮੈਨੂੰ ਆਂਦੇ ਤੁਹਾਨੂੰ ਜੇ ਕੈਸ਼ ਦਿੱਤਾ ਗਿਆ, ਕੈਸ਼ ਨਹੀਂ, ਤੁਹਾਨੂੰ ਚੈੱਕ ਕਿਉਂ ਨਹੀਂ ਦਿੱਤਾ ਗਿਆ? ਉਹਦਾ ਮੈਨੂੰ ਕਲੇਮ ਨਹੀਂ ਅਜੇ ਤੱਕ ਦਿੱਤਾ, ਨਾ ਸੱਟ ਦਾ ਦਿੱਤਾ ਗਿਆ, ਨਾ ਮੇਰੇ ਘਰ ਦਾ ਨੁਕਸਾਨ ਦਾ ਕਲੇਮ ਦਿੱਤਾ ਗਿਆ। 83 ਚ ਮੇਰੇ ਇੱਥੋਂ ਬਟਾਲੇ ਤੋਂ, ਜਦੋਂ ਮੈਂ ਬਟਾਲੇ ਮੇਰੇ ਮਾਪਿਆਂ ਦੇ ਕੋਲ ਆਇਆ ਵਾਂ, ਇੱਥੋਂ ਦੇ ਪਟਵਾਰੀ ਆਪਣਾ ਤਹਿਸੀਲਦਾਰ ਪਟਵਾਰੀ ਦੇ ਐਸਡੀਐਮ ਦੇ ਕੋਲੋਂ ਮੋਹਰ ਲੱਗ ਕੇ ਗਈ ਕਿ ਇਹਦਾ ਨੁਕਸਾਨ ਹੋਇਆ ਵਾ, ਵਿਆਹ ਸ਼ਾਦੀ ਦਾ ਜੋ ਸਮਾਨ ਸੀ ਸਭ ਕੁਝ ਸੜ ਗਿਆ, ਪਰ ਕਿਸੇ ਨੇ ਕੋਈ ਨਹੀਂ ਸੁਣੀ। ਜਦ ਕਿ ਉਹਦੇ ਸਬੂਤ ਨੇ ਮੇਰੇ ਕੋਲ, ਰਜਿਸਟਰੀਆਂ ਕੀਤੀਆਂ, ਸਭ ਕੁਝ ਪਏ, ਉਹਦੇ ਪਏ ਸੀ। ਉੱਥੋਂ ਦੇ ਜਦੋਂ ਉੱਥੋਂ ਚਿੱਠੀ ਆਈ ਵੀ ਸਾਨੂੰ ਆਣ ਕੇ ਮਿਲੋ, ਉਹ ਮੇਰੇ ਕੋਲ ਨੰਬਰ ਪਏ। ਸਾਨੂੰ ਇਹ ਤਾਂ ਕਹਿੰਦੇ ਵੀ ਸਾਨੂੰ ਇੱਥੇ ਦੀਆਂ ਸਰਕਾਰਾਂ ਨੇ ਨਾ ਪੁੱਛਿਆ, ਨਾ ਪੁੱਛਣ ਦੀ ਅਸੀਂ ਆਸ ਰੱਖਦੇ। ਅਸੀਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਤੁਹਾਡੇ ਮੂਹਰੇ ਰਿਕਵੈਸਟ ਕਰਦੇ ਕਿ ਸਾਡੀਆਂ ਬਾਹਰ ਦੇ ਜਿਹੜੀ ਹੈਗੀਆਂ ਸਰਕਾਰਾਂ ਉੱਥੇ ਤੱਕ ਸਾਡੀ ਗੁਹਾਰ ਲਾਓ। ਸਾਨੂੰ ਅਸੀਂ ਜਿਹੜੇ ਚੰਦ ਦਿਨ ਹੋਰ ਜੀਣੇ ਆ, ਸਾਨੂੰ 10 ਦਿਨ 4 ਚੰਦ ਦਿਨ ਹੋਰ ਮਿਲ ਜਾਣਗੇ ਜੀਣ ਨੂੰ। ਬਾਕੀ ਅਸੀਂ ਉਦੋਂ ਦੇ ਮਰੇ ਹੋਏ ਅੱਜ ਤੱਕ ਇੱਕ ਜਿੰਦਾ ਲਾਸ਼ ਲੈ ਕੇ ਆਪਣੇ ਆਪ ਨੂੰ ਘੁੰਮ ਰਹੇ, ਅਸੀਂ ਨਾ ਜੀਂਦਿਆਂ ਚ ਨਾ ਅਸੀਂ ਮਰੇ। ਦੁਬਾਰਾ ਕਦੀ ਪਹਿਲਾਂ ਵਾਂਗ ਨਹੀਂ ਨਾ ਹੋ ਸਕਿਆ ਹੋਊਗਾ ਕੁਝ। ਨਹੀਂ ਅਸੀਂ, ਮੈਂ ਜਿਹੜੀ ਰੈਡੀ ਕੋਰਾ ਫੈਕਟਰੀ ਸੀ ਦਵਾਈਆਂ ਦੀ, ਸਾਡੇ ਮੇਰੇ ਕੋਲ 4-5 ਬੰਦੇ ਸੀ, ਮੈਂ ਖੁਦ ਕੰਮ ਕਰਦੇ ਸੀ, ਇੱਥੇ ਕਰਵਾਈਦਾ ਸੀਗਾ। ਉਹਨਾਂ ਨੇ ਬਹੁਤ ਜ਼ਿਆਦਾ ਮੇਰੇ ਭਰਾ ਨੂੰ ਮੱਝ ਦੇ ਕੇ ਰੱਖਿਆ, ਬਾਅਦ ਚ ਮੰਗਿਆ ਮੈਂ 2-4 ਵਾਰ, ਪਰ ਫਿਰ ਮੁੜ ਕੇ ਉੱਥੇ ਨਹੀਂ ਰੁਕਣ ਨੂੰ ਦਿਲ ਨਹੀਂ ਕੀਤਾ। ਜ਼ਖਮ ਖਰੀਦਦੀ ਆ, ਹੁਣ ਵੀ ਪੁੱਛਦੇ ਕੁਐਸਚਨ, ਜਦੋਂ ਸਰਕਾਰਾਂ ਬਣਦੀਆਂ, ਜਦੋਂ ਇਲੈਕਸ਼ਨਾਂ ਦੇ ਟਾਈਮ ਆਉਂਦੇ ਆ, ਉਦੋਂ ਸਾਡੇ ਜ਼ਖਮ ਇਹ ਦੁਬਾਰਾ ਫਿਰ ਹਰੇ ਕਰ ਦਿੰਦੇ ਆ। ਕੰਮ ਇਹਨਾਂ ਨੇ ਕੋਈ ਨਹੀਂ ਕੀਤਾ, ਕੋਈ ਸਹੂਲਤਾਂ ਨਹੀਂ ਦਿੱਤੀਆਂ। ਜੇ ਆ ਮਕਾਨ ਦਿੱਤੇ, ਇਹ ਕਿਹੜਾ ਫ੍ਰੀ ਦਿੱਤੇ? ਇਹਨਾਂ ਤੇ ਇੰਟਰਸਟ ਲਾ ਕੇ ਅੱਜ ਤੱਕ ਬੰਦਾ ਇੰਟਰਸਟ ਭਰਦਾ ਮਰ ਗਿਆ, ਚਾਹੇ ਪੀਪੇ ਚ ਆਟਾ ਨਹੀਂ ਹੈਗਾ। ਇੱਕ ਚੌਕੜੀ ਝੁੱਗੀ ਵਾਲੇ ਨੂੰ 25-25 ਗਜ ਜਗ੍ਹਾ ਫ੍ਰੀ ਦਿੱਤੀ ਜਾਂਦੀ ਆ, ਤੇ ਸਾਡੇ ਕੋਲ ਇੱਕ 25 ਗਜ ਜਗ੍ਹਾ ਦੇ ਕੇ ਜਿੱਤੇ ਤੇ 26 ਮਕਾਨ ਬਣਦੇ ਨੇ, ਉਹਦੇ ਸਾਨੂੰ ਕੋਲ 33 ਰੁਪਏ 33000 ਰੁਪਏ ਖੜ ਕੇ ਲੱਖ 1.5 ਲੱਖ ਵਸੂਲ ਕੀਤਾ ਜਾਂਦਾ। ਕਿਉਂ? ਅਸੀਂ ਭਈਆਂ ਨਾਲੋਂ ਜਾਂ ਝੋਕੜੀ ਚੁੱਬੀ ਨਾਲੋਂ ਵੀ ਮਾੜੇ ਹੋ ਗਏ। ਅੱਜ ਉਹਨਾਂ ਨੂੰ 25-25 ਗਜ ਜਗ੍ਹਾ ਦੇ ਦਿੱਤੀ ਗਈ, ਸਾਨੂੰ ਕੀ ਦਿੱਤਾ ਸਰਕਾਰ? ਕਿਸੇ ਨੇ ਕਿਸੇ ਨੇ ਨਹੀਂ ਦਿੱਤਾ। ਜੇ ਉਹਨਾਂ ਨੂੰ 25-25 ਗਜ ਜਗ੍ਹਾ ਫ੍ਰੀ ਦਿੱਤੀ ਜਾਂਦੀ ਤੇ ਸਾਨੂੰ 25-25 ਗਜ ਜਗ੍ਹਾ ਦਿੰਦੇ, 50 ਗਜ ਜਗ੍ਹਾ ਦਿੰਦੇ। ਲਓ ਜੀ ਆਪਣੀ ਕੁੱਲੀ ਵਿਸ਼ਾਲ ਬਣਾ ਲਓ,
ਉਹ 3-3 ਮੰਜ਼ਿਲਾ 52 ਸੈਕਟਰ ਬਣ ਗਿਆ, 62 ਸੈਕਟਰ ਬਣ ਗਿਆ, ਦੂਜੇ ਉਹ ਝੁੱਗੀਆਂ ਝੋਪੜੀਆਂ ਜਿਹੜੀ ਕਲੋਨੀਆਂ ਬਣੀਆਂ ਉਹਨਾਂ ਦੇ ਦਿੱਤੀਆਂ। ਸਾਡੇ ਨਾਲ ਕੀ? ਦੇਖੋ ਭਾਲੂ ਨਾਚ ਰਹਾ ਹੈ, ਦੇਖੋ ਭਾਲੂ ਨਾਚ ਰਹਾ ਹੈ। ਇਹ ਅਸੀਂ ਜ਼ਿੰਦਗੀ 'ਚ ਨਹੀਂ ਭੁੱਲਾਂਗੇ, 7 ਜਨਮਾਂ 'ਚ ਵੀ ਨਹੀਂ ਭੁੱਲਾਂਗੇ। ਅਸੀਂ ਆਪਣੇ ਬੱਚਿਆਂ ਨੂੰ ਦੱਸਦੇ ਆ ਨਾ, ਤੇ ਸਾਡੇ ਬੱਚਿਆਂ ਨੂੰ 4-4 ਦਿਨ ਨੀਂਦ ਨਹੀਂ ਆਉਂਦੀ ਕਿ ਮੰਮੀ ਤੁਸੀਂ ਇਹ ਆਪਣੀ ਸਟੋਰੀ ਸਾਨੂੰ ਕਿਉਂ ਸੁਣਾ ਦਿੱਤੀ। ਸਾਡੇ ਸਾਹਮਣੇ ਪੈਟਰੋਲ ਫੂਕ ਕੇ ਅੱਗ ਲਾ ਰਹੇ ਸੀਗੇ ਬੰਦਿਆਂ ਨੂੰ, ਬੱਚਿਆਂ ਨੂੰ, ਇਹਨਾਂ ਨੂੰ ਥੱਲਿਓਂ ਲੱਤਾਂ ਤੋਂ ਪਾੜ ਰਹੇ ਸੀ ਬੱਚਿਆਂ ਨੂੰ। ਜੰਮਦੇ ਬੱਚੇ ਨੂੰ ਗੋਦੀ ਚੁੱਕ ਕੇ ਇਹਨਾਂ ਨੇ ਮਾਰੇ ਨੇ, ਕੰਧਾਂ ਨਾਲ ਮਾਰੇ। ਕਿਆ ਇਹ ਕੰਧਾਂ ਦੇ ਨਾਲ ਘੁਮਾ ਕਿਹੜੀ ਸਰਕਾਰ? ਕਿਹਾ ਨਹੀਂ ਇਹ ਔਰੰਗਜ਼ੇਬ ਦੇ ਤੋਂ ਘੱਟ ਕੀਤਾ ਗਿਆ। ਔਰੰਗਜ਼ੇਬ ਨੇ ਬੱਚੇ ਸਿੱਖਾਂ ਦੇ ਬੱਚਿਆਂ ਦੇ ਟੋਟੇ ਕਰਕਾ ਕੇ ਗਲਾਂ 'ਚ ਹਾਰ ਪਵਾਤੇ ਤੇ ਇਹਨਾਂ ਨੇ ਕੀ ਬੱਚੇ ਮਾਂ ਦਾ ਗੋਦੀ ਬੱਚਾ ਦੁੱਧ ਪੀ ਚੁੱਕ ਕੇ ਕੰਧਾਂ ਨਾਲ ਮਾਰ ਕੇ ਮਾਰ ਦਿਓ, ਜਿਹਦੇ ਤੇਲ ਪਾ ਦਿਓ। ਇਹ ਔਰੰਗਜ਼ੇਬ ਨਾਲੋਂ ਘੱਟ ਇੱਕ ਸਰਕਾਰ ਨਿਕਲੀ ਨਹੀਂ ਨਿਕਲੀ। ਉਹ ਦੇਖੋ ਉਹਨਾਂ ਨੂੰ ਕਲੀਨ ਚਿੱਟਾਂ ਦੇ ਦਿੱਤੀਆਂ ਗਈਆਂ ਦਿੱਲੀ ਦੇ ਵਿੱਚ। HKL ਭਗਤ ਆ ਜਿੱਦਾਂ ਉਹਨੂੰ ਪਿੱਛੇ ਸੱਜਣ ਕੁਮਾਰ ਨੂੰ ਇਹਨਾਂ ਨੂੰ ਅਹੁਦੇ ਦੇ ਦਿੱਤੇ, ਕਲੀਨ ਚਿੱਟਾਂ ਦੇ ਦਿੱਤੀਆਂ। ਸਾਡੇ ਸਾਹਮਣੇ ਅੱਜ ਉਹ ਜਿੰਦਾ ਘੁੰਮ ਰਹੇ ਆ। ਸਾਡੇ ਦਿਲ ਤੇ ਕੀ ਬੀਤਦਾ ਕਿ ਸਾਡੇ ਇਹ ਬੀਤਦਾ ਕਿ ਸਾਨੂੰ ਕਿਸੇ ਨੇ ਪੁੱਛਿਆ ਨਹੀਂ, ਸਾਡੀ ਸਾਰ ਨਹੀਂ ਲਈ। ਅਸੀਂ ਤਾਂ ਕਹਿੰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੇ ਸਾਡੇ ਬੱਚੇ ਥੋੜੇ ਸੈੱਟ ਹੋ ਜਾਣ। ਅਸੀਂ ਬਾਹਰ ਦੀਆਂ ਸਰਕਾਰਾਂ ਆਸ ਨਹੀਂ ਕਿ ਇਨਸਾਫ ਮਿਲੇਗਾ ਜਾਂ ਕਲੇਮ ਕੋਈ ਕਿਸੇ ਨੂੰ ਦਿੱਤਾ ਜਾਊਗਾ। ਹਾਂ ਚੈੱਕ ਦਿੱਤੋ ਤੇ ਦੇ ਦਿੰਦੇ ਕਲੇਮ। ਚੈੱਕ ਕਿੱਥੋਂ ਦੇ ਦਈਏ ਜਿਹਦੇ ਸਾਨੂੰ ਕੈਸ਼ ਦੇ ਦਿੱਤਾ, ਗਲੋਂ ਲਾਤੇ ਗਏ। ਘੱਟੋ ਘੱਟ 50% ਕਿ 70% ਇਹਨਾਂ ਨੇ ਇਦਾਂ ਕੀਤੇ ਆ, ਬਾਕੀਆਂ ਨੇ ਚੱਕ ਦਿੱਤੇ ਆ। ਇਲੈਕਸ਼ਨਾਂ ਦੇ ਵਿੱਚ ਜਦੋਂ ਇਹ ਰੈਲੀਆਂ ਕਰਦੇ ਆ ਪੁੱਛ ਹਾਂਜੀ ਜਿਹੜੇ ਦੰਗਾ ਪੀੜਤਾ, ਹੁਣ ਕੋਈ ਦੰਗਾ ਪੀੜਤਾਂ ਦੀ ਇੱਥੇ ਕਹਾਣੀ ਨਾ ਛੇੜੀ ਜਾਵੇ। ਤੁਹਾਡੇ 37 ਸਾਲ ਹੋ ਗਏ ਦੰਗਾ ਪੀੜਤਾਂ ਦੀਆਂ ਕਹਾਣੀਆਂ ਹੀ ਨਹੀਂ ਖਤਮ ਹੋਈਆਂ। ਆ ਸਾਨੂੰ ਸਾਡੇ ਜ਼ਖਮਾਂ ਤੇ ਲੂਣ ਲਾਉਂਦੇ। ਬਾਕੀ ਅਸੀਂ ਭਿਖਾਰੀ ਨਹੀਂ, ਅਸੀਂ ਮਿਹਨਤ ਕਰਕੇ ਰੋਟੀ ਖਾਂਦੇ ਹਾਂ, ਮਿਹਨਤ ਕਰਕੇ ਖਾ ਰਹੇ ਹਾਂ। ਬਿਲਕੁਲ ਬਹੁਤ ਵਧੀਆ ਗੱਲ ਇਹਨਾਂ ਨੇ ਕਹੀ ਕਿ ਅਸੀਂ ਭਿਖਾਰੀ ਨਹੀਂ, ਮਿਹਨਤ ਕਰਨਾ ਇਸ ਕੌਮ ਦੇ ਖੂਨ 'ਚ ਹੈ। ਮਿਹਨਤ ਕਰਦੇ ਆ, ਰੋਟੀ ਖਾਂਦੇ ਆ। ਪਰ ਹਾਂ, ਇਨਸਾਫ ਤਾਂ ਹਰ ਕੋਈ ਚਾਹੁੰਦਾ ਹੈ ਨਾ। 1984 ਦਾ ਇਨਸਾਫ ਨਹੀਂ ਮਿਲਿਆ ਤੇ ਜੋ ਇਹ ਹੁਣ ਤੱਕ ਭੁਗਤ ਰਹੇ ਨੇ ਉਹ ਵੀ ਇਨਸਾਫ ਨਹੀਂ ਮਿਲਿਆ। ਇਨਸਾਫ ਤਾਂ ਹਰ ਕੋਈ ਚਾਹੁੰਦਾ ਹੈ, ਉਹ ਵੀ ਉਸ ਦੇਸ਼ ਵਿੱਚ ਜਿੱਥੇ ਸਾਨੂੰ ਸਭ ਤੋਂ ਵੱਡੇ ਲੋਕਤਾਂਤਰਿਕ ਦੇਸ਼ ਹੋਣ ਦਾ ਮਾਣ ਪ੍ਰਾਪਤ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਸਾਡੇ ਨਾਲ ਨੇ ਬਾਬਾ ਜੀ ਪ੍ਰੀਤਮ ਸਿੰਘ ਜੀ। ਇਹਨਾਂ ਨੇ ਜਦੋਂ 1984 ਦਾ ਦੁਖਾਂਤ ਦੇਖਿਆ ਤੇ ਜੋ ਸਦਮਾ ਇਹਨਾਂ ਨੂੰ ਲੱਗਾ, ਉਹ ਸ਼ਾਇਦ ਹੁਣ ਤੱਕ ਵੀ ਉਸ ਤੋਂ ਉੱਭਰ ਨਹੀਂ ਸਕੇ ਹਨ। ਬਾਬਾ ਜੀ ਕੀ ਮਹਿਸੂਸ ਕਰਦੇ ਹੋ? देखो जी गल एक है, मैं क्या करना, सब कुछ गवा लिया, सब कुछ खूबला। इन्नी जिंदगी असी ऐसी करते ही 84 से पहले कि सानू फिक्र नहीं। ये कहते ही कि असी बड़े सौखे हैं, पर जो इंदिरा के मन के बाद जो ਕਾਂਡ ਹੋਇਆ, ਉਹ ਸਾਨੂੰ ਸਭ ਕੁਝ ਭੁਲਾਤਾ, ਸਭ ਕੁਝ ਸਾਡਾ ਗੁਆਤਾ, ਸਭ ਕੁਝ ਫੂਕਤਾ। ਗੱਡੀ ਫੁੱਕ ਗਈ ਦਿੱਲੀ ਦੇ ਵਿੱਚ। ਗੱਡੀ ਸੀਗੀ ਆਪਣੀ, ਚਲਾ ਨਹੀਂ, ਆ ਬੱਚੇ ਪਾੜ ਨਹੀਂ, ਉਹਨਾਂ ਨੂੰ ਰੋਟੀ ਪਾਣੀ ਖਾ ਨਹੀਂ ਹੈ। ਗੱਡੀ ਫੂਕਦੀ, ਟਰੱਕ ਸੀ, ਟਰੱਕ ਫੂਕਦਾ। और मेरी जिंदगी खबर किमें बची है किमें नहीं। उस तो बाद बच्चों को आगे देखा, इन्हों अंदर रखोया, फिर कोठे में चढ़ा दिता। जिसले तीसरी दिन और आए उत्थे फोर्स ये दिन आई जिस दिन आर्मी लगी। 72 घंटे बाद आर्मी लगी, आर्मी आई। आर्मी ने सानू कैंपा कहते ही चलना। वो असी हैरान हो गए भी 84 के विच कैंप, अभी तक कैंप सुने 47 च लगे थे, ये साढ़े हाल हो गया। फिर कैंपा गए, कैंपा गए, उत्थे जाके हाय कलाट सारे पई भी। और कैंप गुरुद्वारे अंदर गुरु अपना आश्रम है पलनपुरे के नाल जगीराबाद पुल लंघ के आश्रम है। उत्थे गए, उत्थे जाके देखा बंदे
ਕੋਈ ਅੱਧ ਸੜਿਆ ਪਿਆ, ਕੋਈ ਕੋਈ ਪਿਆ। ਚਲੋ ਖਾਏ ਕਰਾਰ ਦੇਖ ਲਏ। ਉੱਥੇ ਆਰਮੀ ਆਈ, ਇੱਕ ਐਸਪੀ ਸ਼ਾਹਦੇ ਵਾਲਾ ਸੀ, ਉਹ ਆਇਆ ਅੱਛਾ ਤੇ 2 ਕਰਨਲ ਸੀਗੇ, ਇੱਕ ਸਰਦਾਰ ਸੀ, ਇੱਕ ਡੋਗਰਾ ਸੀ। ਉਹ ਤਿੰਨੇ ਜਣੇ ਆਏ ਨਾਲ ਉਹਨਾਂ ਦੇ ਫੋਰਸ। ਉਹਨਾਂ ਨੇ ਕਿਹਾ ਬਾਬਾ ਜੀ, ਉੱਥੇ ਬਾਬਾ ਜੀ ਨੂੰ ਨਾ ਬੁਲਾਇਆ ਨਾਨਕਸਰ ਆਸ਼ਰਮ ਵਾਲਿਆਂ ਨੂੰ, ਭਈ ਜੋ ਤੁਹਾਡੇ ਕੋਲ ਗੱਡੀ ਆ, ਕਨਵੈਂਸ ਹੈ, ਕਨਵੈਂਸ ਦਿਓ, ਅਸੀਂ ਜਿਹੜੇ ਬੰਦੇ ਫਸੇ ਪਏ ਆ ਉਹਨਾਂ ਨੂੰ ਕੱਢ ਕੇ ਲਿਆਈਏ। ਜਿੰਨੀ ਕਨਵੈਂਸ ਸਾਡੇ ਕੋਲ ਹੈ ਉਹ ਅਸੀਂ ਲਾਤੀ। ਉਸ ਵੇਲੇ ਸੰਤਾਂ ਕਿਹਾ ਭਾਈ ਦੇਖੋ ਆਪਣੇ ਕੋਲ ਕਿਹੜੀ ਗੱਡੀ ਖੜੀ ਹੈ ਇੱਥੇ ਕੈਂਪਾਂ ਦੇ ਵਿੱਚ, ਵੀ ਇੱਥੇ ਆਇਆ ਕਿਹੜੀਆਂ ਗੱਡੀਆਂ ਖਾਲੀ ਖੜੀਆਂ। ਉਹ ਕਹਿੰਦੇ ਜੀ ਫਲਾਨੀ ਗੱਡੀ ਖੜੀ ਹੈ। ਜਦ ਨੂੰ ਮੈਂ ਠੀਕ ਖੜਾ ਸੀ, ਮੈਂ ਬਾਬਾ ਜੀ ਹੁਕਮ ਕਰੋ। ਕਹਿੰਦੇ ਭਾਈ ਬਾਕੀਆਂ ਨੂੰ ਲਿਆਓ ਕੱਢ ਕੇ, ਜੋ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹੈ ਕੱਢ ਕੇ ਲਿਆਓ, ਉਹਨਾਂ ਨੂੰ ਬਚਾ ਕੇ ਲਿਆਓ। ਤੁਸੀਂ ਵੀ ਆਏ ਹੋ, ਉਹਨਾਂ ਨੂੰ ਵੀ ਲਿਆਓ। ਮੈਂ ਕਿਹਾ ਬਾਬਾ ਜੀ ਅਸੀਂ ਮਸੀਂ ਜਾਨਾਂ ਬਚਾ ਕੇ ਆਪਣੀਆਂ ਆਏ ਆ, 11 ਹਮਲੇ ਸਾਡੇ ਤੇ ਹੋ ਗਏ, ਹੁਣ ਅਸੀਂ ਕਿੱਦਾਂ ਜਾ ਸਕਦੇ। ਬੁਰਾ ਹਾਲ ਹੈ, ਹਾਹਾਕਾਰ ਮਚਦੀ ਹੈ। ਰੋਡ ਦੇ ਉੱਤੇ ਲਾਸ਼ਾਂ ਪਈਆਂ, ਘਰਾਂ ਦੇ ਵਿੱਚ ਵਿਹੜਿਆਂ 'ਚ ਲਾਸ਼ਾਂ ਪਈਆਂ, ਜਿਹਨੂੰ ਕਾਂ ਕੁੱਤੇ ਘੜੀਸਦੇ ਆ। ਦੇਖਿਆ ਨਹੀਂ ਜਾਂਦਾ ਇਹ ਦੁੱਖ। ਕਹਿੰਦੇ ਜਦੋਂ ਨੂੰ ਐਸਪੀ ਸ਼ਾਹਰੇ ਵਾਲਾ ਬੋਲਿਆ, ਕਹਿੰਦਾ ਹੁਣ ਤੇਰੇ ਨਾਲ ਫੋਰਸ ਜਾਊਗੀ ਅੱਛਾ ਹੈ ਤੇ ਤੇਰੇ ਵੱਲ ਨੂੰ ਕੋਈ ਨਹੀਂ ਦੇਖੂਗਾ। ਅੱਛਾ ਮੈਂ ਲਾਈ ਜੁੱਤੀ ਲਾ ਕੇ ਨਾ ਉਹਦਾ ਮੂੰਹ ਤੇ ਮਾਰੀ ਰੱਖ ਕੇ, ਹੈ ਪੁਲਿਸ ਸਾਨੂੰ ਮਰਵਾ ਰਹੀ ਹੈ, ਕੋਲ ਖੜੇ ਨੇ ਤੁਸੀਂ। ਪੁਲਿਸ ਮਤਲਬ ਉਸ ਸਮੇਂ ਪੁਲਿਸ ਸਾਥ ਦੇ ਰਹੀ ਸੀ ਉਹਨਾਂ ਦਾ, ਸਾਥ ਦੇ ਰਹੀ ਸੀ ਦੰਗਾ ਉਹਨਾਂ ਦਾ, ਜਿਹੜੇ ਸਿੱਖਾਂ ਦਾ ਕਤਲ ਕਰ ਰਹੇ ਸੀ। ਹਾਂ ਪੁਲਿਸ ਉਹਨਾਂ ਦਾ ਸਾਥ ਦੇ- ਪੁਲਿਸ ਸਾਥ ਦੇ ਰਹੀ ਸੀ, ਔਰ ਪੁਲਿਸ ਕੋਲ ਖੜ ਕੇ ਮਰਵਾ ਰਹੀ ਸੀ। ਜੇ ਪੁਲਿਸ ਵਾਲਿਆਂ ਨੂੰ ਕੋਈ ਫੜਦਾ ਸੀ ਉਹ ਅੱਗੇ ਝੱਗਾ ਚੱਕ ਕੇ ਬੈਡ ਦਿਖਾਉਂਦੇ ਸੀ ਕਈ ਪੁਲਿਸ ਵਾਲੇ। ਹਾਂ ਫਿਰ ਮੁੜ ਕੇ ਕਰਨਲ ਜਿਹੜੇ ਸਰਦਾਰ ਗਏ ਹੋਏ ਸੀ, ਇੱਕ ਡੋਗਰਾ ਗਿਆ ਸੀ, ਉਹਨਾਂ ਨੇ ਮੇਰੇ ਮੁੰਡੇ ਦੇ ਹੱਥ ਰੱਖਿਆ, ਮੈਨੂੰ ਫੜ ਲਿਆ। ਕਹਿੰਦੇ ਗੱਲ ਸੁਣੋ, ਤੁਹਾਡੇ ਨਾਲ ਫੋਰਸ, ਇਹ ਪੁਲਿਸ ਨਹੀਂ ਜਾਊਗੀ, ਆਰਮੀ ਦੇ ਜਵਾਨ ਜਾਣਗੇ। ਤੁਸੀਂ ਸਾਨੂੰ ਇੱਕ ਵਾਰੀ ਦੱਸ ਦਿਓ, ਉਹ ਇਲਾਕਾ ਫੂਕ ਦਿਆਂਗੇ ਜਿਹਨਾਂ ਤੁਹਾਡੇ ਨਾਲ ਕੰਮ ਕੀਤੇ ਹੈ। ਹੈਂ ਤੁਸੀਂ ਹੁਣ ਕਾਨੂੰਨ ਹੁਣ ਅਸੀਂ ਹੈ, ਇਹ ਪੁਲਿਸ ਦੇ ਕੋਲ ਕੱਖ ਨਹੀਂ ਆ ਰਿਹਾ। ਉਸੇ ਵੇਲੇ ਅਸੀਂ ਨੂੰ ਪੁੱਛਿਆ ਕਿ ਉਹ ਜਵਾਬ ਦੇ, ਕਿਆ ਕਹਿ ਰਿਹਾ ਹੈ, ਜਵਾਬ ਦੇ। ਚੁੱਪ। ਮੈਂ ਕਿਹਾ ਜੀ ਅੱਜ ਇਹ ਪੁਲਿਸ ਤੋਂ ਟੱਕਰ ਜੇ ਨਾ ਸਾਨੂੰ ਸੜਕ ਦੇ ਉੱਪਰ ਤੇ ਗੱਡੀ ਚੜਾ ਲਿਆਂਗੇ ਇਹਨਾਂ ਤੇ, ਇਹ ਸਾਨੂੰ ਕੋਲ ਖੜ ਕੇ ਮਰਾਉਣ ਵਾਲੇ। ਫਿਰ ਕੱਲ੍ਹ ਕਹਿੰਦਾ ਨਹੀਂ, ਤੇਰੇ ਨਾਲ 14 ਜਵਾਨ ਜਾਣਗੇ, ਮੇਰੇ ਨਾਲ ਸੂਬੇਦਾਰ ਤੇ ਲੈ ਕੇ ਉਹਨੂੰ 13 ਜਵਾਨ ਥੱਲੇ ਲਾ ਦਿੱਤੇ। ਉਹ ਗੱਡੀ 'ਚ ਗਏ। ਅਸੀਂ ਜਿਹੜੇ ਪਹਿਲੇ ਘਰ ਗਏ, ਉੱਥੇ ਜਿਹੜੇ ਬੱਚੇ ਸੀ 2-3 ਦਿਨ ਭੁੱਖਿਆਂ ਨੂੰ ਹੋ ਗਏ ਸੀ, ਅੰਦਰ ਖੱਲੇ ਖੁੰਝਾਂ 'ਚ ਵੜ ਕੇ ਰੁਕ ਗਏ ਵੇ। ਕਹਾ ਮਾਂ ਬਾਪ ਇੱਥੇ ਬਰਾਂਡਿਆਂ ਦੇ ਵਿੱਚ ਵਿਹੜਿਆਂ ਦੇ ਵਿੱਚ ਮਾਰੇ ਪਏ, ਉਹਨਾਂ ਕੁੱਤੇ ਕਾਂਕੜੀ ਸੀ। ਜਿਹੜਾ ਜਾ ਕੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਰਾੜਾਂ ਮਾਰੀਆਂ ਵੀ ਸਾਨੂੰ ਬੰਦੇ ਆ ਗਏ ਬਾਹਰ ਕੱਢ ਕੇ ਮਾਰਨ ਵਾਲੇ, ਅਸੀਂ ਨਹੀਂ ਹੁਣ ਬਚਦੇ। ਫਿਰ ਮੈਂ ਮੂੰਹ ਲਪੇਟਿਆ ਵਾਸਾ, ਸਿਰ ਮੂੰਹ ਏਦਾਂ ਪਰਨੇ ਨਾਲ, ਮੈਂ ਐ ਪਰਨਾ ਫਿਰ ਮੂੰਹ ਤੇ ਲਾਇਆ। ਜਿਹਲੇ ਉਹ ਆ ਕੇ ਚਿੰਬੜ ਕੇ, ਉਹ ਅੰਕਲ ਸਾਡੇ ਸਾਰਾ ਕੁਝ ਮਾਰਤਾ, ਸਾਨੂੰ ਬਚਾਓ, ਸਾਨੂੰ ਬਚਾਓ। ਅਸੀਂ ਫਿਰ ਮੈਂ ਉਹਨਾਂ ਨੂੰ ਘਰਾਂ ਤੋਂ ਕੱਢ ਕੇ ਗੱਡੀ 'ਚ ਬਿਠਾ ਕੇ ਕੈਂਪ ਤੱਕ ਲੈ ਕੇ ਆਇਆ।
ਮੁੜ ਕੇ ਇਹ ਚੱਕਰ ਮੈਂ ਗਿਆ, ਮੈਨੂੰ ਆਪ ਨੂੰ ਤੈਅ ਹੋ ਗਿਆ ਉਹ ਕਿੱਦਾਂ ਦਾ ਕੰਮ ਕਰਨਾ। ਫਿਰ 6 ਡਾਕਟਰ ਕੈਂਪ ਦੇ ਵਿੱਚ ਮੇਰੇ ਦੁਆਲੇ ਹੋ ਗਏ। ਫਿਰ ਉਹਨਾਂ ਨੇ ਕਿਹਾ, ਡਾਕਟਰ ਨੇ ਕਹਿੰਦੇ ਇਹਨੂੰ ਜਾਣ ਨਾ ਦਿਓ। ਅਸੀਂ ਇੱਦਾਂ ਦੇ ਹਾਲਤ ਦੇਖੇ, ਇੱਦਾਂ ਦੇ ਮੌਤ ਦੇਖੇ। ਫਿਰ ਮੈਨੂੰ ਆਦਮੀ ਆਏ, ਕਹਿੰਦੇ ਤੁਸੀਂ ਆਪਣਾ ਘਰ ਦੇਖਣਾ ਹੀ। ਮੈਂ ਘਰ ਕਿਆ ਦੇਖਣਾ, ਉਹਦਾ ਜਾਣਦਾ ਵਾ ਉਸ ਘਰ ਕਿਆ ਹੈ, ਕੱਖ ਨਹੀਂ ਪਿਆ। ਉਹ ਤਾਂ ਇਹਨਾਂ ਲੋਕਾਂ ਨੇ ਉਹ ਸਾਡੇ ਨਾਲ ਕੀਤੇ ਜੁਰਮ। ਉਸ ਵੇਲੇ ਦੀ ਕਾਂਗਰਸ ਸਰਕਾਰ, ਰਾਜੀਵ ਗਾਂਧੀ, ਇਸ ਕੰਜਰ ਨਾਲ ਉਹ ਜੁਰਮ ਕੀਤੇ ਜਿਹੜੇ ਅਸੀਂ ਭੁੱਲ ਨਹੀਂ ਸਕਦੇ, ਨਾ ਭੁਲਾਏ ਜਾ ਸਕਦੇ। ਵਾਕਈ ਹੀ ਜੋ ਸਦਮੇ ਇਹਨਾਂ ਨੇ ਮਿਲੇ ਹੋਏ ਆ, ਇਹਨਾਂ ਤੋਂ ਉੱਭਰ ਆਣਾ ਵਾਕਈ ਹੀ ਨਾਮੁਮਕਿਨ ਹੈ। ਪਲ ਪਲ ਮੌਤ ਜਿਹੜੀ ਹੈ ਇਨਸਾਨ ਦੇ ਅੰਦਰ ਆਉਂਦੀ ਹੈ, ਪਲ ਪਲ ਇਨਸਾਨ ਮਰਦਾ ਹੈ ਜਦੋਂ ਵੀ ਇਹ ਉਸ ਹਾਦਸੇ ਨੂੰ ਯਾਦ ਕਰਦੇ ਨੇ। ਤੇ ਇਹ ਬਾਬਾ ਜੀ ਪ੍ਰੀਤਮ ਸਿੰਘ ਜੀ ਉਸ ਸਦਮੇ ਤੋਂ ਹੁਣ ਤੱਕ ਵੀ ਨਹੀਂ ਉੱਭਰ ਪਾ ਰਹੇ ਹੈ। ਬਾਬਾ ਜੀ, ਕੁਛ ਸਰਕਾਰ ਤੋਂ ਕਿਸੇ ਤੋਂ ਕੋਈ ਮੰਗ ਹੈ? ਗੱਲ ਸੁਣੋ, ਇੱਕ ਸਰਕਾਰ ਨੇ ਐਲਾਨ ਕੀਤਾ ਸੀ ਭਈ ਜੀ ਇਹਨਾਂ ਨੂੰ ਸਹਾਇਤਾ ਕਰਾਂਗੇ। ਉਹ ਐਲਾਨ ਕਈ 2, 3, 4 ਸਾਲ ਚੱਲਦਾ ਰਿਹਾ। उसके बाद फिर गवर्नमेंट ने आर्डर करते जी भी इन्होंने 2 ਲੱਖ रुपया दिओ। वो एक फैमिली दे एक जी नूं मिलना ही। हुण फैमिली दे जिस फैमिली दे विच 3 बच्चे है, तिन्ने विआहे गए है, तिन्ने अलग अलग हो गए है उन्हां दा जल के तिन्नां नूं अलग अलग हिस्सा मिलना चाहिए ही 2 ਲੱਖ दा, पर नहीं गवर्नमेंट ने 2 ਲੱਖ नहीं दिता उन्होंने। इको परिवार के मैंबर नूं 2 ਲੱਖ दे के कहता ही अं 2 ਲੱਖ ही देना। वो भी बच्चे बेचारे तुसीं कहा है 2 ਲੱਖ रुपया हरेक नूं देवांगे, और 2 ਲੱਖ क्यों नहीं दिता? जल के मारने वालियां नूं सब कुछ दे रहे है। साडे बच्चों का क्या दोस्त है? वो कहते जी उदों छोटे थे जब मारे तुसी 14 दिन से 10 दिन से बच्चे गैस के चूल्हे से गैस से बाल के गैस से रख के बच्चा भुनता, माँ की गोद तो खिंच के गैस से रख के बच्चा भुनिया। उदों क्या कहती होगी अम्मा, क्या लोग, मैं खुद देखा ना स्टेजा तो देखा जरा के इतने काम किए। मैं अज कितना भूल जाइए, उधर देखा नहीं जाता जिथे 4 दिन का बच्चा भूलिया। बाबा जी की नाम है तुहाडा? मेरा नाम इकबाल सिंह। अच्छा, मैं 36 साल इतने आए हो गए ने। अच्छा, इत्थे आए नु 36 हाँ, तो साल। दिल्ली उजाड़ता है सानू, तो मुड़ के इधर आ गए, पर इतने कोई खास किसी ने मदद नहीं की साडी। दिल्ली विच 1984 दे टाइम तुसी उत्थे मौजूद हाँ, सी? मौजूद सी। हाँ जी, अच्छा, मैं उत्थे करवाया सा चल के। मेरे चाचा ना वो DTC च नौकरी करता तो अपने मुंडे दवाई में सरकारी दवांदा ही। अच्छा, उत्थे आया तो मैं डॉक्टर को उत्थे लोग साढ़े बड़े गौर वेखण दे, चाची चाचा मैं तिन्ने सा। तो चाची कहते की गल है बड़ा वेखण दे। फिर डॉक्टर को डॉक्टर भी नहीं पा के बैठा, तो दवाई तो देती उन्हें। चाचा चढ़ गया शादरे में, तो मैं चल गया अपने नवीं सिंहपुरी घर चले गया। तो मैं बस से चल गया, बंगला से ड्यूटी मेरी उत्थे चले गया। तो आज बुढ़े बुढ़े बुजुर्ग से हिंदू, वो कहते ये भी दौरान कुत्ती थी, जे 12 देशों ने देती थी मानता तो बना दे दी खालसे को, आज गोली क्यों खाती। फिर उत्थे चानण मेरे तो काम बहुत खराब हो गया। ये तो चैनल बने वो गल शामी 5 बजे दंगे स्टार्ट हो गए। अच्छा, हाँ, तो मेरे बच्चे उत्थे फसे ही घर, तो मैं बंगला सास हाँ। अच्छा, हाँ जी, ਤੁਸੀਂ ਬੰਗਲਾ ਸਾਹਿਬ ਮੱਥਾ ਟੇਕਣ ਗਏ ਸੀ? नहीं उत्थे ड्यूटी करता हाँ मैं। ਤੁਸੀਂ ਡਿਊਟੀ ਕਰਦੇ ਸੀ ਬੰਗਲਾ ਸਾਹਿਬ ਦੇ ਵਿੱਚ, ਤੁਹਾਡੀ ਡਿਊਟੀ ਸੀ? ਅੱਛਾ, ਤੇ ਫਿਰ ਜਦੋਂ 5 ਵਜੇ ਦੰਗੇ ਸਟਾਰਟ ਹੋਏ ਤੁਸੀਂ ਬੰਗਲਾ ਸਾਹਿਬ ਦੇ ਵਿੱਚ ਸੀ?
ਫਿਰ ਉੱਥੇ ਟੱਕ ਹੋਇਆ। ਅੱਛਾ ਉੱਥੇ ਸੀਆਰਪੀ ਚਾਰੇ ਦਿਨ ਬੈਠੀ ਸੀਗੀ ਤੇ ਉਹ ਗੁੰਡੇ ਆਏ, ਸਾਡਾ ਸੇਵਾਦਾਰ ਸੀ ਸਾਈਕਲ ਸਟੈਂਡ ਤੇ ਬੈਠਾ, ਉਹਨੂੰ ਉਹਨੇ ਵੱਟੇ ਮਾਰੇ, ਫਿਰ ਉਹ ਤੇ ਪਾਸੇ ਹੋ ਗਿਆ। ਉਹਨਾਂ ਚ ਟਰੱਕ ਅੱਗ ਲਾਉਣ ਲੱਗੇ, ਟਰੱਕ ਲੋਤਾ ਇੱਥੇ। ਸਤਿ ਸ਼੍ਰੀ ਅਕਾਲ ਮਾਤਾ ਜੀ। ਸਤਿ ਸ੍ਰੀ ਅਕਾਲ ਜੀ। 1984 ਦਾ ਮੰਜ਼ਰ ਜੋ ਉਹ ਦੁਖਾਂਤ ਹੋਇਆ ਸੀ, ਤੁਸੀਂ ਵੀ ਉੱਥੇ ਮੌਜੂਦ ਸੀ? ਹਾਂਜੀ ਮੌਜੂਦ ਸੀ ਅਸੀਂ ਉਸ ਵੇਲੇ। ਅੱਛਾ, ਉਸ ਸਮੇਂ ਕੀ ਹਾਲਾਤ ਸੀ? ਕੀ ਤੁਸੀਂ ਉਸ ਦੁਖਾਂਤ ਨੂੰ ਮਹਿਸੂਸ ਕੀਤਾ? ਬਹੁਤ ਬੁਰਾ ਹਾਲ ਹੋਇਆ ਸੀ। ਸਰਦਾਰਾਂ ਨੂੰ ਮਾਰਦੇ ਪਏ ਸੀ, ਦੇਖਦੇ ਨਹੀਂ ਸੀ। ਜਿਹੜਾ ਆਵੇ ਵਾਲ ਕੱਟ ਕੇ ਉਹਨਾਂ ਨੇ ਕੋ ਸਾਰਾ ਕੁਝ ਲੈ ਕੇ ਉਹਨਾਂ ਨੂੰ ਅੰਦਰ ਵਾੜਦੇ, ਫਿਰ ਮਾਰ ਦਿੰਦੇ ਸੀ। ਕਿਰਪਾਨ ਸਾਡੇ ਅੰਦਰੋਂ ਇੰਨੀ ਖੂਨ ਦੀ ਭਰੀ ਹੋਈ ਨਿਕਲੀ। ਸਰਦਾਰ ਸਾਡੇ ਸਾਹਮਣੇ ਮਾਰਿਆ ਇੱਕ, ਉਹਨੂੰ ਉਹ ਵਿਚਾਰਾ ਮਾਰਿਆ ਛੁਰਾ ਉਹਨਾਂ ਨੇ, ਕੂੜੇ ਵਿੱਚ ਲੁਕ ਗਿਆ, ਕੂੜੇਦਾਨ 'ਚ, 22 ਸਾਲ ਦਾ ਮੁੰਡਾ। ਫਿਰ ਉਹਨਾਂ ਨੇ ਆ ਕੇ ਪੁਲਿਸ ਵਾਲਿਆਂ ਨੂੰ ਦੇਖਿਆ, ਪੁਲਿਸ ਵਾਲੇ ਉੱਥੇ ਹੀ ਛੱਡ ਕੇ ਚਲੇ ਗਏ। ਤੇ ਫਿਰ ਉਹਨਾਂ ਨੇ ਕੂੜੇ ਵਿੱਚ ਹੋਰ ਮਾਰਿਆ ਉਹਨੂੰ, ਬੜਾ ਬੁਰੀ ਤਰ੍ਹਾਂ ਮਾਰ ਕੇ ਪਾਰਕ 'ਚ ਸੁੱਟਤਾ। ਫਿਰ ਉਹਨਾਂ ਨੇ ਜਾ ਕੇ ਫਿਰ ਹਿੰਦੂ ਉੱਠੇ, ਉਹਨਾਂ ਨੇ ਜਾ ਕੇ ਉਹਨੂੰ ਪਾਣੀ ਦੇ ਨਾਲੇ 'ਚ ਸੁੱਟਤਾ। ਕੋਈ ਦੇਖਿਆ ਨਹੀਂ ਕਿਸੇ ਨੇ, ਕੋਈ ਨਹੀਂ। ਮੈਂ 36 ਬਲਾਕ 'ਚ ਰਹਿੰਦੀ ਸੀ, 34 'ਚ ਮੈਂ 35 'ਚ ਆਈ। 3 ਸਰਦਾਰ ਧੁਖਦੇ ਪਏ ਸੀ। ਉਹ ਜੋ ਕਹਿਣ ਤੇਰਾ ਘਰ ਵਾਲੀ ਵੀ ਇੱਕ ਇਹਦੇ ਵਿੱਚ ਹੈ, ਉਹਨੇ ਇਹੋ ਜਿਹੇ ਕੱਪੜੇ, ਤੇਰਾ ਘਰ ਵਾਲਾ ਵੀ ਇਹਦੇ ਵਿੱਚ। ਬੜਾ ਬੁਰਾ ਹਾਲ ਸੀ। ਤੁਸੀਂ ਦਿੱਲੀ ਕਿੱਥੇ ਰਹਿੰਦੇ ਸੀ? ਇਹ ਜਿਹੜੀ ਘਟਨਾ ਹੈ ਕਿਸ ਇਲਾਕੇ ਦੀ ਹੈ? ਇਹ ਤਰਲੋਕਪੁਰੀ ਦੀ ਹੈ। ਤਰਲੋਕਪੁਰੀ 'ਚ ਹੋਈ ਘਟਨਾ ਸਾਰੀ, ਸਾਡੇ ਸਾਹਮਣੇ, ਅੱਖਾਂ ਦੇ ਸਾਹਮਣੇ ਮਾਰਿਆ। ਸਾਡੇ ਬੰਦਿਆਂ ਨੂੰ ਕਹਿੰਦੇ ਸੀ ਇਹ ਤੇ ਪਤਾ ਨਹੀਂ ਕਿੱਥੇ ਚਲੇ ਗਿਆ, ਸਾਨੂੰ ਤੇ 3-4 ਦਿਨਾਂ ਬਾਅਦ ਮਿਲੇ ਆ। ਸਾਰੇ ਕਹਿਣ ਉਹਨੇ ਇਹ ਕੱਪੜੇ ਪਾਏ ਸੀ, ਬੰਦਾ ਤੁਹਾਡਾ ਮਾਰਤਾ ਚਲਾ ਗਿਆ, ਤੁਸੀਂ ਵੀ ਚਲੇ ਜਾਓ ਇੱਥੋਂ, ਨਹੀਂ ਤੇ ਤੁਹਾਨੂੰ ਵੀ ਮਾਰ ਦਾਂਗੇ। ਫਿਰ ਇੱਧਰ ਆ ਗਏ। ਸਾਡੀ ਭੈਣ ਦਾ ਮਕਾਨ ਸੀ, ਉਹਦੇ ਗੁੱਜਰਾਂ ਨੇ ਰਜਾਈਆਂ ਲੈ ਕੇ ਸਾਰਾ ਸਮਾਨ ਲੈ ਗਏ, ਖਾਲੀ ਕਰਤਾ ਉਹਨੂੰ ਮਕਾਨ ਨੂੰ। ਬਾਬਾ ਜੀ ਤੁਹਾਡਾ ਨਾਮ ਕੀ ਹੈ? ਮੈਂ ਹਰਪਾਲ ਸਿੰਘ। ਅੱਛਾ ਜੀ। ਮੈਂ ਸਾਰਾ ਮੰਜ਼ਰ ਆਪਣੇ ਅੱਖੀ ਦੇਖਿਆ। ਮੇਰਾ ਸਾਂਢੂ ਤੇ ਮੇਰੇ ਚਾਚਾ ਜੀ ਦੀ ਦੋ ਉਹਨਾਂ ਨੇ ਗੁੰਡਿਆਂ ਨੇ ਮਾਰੇ ਨੇ। ਉਸ ਤੋਂ ਬਾਅਦ ਅਸੀਂ ਡਰਦੇ ਮਾਰੇ ਸਾਰੇ ਜਿਹੜੇ ਸਿੱਖ ਦੀ ਭਰਾ ਸਾਰੇ ਪੰਜਾਬ 'ਚ ਆ ਗਏ। ਪੰਜਾਬ ਆ ਕੇ 8 ਸੈਕਟਰ ਰਹੇ, ਕੁਛ ਬੰਦੇ ਕਿਰਾਏ 'ਤੇ ਰਹੇ। ਉਸ ਤੋਂ ਬਾਅਦ ਬਰਨਾਲਾ ਸਰਕਾਰ ਨੇ ਸਾਨੂੰ 700 ਮਕਾਨ ਇੱਥੇ ਅਲਾਟ ਕੀਤੇ। ਕੁਛ ਬੰਦਿਆਂ ਨੂੰ ਰੁਜ਼ਗਾਰ ਵੀ ਦਿੱਤਾ। ਬਾਕੀ ਸਾਡੇ ਬੱਚੇ ਨੌਜਵਾਨ ਹੋ ਗਏ ਨੇ, ਉਹ ਵਿਚਾਰੇ ਜ਼ਿਆਦਾ ਟੱਕਰਾਂ ਖਾ ਰਹੇ ਨੇ, ਠੋਕਰਾਂ ਖਾ ਰਹੇ। ਕੋਈ ਸਰਕਾਰ ਧਿਆਨ ਨਹੀਂ ਦੇ ਰਹੀ ਦੰਗਾ ਪੀੜਤਾਂ ਵੱਲ। ਕੋਈ ਉਹਨਾਂ ਨੂੰ ਜਿਹੜੇ ਕੁਛ ਮਕਾਨ ਖਾਲੀ ਰਹਿ ਗਏ ਸੀ ਉਹਨਾਂ ਦਾ ਸੁਪਰੀਮ ਕੋਰਟ ਸਟੇ ਚੱਲਦੀ ਆ। ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਉਹਨਾਂ ਨੂੰ ਜਲਦੀ ਮਕਾਨ ਅਲਾਟ ਕੀਤੇ ਜਾਣ ਤੇ ਬੱਚਿਆਂ ਨੂੰ ਸਾਡਿਆਂ ਨੂੰ ਰੁਜ਼ਗਾਰ ਦਿੱਤੇ ਜਾਣ। ਜਿੱਦਾਂ ਤੁਸੀਂ ਕਿਹਾ ਵੀ ਤੁਹਾਡੇ ਰਿਸ਼ਤੇਦਾਰ 1984 ਦੇ ਦੰਗਿਆਂ ਵਿੱਚ ਉਹਨਾਂ ਨੂੰ ਮਾਰਿਆ ਗਿਆ, ਉਸ ਸਮੇਂ ਇਹ ਜੋ ਅਸੀਂ ਪੜ੍ਹਦੇ ਹਾਂ, ਜੋ ਅਸੀਂ ਸੁਣਦੇ ਹਾਂ, ਜੋ ਅਸੀਂ ਜਿੰਨਾ ਕੋ ਮੀਡੀਆ 'ਚ ਦੇਖਿਆ ਹੈ ਕਿ ਇਹ ਕਿਹਾ ਜਾਂਦਾ ਹੈ ਕਿ ਘਰਾਂ 'ਚੋਂ ਕੱਢ ਕੇ ਸਿੱਖ ਮਾਰੇ ਗਏ ਸੀ, ਸਾੜੇ ਗਏ ਸੀ। ਤੁਸੀਂ ਦੇਖਿਆ ਕੀ ਸੀ? ਪ੍ਰੀ ਪਲਾਨ ਪ੍ਰੋਗਰਾਮ ਸੀ ਸਰਕਾਰ ਦਾ, ਕਾਂਗਰਸ ਪਾਰਟੀ ਦਾ, ਉੱਥੋਂ ਦੇ ਮੌਜੂਦਾ ਸਰਕਾਰ ਦਾ। ਉੱਥੇ ਲੋਕਲ ਬੰਦਾ ਸਾਡਾ ਸਾਥ ਦਿੱਤਾ। ਉੱਥੇ ਜਿਹੜੇ ਲੋਕਲ ਬੰਦੇ ਸੀ, ਜਿਹੜੇ ਸਾਡੇ ਨਾਲ ਦੇ ਗੁਆਂਢੀ ਰਹਿੰਦੇ ਸੀ, ਉਹਨਾਂ ਨੇ ਸਾਨੂੰ ਲੁਕੋਇਆ ਵੀ ਆ ਘਰਾਂ ਦੇ ਵਿੱਚ। ਪਰ ਪ੍ਰੀ ਪਲਾਨ ਪ੍ਰੋਗਰਾਮ ਹਰਿਆਣੇ ਤੋਂ ਉਹਨਾਂ ਨੇ ਗੁੰਡੇ ਬੁਲਾਏ ਸੀ। ਉਹਨਾਂ ਦੇ ਪਹਿਲਾਂ ਨਿਸ਼ਾਨਾ ਬਣਾਇਆ ਸੀ ਸਿੱਖ ਕੌਮ ਨੂੰ ਵੀ ਇਹਨਾਂ ਨੇ ਇੰਦਰਾ ਗਾਂਧੀ ਨੂੰ ਮਾਰਿਆ ਤੇ ਇਹਨਾਂ ਨੂੰ ਇੱਥੋਂ ਭਜਾਓ ਜਾਂ ਇਹਨਾਂ ਨੂੰ ਮਾਰੋ। ਉੱਥੇ ਲੋਕਲ ਬੰਦਾ ਕੋਈ ਨਹੀਂ ਸੀ, ਬਾਹਰੋਂ ਬੰਦੇ ਉਹਨਾਂ ਨੇ ਲਿਆਂਦੇ ਸੀ ਗੁੰਡੇ, ਗੱਡੀ ਬੱਸਾਂ 'ਚ ਭਰ ਕੇ। ਉਹ ਕਰ ਰਹੇ ਸੀ ਸਾਰਾ, ਅੱਗਾਂ ਲਾ ਰਹੇ ਸੀ ਲੋਕਾਂ ਨੂੰ। ਜਿਹੜਾ ਮਿਲਦਾ ਸਰਦਾਰ ਮਿਲਦਾ ਉਹਨੂੰ ਮਾਰ ਦਿੰਦੇ ਸੀ ਤੇ ਨਹੀਂ ਭਜਾਉਂਦੇ ਸੀ। ਭਜਾ ਕੇ ਲੋਕੇ ਜਾਨ ਬਚਾਈ ਆ। ਜਿਹੜੇ ਨਾਲ ਸਾਡੇ ਗੁਆਂਢੀ ਸੀ ਉਹਨਾਂ ਨੇ ਸਾਨੂੰ ਲੁਕੋਇਆ ਵੀ ਆ। ਕਈ ਬੰਦੇ ਸਾਡੇ ਬਚਾਏ ਵੀ ਆ ਉਹਨਾਂ ਨੇ। ਅਸੀਂ ਇਹ ਨਹੀਂ ਕਹਿੰਦੇ ਵੀ ਉਹਨਾਂ ਨੇ ਸਾਡੇ ਬਚਾਅ ਨਹੀਂ ਕੀਤਾ, ਬਚਾਅ ਕੀਤਾ। ਜਿਹੜੇ ਸਿੱਖ ਵਧੀਆ ਪਰਿਵਾਰ ਸੀ ਉਹਨਾਂ ਨੇ ਸਾਡਾ ਬਚਾਅ ਵੀ ਕੀਤਾ। ਜਿਹੜੇ ਸਾਡੇ ਨਾਲ ਨੇੜਤਾ ਸੀ, ਬੈਠੇ ਗੁਆਂਢੀ ਸੀ 25 ਸਾਲ ਤੋਂ, ਉਹਨਾਂ ਨਾਲ ਸਾਡਾ ਨੇੜਤਾ ਸੀ। ਯਾਨੀ ਕਿ ਆਪਾਂ ਇਹ ਕਹਿ ਸਕਦੇ ਹਾਂ ਕਿ ਆਪਾਂ ਇਹ ਨਹੀਂ ਕਹਿ ਸਕਦੇ ਕਿ 1984 ਦੇ ਦੰਗੇ ਕੋਈ ਹਿੰਦੂ ਸਿੱਖ ਦੇ ਦੰਗੇ ਸੀ। 1984 ਦੇ ਦੰਗੇ ਕਿਤੇ ਨਾ ਕਿਤੇ ਰਾਜਨੀਤੀ ਤੋਂ ਪ੍ਰੇਰਿਤ ਸੀ, ਹਿੰਦੂ ਸਿੱਖਾਂ ਦੀ ਇਹ ਲੜਾਈ ਨਹੀਂ ਸੀ। ਪ੍ਰੀ ਪਲਾਨ ਪ੍ਰੋਗਰਾਮ ਸੀ ਉਹਨਾਂ ਦਾ। ਉਹਨਾਂ ਦੇ ਬਾਹਰੋਂ ਬੰਦੇ ਲਿਆਂਦੇ ਹੋਏ ਸੀ, ਨਿਸ਼ਾਨਾ ਬਣਾਇਆ ਸੀ। ਪਹਿਲਾਂ ਲਿਸਟਾਂ ਲੈ ਕੇ, ਜਿਹੜੀਆਂ ਵੋਟਰ ਲਿਸਟਾਂ ਹੁੰਦੀਆਂ ਉਹਨਾਂ ਲਿਸਟਾਂ ਲੈ ਕੇ ਸਿੱਖ ਸਰਦਾਰ ਦਾ ਘਰ ਕਿਹੜਾ ਉਹ ਲੱਭਦੇ ਫਿਰਦੇ ਸੀ ਵੀ ਇਹ ਸਰਦਾਰ ਦਾ ਘਰ ਆ, ਇਹਨਾਂ ਨੂੰ ਮਾਰੋ। ਕਹਿੰਦੇ ਘਰ 'ਤੇ ਹਮਲਾ ਕੀਤਾ, ਘਰ ਦਾ ਸਮਾਨ ਲੁੱਟ ਲਿਆ, ਬਾਹਰ ਕੱਢ ਲਿਆ। ਇਹ ਪ੍ਰੀ ਪਲਾਨ ਪ੍ਰੋਗਰਾਮ ਸੀ। ਕੁੜੀਆਂ ਨਾਲ ਵੀ ਕੋਈ ਬਦਤਮੀਜ਼ੀ ਕਰਦੇ ਸੀ? ਕਰਦੇ ਸੀ, ਪਰ ਕੁੜੀਆਂ ਗੁਆਂਢੀਆਂ ਨੇ ਖੋਲੀਆਂ ਸੀ। ਕਈ ਨੌਜਵਾਨ ਲੜਕੀਆਂ ਨੂੰ ਗੁਆਂਢੀਆਂ ਨੇ ਸਾਡਾ ਸਹਿਯੋਗ ਦਿੱਤਾ ਪੂਰਾ। ਕਈਆਂ 2-4 ਕੁੜੀਆਂ ਨੂੰ ਵੀ ਲੈ ਵੀ ਗਏ ਸੀ, ਪਰ ਉਹ ਪ੍ਰੀ ਪਲਾਨ ਪ੍ਰੋਗਰਾਮ ਸੀ ਉਹਨਾਂ ਦਾ। ਕੋਈ ਹਿੰਦੂ ਸਿੱਖਾਂ 'ਚ ਕੋਈ ਡਰਾਰ ਨਹੀਂ ਸੀ।
ਤੇ ਉਹਨਾਂ ਦੇ ਪ੍ਰੀ ਪਲਾਨ ਫਰੋਮ ਬਾਹਰੋਂ ਬੰਦੇ ਲੈਂਦੇ ਸੀ ਜੀ, ਉਹੀ ਕਰਦੇ ਸੀ ਸਾਰਾ ਕੰਮ। ਤੇ ਤੁਸੀਂ ਕਿਹੜੇ ਇਲਾਕੇ 'ਚ ਰਹਿੰਦੇ ਸੀ? ਮੈਂ ਉੱਤਮ ਨਗਰ ਹੈ। ਉੱਤਮ ਨਗਰ। ਹਾਂਜੀ ਸਾਰੀ ਦਿੱਲੀ ਨੂੰ ਘੇਰਾ ਪਾਇਆ ਸੀ ਉਹਨਾਂ ਗੁੰਡਿਆਂ ਨੇ? ਬਾਹਰੋਂ, ਹਾਂ, ਸਾਰੀ ਦਿੱਲੀ ਵਿੱਚ ਜਿੱਥੇ ਸਿੱਖ ਇਲਾਕੇਵਾਦੀ ਜ਼ਿਆਦਾ ਸੀ ਉੱਥੇ ਜਿੱਥੇ ਸਿੱਖ ਜ਼ਿਆਦਾ ਰਹਿੰਦੇ ਸੀ। ਉਹ ਪ੍ਰੀ ਪਲਾਨ ਫਰੋਮ ਸੀ ਉਹਨਾਂ ਦਾ। ਤੇ 1984 ਤੋਂ ਬਾਅਦ ਇੰਨਾ ਸਮਾਂ ਹੋ ਗਿਆ, ਹਜੇ ਵੀ ਸਿੱਖਾਂ ਨੂੰ ਨਿਆਂ ਨਹੀਂ ਮਿਲ ਸਕਿਆ। ਕਿਹਨੂੰ ਜ਼ਿੰਮੇਵਾਰ ਮੰਗਦੇ ਆ? ਇਹ ਸਰਕਾਰਾਂ ਜ਼ਿੰਮੇਵਾਰ ਹੈ। ਸਰਕਾਰਾਂ ਜਦ ਇਲੈਕਸ਼ਨਾਂ ਆਉਂਦੀਆਂ, ਜਦ ਪਰੋਸ ਲੈਂਦੀਆਂ ਪੈਸੇ ਦੇ ਕੇ ਥੋੜ੍ਹੇ ਬਹੁਤੇ ਸਾਰਾ ਕੁਝ, ਅੱਗੇ ਪਿੱਛੇ ਕੋਈ ਪੁੱਛਦਾ ਨਹੀਂ। ਸਿਆਸੀ ਪਾਰਟੀਆਂ ਦਾ ਵੀ ਇਹੀ ਤਜਰਬਾ ਮੇਰਾ, ਤੇ ਵੀ ਕੋਈ ਨਹੀਂ। ਹੁਣ ਮੁਲਾਜ਼ਮਾਂ ਦਾ, ਮੈਂ ਮੁਲਾਜ਼ਮਾਂ, ਮੈਨੂੰ ਨੌਕਰੀ ਮਿਲੀ ਆ 84 ਦੰਗਾ ਪੀੜ ਤੋਂ ਬਾਅਦ। ਸਰਕਾਰ ਮੁਲਾਜ਼ਮਾਂ ਵੱਲ ਧਿਆਨ ਨਹੀਂ ਦੇ ਰਹੀ। ਪੇ ਕਮਿਸ਼ਨ ਪਿਆ, ਡੀਏ ਪਿਆ, ਹੁਣ ਸਰਕਾਰ ਨੇੜੇ ਆ ਗਈ ਆ, ਹੁਣ ਕਹਿੰਦੇ ਅਸੀਂ ਪੇ ਕਮਿਸ਼ਨ ਦੇ ਦਾਂਗੇ, ਪਤਾ ਨਹੀਂ ਦੇਣਾ ਨਹੀਂ ਦੇਣਾ ਇਹਨਾਂ। ਸਾਡੇ ਵੀ 10 ਕੁ ਬੰਦਿਆਂ ਨੂੰ ਰੁਜ਼ਗਾਰ ਮਿਲਿਆ ਸੀ ਸਰਕਾਰ ਨੇ, ਬਰਨਾਲਾ ਸਰਕਾਰ ਨੇ 85 ਦੇ ਵਿੱਚ 10 ਬੰਦਿਆਂ ਨੂੰ ਰੁਜ਼ਗਾਰ, ਉਹਨਾਂ 'ਚ ਮੈਂ ਵੀ ਆ, ਹੋਰ ਵੀ ਸਾਡੇ ਬੰਦੇ ਕੋਈ 3-4 ਬੰਦਿਆਂ ਦੀ ਡੈਥ ਹੋ ਗਈ ਹੈ, ਉਹਨਾਂ ਨੂੰ ਰੁਜ਼ਗਾਰ ਦਿੱਤਾ ਸੀ। ਉਸ ਤੋਂ ਬਾਅਦ ਕਿਸੇ ਵੀ ਸਰਕਾਰ ਨੇ ਸਾਡੀ ਬਾਂਹ ਨਹੀਂ ਫੜੀ। ਜਦ ਤਾਜ਼ਾ ਮਸਲਾ ਸੀ, ਬਰਨਾਲਾ ਸਾਹਿਬ ਨੇ, ਮੁੱਖ ਮੰਤਰੀ ਬਰਨਾਲਾ ਸਾਹਿਬ ਹੁੰਦੇ ਸੀ, ਉਹਨਾਂ ਨੇ ਸਾਨੂੰ ਮਕਾਨ ਵੀ ਦਿੱਤੇ ਆ ਤੇ ਰੁਜ਼ਗਾਰ ਵੀ ਦਿੱਤਾ। ਇੱਥੇ ਆ ਕੇ ਘਰ ਆ ਕੇ ਸਾਨੂੰ ਲੈਟਰ ਦਿੱਤੇ ਉਹਨਾਂ ਨੇ। ਉਸ ਤੋਂ ਬਾਅਦ ਜਿਹੜੀਆਂ ਵੀ ਸਰਕਾਰਾਂ ਆਈਆਂ ਉਹਨਾਂ ਨੇ ਦੰਗਾ ਪੀੜਤਾਂ ਨੂੰ ਵਰਤਿਆ ਹੀ ਹੈ, ਰੁਜ਼ਗਾਰ ਨਹੀਂ ਦਿੱਤਾ ਉਹਨਾਂ ਨੇ। ਜਾਂ ਇਲੈਕਸ਼ਨ ਆਉਂਦੀਆਂ ਸਾਨੂੰ ਵਰਤ ਲੈਂਦੇ ਨੇ, ਜਾਂ ਆ ਕੇ ਸਾਡੇ ਪੈਰ ਫੜਦੇ ਨੇ। ਅੱਗੇ ਪਿੱਛੇ ਸਾਡੀ ਕੋਈ ਮਦਦ ਨਹੀਂ ਕਰਦਾ ਕੋਈ। ਜਿਹੜੇ 150 ਮਕਾਨ ਰਹਿੰਦਾ ਅਲਾਟਮੈਂਟ ਹੋਣ ਤੋਂ, ਉਹਨਾਂ ਨੂੰ ਅਲਾਟ ਨਹੀਂ ਕੀਤੇ। ਹਾਰ ਕੇ ਸਾਨੂੰ ਸਟੇ ਲੈਣੀ ਪਈ ਸੁਪਰੀਮ ਕੋਰਟ ਤੋਂ, ਉਹਨਾਂ ਪਰਿਵਾਰਾਂ ਨੇ ਸਟੇ ਲਈ ਹੈ, ਤਾਂ ਉਹ ਮਕਾਨਾਂ 'ਚ ਬੈਠੇ ਆ। ਤੇ ਦਿੱਲੀ ਤੁਹਾਡਾ ਵੀ ਘਰ ਪਰਿਵਾਰ ਹੋਊਗਾ, ਸਾਰਾ ਕੁਝ। ਜਦੋਂ ਇਹ ਦੰਗੇ ਹੋਏ ਉਸ ਸਮੇਂ ਮਤਲਬ ਕਿ ਕਿਹਾ ਗਿਆ ਕਿ ਵੀ ਹੁਣ ਤੁਹਾਨੂੰ ਇਹ ਆਪਣੇ ਘਰ ਛੱਡ ਦੇਣੇ ਚਾਹੀਦੇ, ਕਿਸੇ ਸੁਰੱਖਿਅਤ ਥਾਂ ਤੇ ਚਲੇ ਜਾਣਾ ਚਾਹੀਦਾ, ਵੀ ਨਹੀਂ ਤਾਂ ਤੁਹਾਡੀ ਜਾਨ ਨਹੀਂ ਬਚੇਗੀ? ਮੇਰੇ ਫਾਦਰ ਸਾਹਿਬ ਵੀ ਜ਼ਖਮੀ ਹੋਏ ਸੀ। ਅੱਛਾ। ਤੇ ਉਸ ਦੰਗਿਆਂ ਦੇ ਵਿੱਚ ਮੇਰੇ ਫਾਦਰ ਸਾਹਿਬ ਜ਼ਖਮੀ ਹੋਏ। ਇੱਥੇ ਆ ਕੇ ਉਹਨਾਂ ਦੀ ਡੈਥ ਹੋਈ ਹੈ। ਕਾਫੀ 80% ਉਹਨਾਂ ਦੇ ਹੈਂਡੀਕੈਪਟ ਹੋ ਗਏ ਸੀ ਉਹ, ਤੇ ਇੱਥੇ ਆ ਕੇ ਉਹਨਾਂ ਦੀ ਡੈਥ ਹੋਈ ਹੈ। ਅੱਛਾ। ਹਾਂਜੀ। ਤੇ ਉਸ ਸਮੇਂ ਤੁਸੀਂ ਆਪਣਾ ਘਰ ਪਰਿਵਾਰ ਸਾਰਾ ਛੱਡ ਕੇ ਪੰਜਾਬ ਜਾ ਗਏ, ਤੇ ਪੰਜਾਬ ਦੀਆਂ ਸਰਕਾਰਾਂ ਨੇ ਜਿਵੇਂ ਤੁਸੀਂ ਦੱਸਿਆ ਕਿ ਉਸ ਸਮੇਂ ਮਦਦ ਕੀਤੀ, ਉਸ ਤੋਂ ਬਾਅਦ ਸਰਕਾਰ ਨੇ ਸਾਡੀ ਮਦਦ ਨਹੀਂ ਕੀਤੀ। ਕਿਸੇ ਵੀ ਦੰਗਾ ਪੀੜਤਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਹਾਰ ਕੇ ਸਾਨੂੰ ਕੋਰਟ 'ਚ ਜਿਹੜੇ ਮਕਾਨ ਰਹਿ ਗਏ ਸੀ ਉਹਨਾਂ ਨੂੰ ਕੋਰਟ ਜਾਣਾ ਪਿਆ। ਕੋਰਟ ਦਾ ਸਹਾਰਾ ਮਿਲਿਆ, ਸੁਪਰੀਮ ਕੋਰਟ ਸਾਡੀ ਸਟੇ ਚੱਲ ਰਹੀ ਹੈ ਉਹਨਾਂ ਮਕਾਨਾਂ ਦੀ। ਮੈਂ ਸਰਕਾਰ ਤੋਂ ਮੰਗ ਕਰਦਾ ਜਲਦੀ ਉਹਨਾਂ ਪਰਿਵਾਰਾਂ ਨੂੰ ਵੀ ਮਕਾਨ ਅਲਾਟ ਕੀਤੇ ਜਾਣ। ਬਿਲਕੁਲ ਸਰਕਾਰਾਂ ਨੂੰ ਇਸ ਚੀਜ਼ ਵੱਲ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਉਹ ਜੋ ਦੁਖਾਂਤ ਇਹ ਲੋਕ ਭੁਗਤ ਕੇ ਆਏ ਆ, ਜੋ ਇਹਨਾਂ ਨੇ ਦੁਖਾਂਤ ਸਿਆ ਹੈ, ਉਹ ਜਾਣਦੇ ਨੇ ਕਿ ਇਹਨਾਂ ਨੇ ਆਪਣੇ ਪਰਿਵਾਰ ਦੇ ਜੀਆਂ ਨੂੰ ਵੀ ਖੋਇਆ ਹੈ, ਆਪਣੇ ਘਰਾਂ ਨੂੰ ਵੀ ਖੋਇਆ ਹੈ, ਤੇ ਇਸ ਲਈ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਇਹਨਾਂ ਦੀ ਮੰਗ ਵੱਲ ਜ਼ਰੂਰ ਧਿਆਨ ਦੇਣ। ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਜਦ ਵੀ ਕਦੇ ਚੋਣਾਂ ਆਉਂਦੀਆਂ ਨੇ ਤਾਂ ਹਰ ਇੱਕ ਰਾਜਨੀਤਿਕ ਦਲ 1984 ਦਾ ਮੁੱਦਾ ਜ਼ਰੂਰ ਚੱਕਦਾ ਹੈ। ਕਿਤੇ ਨਾ ਕਿਤੇ 1984 ਦੇ ਵਿੱਚ ਜੋ ਕਤਲੇਆਮ ਹੋਇਆ, ਉਹਨਾਂ ਲੋਕਾਂ ਨੂੰ ਨਿਆਂ ਦਿਵਾਉਣ ਦੀ ਗੱਲ ਕੀਤੀ ਜਾਂਦੀ ਹੈ, ਪਰ ਲੱਗਦਾ ਹੈ ਕਿ ਸ਼ਾਇਦ ਉਹ ਗੱਲਾਂ ਸਟੇਜਾਂ ਤੱਕ ਹੀ ਸੀਮਤ ਰਹਿ ਜਾਂਦੀਆਂ ਨੇ। ਕਿਉਂਕਿ ਅਸੀਂ ਜੇ ਧਰਾਤਲ 'ਤੇ ਆ ਕੇ ਦੇਖੀਏ ਤੇ ਇਹਨਾਂ ਲੋਕਾਂ ਨਾਲ ਜੋ ਅਸੀਂ ਗੱਲ ਕੀਤੀ ਹੈ, ਇਹੀ ਮਹਿਸੂਸ ਹੁੰਦਾ ਹੈ ਕਿ ਇੱਕ ਬੇਇਨਸਾਫੀ ਇਹਨਾਂ ਨੇ ਉਦੋਂ ਚੱਲੀ ਜਦੋਂ ਇਹਨਾਂ ਦੇ ਪਰਿਵਾਰ ਦੇ ਜੀਆਂ ਨੂੰ ਜ਼ਿੰਦਾ ਸਾੜਿਆ ਗਿਆ, ਮਾਰਿਆ ਗਿਆ, ਤੇ ਇੱਕ ਬੇਇਨਸਾਫੀ ਇਹ ਹੁਣ ਚੱਲ ਰਹੇ ਨੇ ਜਦੋਂ ਇਹਨਾਂ ਦੀ ਕੋਈ ਵੀ ਸਾਰ ਨਹੀਂ ਲੈ ਰਿਹਾ। ਇਹਨਾਂ ਦੀਆਂ ਅੱਖਾਂ ਦੇ ਹੰਝੂ ਇਸ ਗੱਲ ਦੀ ਗਵਾਹੀ ਭਰਦੇ ਨੇ ਕਿ ਇਹਨਾਂ ਦੇ ਅੰਦਰ ਕਿੰਨਾ ਦਰਦ ਹੈ। ਇਹਨਾਂ ਦੇ ਦਰਦ ਨੂੰ ਛੇੜਨਾ ਸਾਡਾ ਮਕਸਦ ਨਹੀਂ ਸੀ। ਸਾਡਾ ਸਿਰਫ ਇਹੀ ਮਕਸਦ ਸੀ ਕਿ ਪਤਾ ਚੱਲੇ ਕਿ ਅਸੀਂ 1984 ਦੀ ਗੱਲ ਤਾਂ ਕਰ ਦਿੰਦੇ ਆ, ਗੱਲ ਕਰਨੀ ਕਿੰਨੀ ਸੌਖੀ ਹੈ, ਪਰ ਇੱਥੇ ਆ ਕੇ ਵਿਚਰਨਾ ਕਿੰਨਾ ਔਖਾ ਹੈ। ਤੇ ਨਾਲ ਹੀ ਇਹ ਜ਼ਰੂਰੀ ਹੈ ਕਿ ਅਸੀਂ ਉਹਨਾਂ ਸਾਰੇ ਹਾਦਸਿਆਂ ਨੂੰ ਯਾਦ ਰੱਖੀਏ ਜੋ ਸਾਡੇ ਨਾਲ ਬੀਤੇ ਨੇ, ਤਾਂ ਕਿ ਸਾਨੂੰ ਇਸ ਗੱਲ ਦਾ ਅਹਿਸਾਸ ਹੋ ਸਕੇ ਕਿ ਜੋ ਅਸੀਂ ਇਤਿਹਾਸ ਦੀਆਂ ਗੱਲਾਂ ਕਰਦੇ ਹਾਂ, ਉਹ ਇਤਿਹਾਸ ਦੇ ਵਿੱਚ ਕਿੰਨਾ ਜ਼ੁਲਮ ਹੋਇਆ ਹੈ, ਤੇ ਉਸ ਇਤਿਹਾਸ ਦੇ ਵਿੱਚ ਕਿੰਨੇ ਖੂਨ ਡੁੱਲੇ ਨੇ, ਤੇ ਉਸ ਇਤਿਹਾਸ ਦੇ ਵਿੱਚ ਕਿੰਨੇ ਲੋਕਾਂ ਦੀਆਂ ਰੂਹਾਂ ਅੱਜ ਵੀ ਇਨਸਾਫ ਦੇ ਲਈ ਤੜਪ ਰਹੀਆਂ ਨੇ। ਇਹੀ ਇੱਕ ਮੰਗ ਹੈ ਸਾਰੇ ਰਾਜਨੀਤਿਕ ਦਲਾਂ ਤੋਂ, ਸਾਰੇ ਨੇਤਾਵਾਂ ਤੋਂ, ਸਾਰੀਆਂ ਸਿੱਖ ਜਥੇਬੰਦੀਆਂ ਤੋਂ ਕਿ ਇੱਥੇ ਜੋ ਰਹਿ ਰਹੇ ਨੇ ਇਹਨਾਂ ਕੋਲ ਆਓ, ਇਹਨਾਂ ਦੀਆਂ ਗੱਲਾਂ ਸੁਣਾ, ਤੇ ਜਿੰਨੀਆਂ ਵੀ ਇਹਨਾਂ ਦੀ ਮਦਦ ਕੀਤੀ ਜਾ ਸਕਦੀ ਹੈ ਓਨੀ ਹੀ ਇਹਨਾਂ ਦੀ ਮਦਦ ਕਰੋ, ਇਸੇ ਆਸ ਦੇ ਨਾਲ ਕਿ ਇਹਨਾਂ ਦੇ ਦੁੱਖ ਨੂੰ ਕੋਈ ਘੱਟ ਕਰੇ। ਮੈਂ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ। ਧੰਨਵਾਦ।